ਹੈਲੋ ਫਰੈਂਡਸ, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਅੱਜ ਦੀ ਇਸ ਸਪੈਸ਼ਲ ਕਲਾਸ ਦੇ ਵਿੱਚ ਆਪਾਂ ਅਲਾਉਦੀਨ ਖਿਲਜੀ ਦੇ ਬਾਰੇ ਡਿਟੇਲ ਨਾਲ ਪੜ੍ਹਨਾ ਵਾ, ਜਿਹੜਾ ਕਿ ਸੀਗਾ ਕਿ ਖਿਲਜੀ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ ਅਤੇ ਨਾਲ ਹੀ ਨਾਲ ਇਹ ਜਲਾਲੂਦੀਨ ਖਿਲਜੀ ਦਾ ਉੱਤਰਾਧਿਕਾਰੀ ਬਣਿਆ ਸੀ। ਅਸਲ ਵਿੱਚ ਇਹ ਉਹਦਾ ਭਤੀਜਾ ਸੀਗਾ ਅਤੇ ਉਹਦਾ ਦਮਾਦ ਵੀ ਸੀਗਾ। ਠੀਕ ਆ, ਦੋ ਰਿਲੇਸ਼ਨ ਸੀ ਉਹਦੇ ਇਹਦੇ ਨਾਲ, ਅਤੇ ਉਹਦੀ ਮੌਤ ਤੋਂ ਬਾਅਦ ਇਹ ਉੱਤਰਾਧਿਕਾਰੀ ਬਣਿਆ ਸੀਗਾ। ਇਹ ਜਿਹੜੇ ਮੈਂ ਤੁਹਾਨੂੰ ਸਪੈਸ਼ਲ ਕਲਾਸਿਸ ਲਗਾ ਰਹੀ ਹਾਂ, ਇਹ ਮੇਰਾ ਪੜ੍ਹਾਉਣ ਦਾ ਮੋਟਿਵ ਇਹ ਆ ਕਿ ਜਦੋਂ ਆਪਾਂ ਇਹਨਾਂ ਬਾਰੇ ਸਟੋਰੀ ਟਾਈਪ ਡਿਟੇਲ ਨਾਲ ਪੜ੍ਹਿਆ ਹੋਊਗਾ ਤਾਂ ਆਪਾਂ ਨੂੰ ਕੁਐਸਚਨ ਸੀਰੀਜ਼ ਯਾਦ ਕਰਨੀਆਂ ਈਜ਼ੀ ਹੋ ਜਾਣਗੀਆਂ। ਠੀਕ ਹੈ, ਅਤੇ ਐਨ ਚੰਗੀ ਤਰ੍ਹਾਂ ਲਰਨ ਵੀ ਹੋ ਜਾਣਗੀਆਂ, ਕਿਉਂਕਿ ਆਪਾਂ ਇੱਕ ਵਾਰ ਸਾਰੀ ਸਟੋਰੀ ਸੁਣ ਲਈ ਨਾ, ਇਟ ਮੀਨਸ ਆਪਣੇ ਦਿਮਾਗ ਵਿੱਚ ਉਹਦੀ ਇੱਕ ਛਾਪ ਰਹਿ ਜਾਂਦੀ ਆ। ਠੀਕ ਹੈ, ਫਿਰ ਕੁਐਸਚਨ ਯਾਦ ਕਰਨੇ ਈਜ਼ੀ ਹੋ ਜਾਂਦੇ ਆ। ਤਾਂ ਆਓ ਦੇਖਦੇ ਹਾਂ ਅੱਗੇ ਅਲਾਉਦੀਨ ਖਿਲਜੀ ਦੇ ਬਾਰੇ। ਜਿਹੜਾ ਅਲਾਉਦੀਨ ਖਿਲਜੀ ਸੀ ਉਹਨੇ 1296 ਤੋਂ ਲੈ ਕੇ 1316 ਈਸਵੀ ਤੱਕ ਆ ਜਿਹੜਾ 20 ਸਾਲਾਂ ਤੱਕ ਰਾਜ ਕੀਤਾ ਵਾ। ਅਤੇ ਖਿਲਜੀ ਵੰਸ਼ ਦਾ ਜਿਹੜਾ ਇਤਿਹਾਸ ਦੱਸਣ ਵਾਲਾ ਸਭ ਤੋਂ ਮਹੱਤਵਪੂਰਨ ਸਰੋਤ ਆ ਉਹ ਹੈਗਾ ਜ਼ਿਆਉਦੀਨ ਵਰਨੀ ਦੀ ਰਚਨਾ। ਠੀਕ ਹੈ, ਜਿਹਦਾ ਨਾਂ ਹੈ ਤਰੀਖ-ਏ-ਫਿਰੋਜ਼ ਸ਼ਾਹੀ, ਜੀ ਤੋਂ ਆਪਾਂ ਨੂੰ ਖਿਲਜੀ ਵੰਸ਼ ਦੀ ਜਾਣਕਾਰੀ ਮਿਲਦੀ ਆ। ਅੱਗੇ ਹੈ ਅਲਾਉਦੀਨ ਖਿਲਜੀ ਦਾ ਮੁੱਢਲਾ ਜੀਵਨ। ਅਲਾਉਦੀਨ ਖਿਲਜੀ ਦਾ ਜਨਮ ਹੋਇਆ 22 ਅਕਤੂਬਰ 1267 ਈਸਵੀ ਨੂੰ। ਜਲਾਲੂਦੀਨ ਖਿਲਜੀ ਦਾ ਜਿਹੜਾ ਭਤੀਜਾ ਸੀ ਇਹ, ਅਤੇ ਨਾਲ ਹੀ ਨਾਲ ਉਹਦਾ ਜਵਾਈ ਵੀ ਸੀ। ਦੇਖੋ ਜਲਾਲੂਦੀਨ ਖਿਲਜੀ ਜਿਹੜਾ ਸੀ ਉਹਦੇ ਨਾਲ ਇਹਦੇ ਦੋ ਰਿਲੇਸ਼ਨ ਸੀਗੇ ਅਲਾਉਦੀਨ ਖਿਲਜੀ ਦੇ। ਪਹਿਲਾਂ ਤਾਂ ਇਹ ਉਹਦਾ ਭਤੀਜਾ ਸੀ, ਬਾਅਦ ਵਿੱਚ ਉਹਦਾ ਜਵਾਈ ਬਣ ਗਿਆ। ਅਤੇ ਅਲਾਉਦੀਨ ਖਿਲਜੀ ਆ ਜਿਹੜਾ ਉਹਦਾ ਅਸਲੀ ਨਾਮ ਸੀਗਾ ਅਲੀ ਗੁਰਸ਼ਸ਼ਪ। ਠੀਕ ਹੈ, ਅਸਲੀ ਨਾਮ ਕੀ ਸੀ? ਅਲੀ ਗੁਰਸ਼ਸ਼ਪ। ਇਹ ਚੀਜ਼ਾਂ ਨੇ ਜਿਹੜੀਆਂ ਮੈਂ ਅੰਡਰਲਾਈਨ ਕਰ ਰਹੀ ਹਾਂ ਜਾਂ ਰਾਊਂਡ ਕਰ ਰਹੀ ਹਾਂ, ਤੁਸੀਂ ਧਿਆਨ ਨਾਲ ਪੜ੍ਹਨੀਆਂ ਨੇ। ਉਸ ਦੇ ਪਿਤਾ ਦਾ ਨਾਂ ਸੀ ਸ਼ਹਾਬੂਦੀਨ ਖਿਲਜੀ। ਠੀਕ ਹੈ ਜੀ, ਅਲਾਉਦੀਨ ਖਿਲਜੀ ਦੇ ਪਿਤਾ ਦਾ ਨਾਮ ਕੀ ਸੀ? ਸ਼ਹਾਬੂਦੀਨ ਖਿਲਜੀ। ਸ਼ਹਾਬੂਦੀਨ ਖਿਲਜੀ ਜਿਹੜਾ ਸੀ ਉਹ ਜਲਾਲੂਦੀਨ ਖਿਲਜੀ ਦਾ ਵੱਡਾ ਭਰਾ ਸੀਗਾ। ਠੀਕ ਹੈ, ਕਿਸੇ ਕਾਰਨ ਉਹਦੀ ਮੌਤ ਹੋ ਗਈ ਸੀ, ਅਤੇ ਉਹ ਤੋਂ ਬਾਅਦ ਜਿਹੜਾ ਸੀਗਾ ਇਹਦਾ ਪਾਲਣ ਪੋਸ਼ਣ ਕਿਹਨੇ ਕੀਤਾ ਉਹ ਦੇਖਦੇ ਹਾਂ। ਛੋਟੀ ਉਮਰ ਵਿੱਚ ਪਿਤਾ ਦੀ ਮੌਤ ਹੋਣ ਕਰਕੇ ਅਲਾਉਦੀਨ ਦਾ ਪਾਲਣ ਪੋਸ਼ਣ ਉਸਦੇ ਚਾਚਾ ਜਲਾਲੂਦੀਨ ਨੇ ਕੀਤਾ। ਦੇਖੋ ਹੁਣ ਅਲਾਉਦੀਨ ਦੇ ਪਿਤਾ ਜਿਹੜੇ ਸ਼ਹਾਬੂਦੀਨ ਸੀਗੇ ਜਲਾਲੂਦੀਨ ਦੇ ਵੱਡੇ ਭਰਾ ਸੀਗੇ। ਠੀਕ ਆ, ਉਹਨਾਂ ਦੀ ਮੌਤ ਹੋ ਗਈ ਸੀ, ਐਂਡ ਉਹਨਾਂ ਦੀ ਮੌਤ ਤੋਂ ਬਾਅਦ ਇਹਦਾ ਪਾਲਣ ਪੋਸ਼ਣ ਕਿਹਨੇ ਕੀਤਾ? ਜਲਾਲੂਦੀਨ ਖਿਲਜੀ ਨੇ ਕੀਤਾ। ਅੱਗੇ ਕੰਟੀਨਿਊ ਕਰਦੇ ਹਾਂ। ਅਲਾਉਦੀਨ ਜਿਹੜਾ ਇਹੋ ਜਿਹਾ ਸ਼ਾਸਕ ਸੀਗਾ ਕਿ ਇਹ ਜੀਵਨ ਭਰ ਅਨਪੜ੍ਹ ਰਿਹਾ, ਪਰੰਤੂ ਫਿਰ ਵੀ ਉਸਨੇ ਅਸਤਰ ਸ਼ਸਤਰ ਚਲਾਉਣ ਦੀ ਜਿਹੜੀ ਵਿੱਦਿਆ ਸੀ ਹਾਸਲ ਕਰ ਲਈ ਸੀ। ਦੇਖੋ ਪੜ੍ਹਾਈ ਲਿਖਾਈ ਦੇ ਪੱਖੋਂ ਤਾਂ ਉਹ ਅਨਪੜ੍ਹ ਰਿਹਾ ਬਿਲਕੁਲ, ਬਟ ਉਹਨੇ ਕੀ ਸੀਗਾ ਕਿ ਜਿਹੜੀ ਸੈਨਿਕ ਸਿੱਖਿਆ ਸੀਗੀ ਉਹ ਚੰਗੀ ਤਰ੍ਹਾਂ ਹਾਸਲ ਕਰ ਲਈ ਸੀਗੀ। ਅਤੇ ਵੱਡਾ ਹੋਣ 'ਤੇ ਅਲਾਉਦੀਨ ਇੱਕ ਜਿਹੜਾ ਸੀ ਸੂਰਵੀਰ ਯੋਧਾ ਸਾਬਤ ਹੋਇਆ। ਜਲਾਲੂਦੀਨ ਨੇ ਆਪਣੀ ਇੱਕ ਪੁੱਤਰੀ ਦਾ ਵਿਆਹ ਅਲਾਉਦੀਨ ਨਾਲ ਕੀਤਾ ਅਤੇ ਦੂਜੀ ਪੁੱਤਰੀ ਦਾ ਵਿਆਹ ਉਸਦੇ ਛੋਟੇ ਭਰਾ ਅਲਮਾਸ ਬੇਗ ਨਾਲ ਕਰ ਦਿੱਤਾ। ਦੇਖੋ ਜਲਾਲੂਦੀਨ ਨੇ ਕੀ ਕੀਤਾ ਕਿ ਆਪਣੀ ਇੱਕ ਪੁੱਤਰੀ ਦਾ ਵਿਆਹ ਤਾਂ ਅਲਾਉਦੀਨ ਨਾਲ ਕਰਤਾ, ਦੂਜੀ ਦਾ ਅਲਾਉਦੀਨ ਦੇ ਛੋਟੇ ਭਰਾ ਅਲਮਾਸ ਬੇਗ ਨਾਲ ਕਰਤਾ। ਹੁਣ ਅੱਗੇ ਹੈ ਅਲਾਉਦੀਨ ਦੀਆਂ ਪਤਨੀਆਂ। ਉਹਦੀਆਂ 3 ਪਤਨੀਆਂ ਦਾ ਜਿਹੜਾ ਹੈਗਾ ਜ਼ਿਕਰ ਆਇਆ ਵਾ। ਪਹਿਲਾ ਹੈ ਮਲਿਕਾ-ਏ-ਜਹਾਂ, ਇਹ ਹੈਗੀ ਆ ਜਲਾਲੂਦੀਨ ਦੀ ਪੁੱਤਰੀ। ਅੱਗੇ ਹੈ ਮੇਹਰੂ, ਇਹ ਸੀਗੀ ਅਲਪ ਖਾਨ ਦੀ ਪੁੱਤਰੀ। ਫਿਰ ਹੈ ਕਮਲਾ ਦੇਵੀ, ਜਿਹੜੀ ਰਾਜਪੂਤ ਰਾਜਾ ਕਰਨ ਦੀ ਪਹਿਲੀ ਪਤਨੀ ਸੀ। ਇਹ ਇੱਥੇ ਤੱਕ ਕਿਵੇਂ ਪਹੁੰਚੀ ਇਹਦੇ ਬਾਰੇ ਮੈਂ ਤੁਹਾਨੂੰ ਜਦੋਂ ਉਹਦੇ ਹਮਲੇ ਬਾਰੇ ਪੜ੍ਹਾਉਂਗੀ ਉਦੋਂ ਦੱਸੂੰਗੀ। ਅੱਗੇ ਹੈ ਅਲਾਉਦੀਨ ਦੀ ਸੰਤਾਨ। ਜਿਹੜਾ ਅਲਾਉਦੀਨ ਖਿਲਜੀ ਸੀ ਉਹਦੇ 4 ਪੁੱਤਰ ਸੀਗੇ। ਕਿਹੜੇ ਕਿਹੜੇ? ਖਿਜ਼ਰ ਖਾਨ, ਸ਼ਾਦੀ ਖਾਨ, ਕੁਤਬਦੀਨ ਮੁਬਾਰਕ ਸ਼ਾਹ, ਸ਼ਹਾਬੂਦੀਨ ਉਮਰ। ਇਹ ਚਾਰੇ ਦੇ ਚਾਰੇ ਜਿਹੜੇ ਸੀਗੇ ਕਮਜ਼ੋਰ ਸ਼ਾਸਕ ਸੀਗੇ, ਜਿਨ੍ਹਾਂ ਦੀ ਵਜ੍ਹਾ ਨਾਲ ਕੀ ਸੀ ਕਿ ਜਿਹੜਾ ਖਿਲਜੀ ਵੰਸ਼ ਸੀ ਉਹਦਾ ਪਤਨ ਹੋ ਗਿਆ ਸੀ। ਹੁਣ ਅੱਗੇ ਹੈ ਖਿਲਜੀ ਕ੍ਰਾਂਤੀ ਵਿੱਚ ਯੋਗਦਾਨ। ਅਲਾਉਦੀਨ ਆ ਜਿਹੜਾ ਉਹਨੇ ਖਿਲਜੀ ਕ੍ਰਾਂਤੀ ਵਿੱਚ ਕੀ ਯੋਗਦਾਨ ਪਾਇਆ? ਸੁਲਤਾਨ ਕੈਕੂਬਾਦ ਦੇ ਸਮੇਂ ਤੁਰਕੀ ਸਰਦਾਰਾਂ ਦਾ ਸਫਲਤਾਪੂਰਵਕ ਵਿਰੋਧ ਕਰਨ ਵਿੱਚ ਉਸਨੇ ਆਪਣੇ ਚਾਚੇ ਜਲਾਲੂਦੀਨ ਦੀ ਸਹਾਇਤਾ ਕੀਤੀ। ਦੇਖੋ ਜਿਹੜਾ ਜਲਾਲੂਦੀਨ ਸੀ ਉਹ ਕੈਕੂਬਾਦ ਦੇ ਜਿਹੜਾ ਸੀਗਾ ਸੇਵਾ ਵਿੱਚ ਇੱਕ ਸੈਨਿਕ ਹੁੰਦਾ ਸੀਗਾ। ਠੀਕ ਆ, ਅਤੇ ਜਦੋਂ ਉਹਨੇ ਮਤਲਬ ਤੁਰਕੀ ਸਰਦਾਰਾਂ ਦਾ ਵਿਰੋਧ ਕੀਤਾ ਸੀ ਤਾਂ ਜਿਹੜਾ ਅਲਾਉਦੀਨ ਸੀ ਉਹਨੇ ਵੀ ਆਪਦੇ ਚਾਚੇ ਦੀ ਸਹਾਇਤਾ ਕੀਤੀ ਸੀਗੀ। ਅੱਗੇ ਹੈ ਖਲਜੀ ਕ੍ਰਾਂਤੀ ਵਿੱਚ ਉਸਨੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਜਲਾਲੂਦੀਨ ਨੇ ਪ੍ਰਸੰਨ ਹੋ ਕੇ ਕੀ ਕੀਤਾ ਕਿ ਜੂਨ 1290 ਵਿੱਚ, ਠੀਕ ਆ, ਆਪਣੀ ਜਦੋਂ ਉਹਦੀ ਤਖ਼ਤ ਨਸ਼ੀਨੀ ਹੋਈ ਜਲਾਲੂਦੀਨ ਖਿਲਜੀ ਦੀ, ਤਾਂ ਉਹਨੇ ਅਲਾਉਦੀਨ ਨੂੰ ਅਮੀਰ-ਏ-ਤੁਜ਼ਕ ਦੀ ਪਦਵੀ ਪ੍ਰਦਾਨ ਕੀਤੀ। ਹੁਣ ਦੇਖੋ ਇੱਥੇ ਕੁਐਸਚਨ ਇਹ ਬਣ ਸਕਦਾ ਕਿ ਅਲਾਉਦੀਨ ਨੂੰ ਅਮੀਰ-ਏ-ਤੁਜ਼ਕ ਦੀ ਪਦਵੀ ਕਿਹਨੇ ਪ੍ਰਦਾਨ ਕੀਤੀ? ਜਲਾਲੂਦੀਨ ਨੇ। ਜਾਂ ਇੱਕ ਕੁਐਸਚਨ ਇਹ ਬਣ ਸਕਦਾ ਵੀ ਜਲਾਲੂਦੀਨ ਨੇ ਅਲਾਉਦੀਨ ਨੂੰ ਕਿਹੜੀ ਪਦਵੀ ਦਿੱਤੀ? ਅਮੀਰ-ਏ-ਤੁਜ਼ਕ ਦੀ। ਕਦੋਂ ਦਿੱਤੀ?
ਜੂਨ 1290 ਵਿੱਚ ਤਖ਼ਤ ਨਸ਼ੀਨੀ 'ਤੇ ਜਦੋਂ ਉਹ ਰਾਜਗੱਦੀ 'ਤੇ ਬੈਠਾ ਉਦੋਂ ਦਿੱਤੀ ਉਹਨੇ ਇਹ ਪਦਵੀ ਅਲਾਉਦੀਨ ਨੂੰ। ਅੱਗੇ ਹੈ 1290 ਈਸਵੀ ਵਿੱਚ ਅਲਾਉਦੀਨ ਦੁਆਰਾ ਮਾਲਿਕ ਛੱਜੂ ਨੂੰ ਹਰਾ ਕੇ ਬੰਦੀ ਬਣਾਉਣ ਉਪਰੰਤ ਜਲਾਲੁਦੀਨ ਨੇ ਅਲਾਉਦੀਨ ਨੂੰ ਕੜਾ ਮਾਨਿਕਪੁਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਹੁਣ ਦੇਖੋ ਪਹਿਲਾਂ ਉਹ ਉਪਾਧੀ ਲੈ ਲਈ ਅਲਾਉਦੀਨ ਸੀ ਕਿ ਦਿਨੋਂ ਦਿਨ ਵਧੀਆ ਕੰਮ ਕਰਦਾ ਜਾਂਦਾ ਸੀਗਾ, ਤਾਂ ਕਰਕੇ ਜਲਾਲੁਦੀਨ ਉਹ ਤੋਂ ਖੁਸ਼ ਹੋਈ ਜਾਂਦਾ ਸੀ ਅਤੇ ਉਹਦੀ ਪਦਵੀ ਗਾਂਹ ਦੀ ਗਾਂਹ ਵਧਾਈ ਜਾਂਦਾ ਸੀਗਾ। ਹੁਣ 1290 ਵਿੱਚ ਉਹਨੇ ਕੀ ਕੀਤਾ ਕਿ ਅਲਾਉਦੀਨ ਜਿਹੜਾ ਸੀਗਾ ਉਹਨੇ ਮਾਲਿਕ ਛੱਜੂ ਸੀਗਾ, ਠੀਕ ਆ, ਉਹਨੂੰ ਹਰਾ ਕੇ ਬੰਦੀ ਬਣਾ ਕੇ ਜਲਾਲੁਦੀਨ ਦੇ ਮੂਹਰੇ ਲਿਆਂਦਾ ਅਤੇ ਅਲਾਉਦੀਨ ਨੂੰ ਮਤਲਬ ਉਹਨੇ ਬਾਅਦ 'ਚ ਕੀ ਕੀਤਾ, ਜਲਾਲੁਦੀਨ ਨੇ ਖੁਸ਼ ਹੋ ਕੇ ਉਹਨੂੰ ਕੜਾ ਅਤੇ ਮਾਨਕਪੁਰ ਦੋਨੇ ਥਾਵਾਂ ਦਾ ਸੂਬੇਦਾਰ ਨਿਯੁਕਤ ਕਰਤਾ। ਫਿਰ 1 ਸਾਲ ਬਾਅਦ 1293 ਈਸਵੀ ਵਿੱਚ ਹੈ ਨਾ ਅੰਤ ਵਿੱਚ ਅਲਾਉਦੀਨ ਨੇ ਭੀਲਸਾ ਫਤਿਹ ਕਰ ਲਿਆ। ਭੀਲਸਾ ਦਾ ਜਿਹੜਾ ਕਿਲ੍ਹਾ ਸੀਗਾ ਉਹਨੇ ਜਿੱਤ ਲਿਆ ਅਤੇ ਉਸ ਪ੍ਰਦੇਸ਼ ਤੋਂ ਲੁੱਟਮਾਰ ਵਿੱਚ ਅਪਾਰ ਧਨ ਦੌਲਤ ਪ੍ਰਾਪਤ ਕੀਤੀ। ਜਿਹੜੀ ਉਹ ਧਨ ਦੌਲਤ ਪ੍ਰਾਪਤ ਕੀਤੀ ਸੀ ਉਹਦਾ ਕੁਝ ਭਾਗ ਉਹਨੇ ਜਲਾਲੁਦੀਨ ਨੂੰ ਵੀ ਦਿੱਤਾ ਸੀ। ਉਹਦੇ ਨਾਲ ਜਲਾਲੁਦੀਨ ਕੀ ਸੀਗਾ, ਖੁਸ਼ ਹੋ ਗਿਆ ਕਿ ਮੇਰੇ ਭਤੀਜੇ ਨੇ ਜਿਹੜਾ ਲੁੱਟਮਾਰ ਦਾ ਮਾਲ ਸੀ ਉਹਦੇ ਵਿੱਚ ਅੱਧਾ ਹਿੱਸਾ ਮੈਨੂੰ ਦਿੱਤਾ ਵਾ। ਖੁਸ਼ ਹੋ ਕੇ ਉਹਨੇ ਫਿਰ ਕੀ ਕੀਤਾ, ਜਲਾਲੁਦੀਨ ਨੇ ਖੁਸ਼ ਹੋ ਕੇ ਅਲਾਉਦੀਨ ਨੂੰ ਕੜਾ ਅਤੇ ਮਾਨਕਪੁਰ ਤੋਂ ਇਲਾਵਾ ਅਵਧ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਦੇਖੋ ਕੜਾ ਅਤੇ ਮਾਨਕਪੁਰ ਦਾ ਤਾਂ ਪਹਿਲਾਂ ਹੀ ਸੂਬੇਦਾਰ ਸੀ, ਹੁਣ ਜਦੋਂ ਉਹਨੂੰ ਅੱਧੇ ਲੁੱਟ ਦਾ ਅੱਧਾ ਧਨ ਮਿਲ ਗਿਆ ਤਾਂ ਉਹਨੇ ਕੀ ਕੀਤਾ ਕਿ ਉਹਨੂੰ ਅਵਧ ਦਾ ਵੀ ਸੂਬੇਦਾਰ ਬਣਾ ਤਾ। ਅੱਗੇ ਹੈ ਅਲਾਉਦੀਨ ਖਿਲਜੀ ਨੇ ਜਲਾਲੁਦੀਨ ਦੀ ਆਗਿਆ ਤੋਂ ਬਿਨਾਂ ਦੇਵਗਿਰੀ 'ਤੇ ਹਮਲਾ ਕੀਤਾ ਅਤੇ ਅਪਾਰ ਧਨ ਦੌਲਤ ਪ੍ਰਾਪਤ ਕੀਤਾ। ਹੁਣ ਦੇਖੋ ਜਲਾਲੁਦੀਨ ਜਿਹੜਾ ਸੀਗਾ ਧਨ ਜਾਂ ਪੈਸੇ ਦੇ ਲਾਲਚ ਵਿੱਚ ਖੁਸ਼ ਹੋਈ ਜਾ ਰਿਹਾ ਸੀਗਾ ਆਪਦੀ ਭਤੀਜੇ ਦੀ ਤਰੱਕੀ 'ਤੇ ਇੱਕ ਦਿਨ ਐਸਾ ਆਇਆ ਕਿ ਉਹਨੇ ਕੀ ਕੀਤਾ ਕਿ ਉਹਨੇ ਬਿਨਾਂ ਉਹਦੀ ਆਗਿਆ ਤੋਂ ਦੇਵਗਿਰੀ ਉੱਤੇ ਹਮਲਾ ਕਰ ਦਿੱਤਾ ਅਤੇ ਬਹੁਤ ਸਾਰਾ ਧਨ ਦੌਲਤ ਜਿਹੜਾ ਸੀ ਉੱਥੋਂ ਪ੍ਰਾਪਤ ਕੀਤਾ ਸੀ। ਥੋੜ੍ਹਾ ਟਾਈਮ ਤਾਂ ਜਿਹੜਾ ਜਲਾਲੁਦੀਨ ਸੀ ਉਹ ਤੋਂ ਨਾਰਾਜ਼ ਰਿਹਾ, ਪਰ ਜਿਹੜਾ ਇਹਦਾ ਭਰਾ ਸੀਗਾ, ਠੀਕ ਆ, ਉਹਦੇ ਕਹਿਣ 'ਤੇ ਇਹ ਅਲਾਉਦੀਨ ਨੂੰ ਮਿਲਣ ਲਈ ਰਾਜ਼ੀ ਹੋ ਗਿਆ ਸੀਗਾ। ਦੇਖਦੇ ਹਾਂ ਫਿਰ ਅੱਗੇ ਕੀ ਹੋਇਆ। ਆ ਦੇਖੋ ਉਹਦਾ ਭਰਾ ਸੀ ਉਲਗੂ ਖਾਂ ਦੀ ਸਲਾਹ ਮੰਨਦੇ ਹੋਏ ਜਲਾਲੁਦੀਨ ਉਸ ਨੂੰ ਵਧਾਈ ਦੇਣ ਅਤੇ ਦੱਖਣ ਤੋਂ ਪ੍ਰਾਪਤ ਹੋਏ ਧਨ ਦਾ ਕੁਝ ਹਿੱਸਾ ਲੈਣ ਦੇ ਉਦੇਸ਼ ਨਾਲ ਕੜਾ ਨੂੰ ਰਵਾਨਾ ਹੋਇਆ। ਦੇਖੋ ਉਲਗੂ ਖਾਂ ਨੇ ਉਹਨੂੰ ਸਲਾਹ ਦਿੱਤੀ ਵੀ ਜਿਹੜਾ ਅਲਾਉਦੀਨ ਆ ਉਹਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ, ਤੈਨੂੰ ਮਿਲਣਾ ਚਾਹੁੰਦਾ ਵਾ, ਤੈਨੂੰ ਅੱਧਾ ਧਨ ਦੇਣਾ ਚਾਹੁੰਦਾ ਵਾ। ਜਦੋਂ ਜਲਾਲੁਦੀਨ ਉਹਦੀ ਸਲਾਹ ਮੰਨ ਕੇ ਉਹਨੂੰ ਮਿਲਣ ਲਈ ਗਿਆ, ਠੀਕ ਆ, ਕਿੱਥੇ ਗਿਆ, ਕੜਾ ਨਾਂ ਦੇ ਸਥਾਨ 'ਤੇ, ਤਾਂ ਅਲਾਉਦੀਨ ਦੇ 2 ਸੈਨਿਕਾਂ ਨੇ ਵਾਰ ਕਰਕੇ ਜਲਾਲੁਦੀਨ ਦੀ ਹੱਤਿਆ ਕਰ ਦਿੱਤੀ ਅਤੇ ਧੋਖੇ ਨਾਲ ਉਹਨੇ ਜਲਾਲੁਦੀਨ ਨੂੰ ਮਰਵਾਤਾ ਅਲਾਉਦੀਨ ਖਿਲਜੀ ਨੇ। ਹੁਣ ਅੱਗੇ 20 ਜੁਲਾਈ 1296 ਈਸਵੀ ਨੂੰ ਅਲਾਉਦੀਨ ਨੇ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ। ਉਹਨੂੰ ਮਰਵਾਉਣ ਤੋਂ ਬਾਅਦ ਹੁਣ ਇਹਨੇ ਕਦੋਂ 20 ਜੁਲਾਈ 1296 ਈਸਵੀ ਨੂੰ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰਤਾ। ਸੁਲਤਾਨ ਘੋਸ਼ਿਤ ਕਰਕੇ ਇਹਨੇ ਕੀ ਕੀਤਾ ਕਿ ਕੜਾ ਦੀ ਗੱਦੀ ਉੱਤੇ ਬੈਠਣ ਤੋਂ ਬਾਅਦ ਅਲਾਉਦੀਨ ਨੇ ਸ਼ਕਤੀਸ਼ਾਲੀ ਸੈਨਾ ਤਿਆਰ ਕਰਕੇ ਦਿੱਲੀ ਵੱਲ ਕੂਚ ਕੀਤਾ। ਠੀਕ ਹੈ, ਦੇਖੋ ਇਹਨੇ ਆਪਣੀ ਜਿਹੜੀ ਰਾਜਿਆ ਅਭਿਸ਼ੇਕ ਸੀਗਾ ਪਹਿਲਾਂ ਕੜਾ ਵਿੱਚ ਕੀਤਾ ਸੀ, ਕੜਾ ਵਿਖੇ ਜਿਹੜਾ ਸੀ ਇਹ ਗੱਦੀ ਉੱਤੇ ਬੈਠਿਆ ਸੀ, ਦਿੱਲੀ ਵਿੱਚ ਨਹੀਂ ਬੈਠਿਆ ਸੀ। ਬਾਅਦ 'ਚ ਇਹਨੇ ਕੀ ਕੀਤਾ, ਕਿਉਂਕਿ ਕੜਾ ਵਿੱਚ ਤਾਂ ਜਿਹੜੀ ਸੀ ਜਲਾਲੁਦੀਨ ਦੀ ਵਿਧਵਾ ਪਤਨੀ ਸੀਗੀ, ਠੀਕ ਆ, ਉਹਨੇ ਆਪਣੇ ਛੋਟੇ ਪੁੱਤਰ ਨੂੰ ਨਿਯੁਕਤ ਕੀਤਾ ਹੋਇਆ ਸੀ। ਉਹਦੇ ਬਾਰੇ ਮੈਂ ਤੁਹਾਨੂੰ ਅੱਗੇ ਪੜ੍ਹਾਉਂਦੀ ਹਾਂ, ਅਗਲੇ ਪੈਸੇ 'ਚ ਹੀ ਪੜ੍ਹਨਾ ਆਪਾਂ। ਅਤੇ ਇਹ ਜਿਹੜਾ ਸੀ ਹੁਣ ਇਹਨੇ ਆਪਦੇ ਵੱਲ ਥੋੜ੍ਹੀ ਬਹੁਤੀ ਸੈਨਾ ਤਿਆਰ ਕਰਕੇ ਦਿੱਲੀ ਵੱਲ ਜਿਹੜਾ ਸੀ ਜਾਣਾ ਆਰੰਭ ਕਰਨਾ ਸ਼ੁਰੂ ਕਰਤਾ ਸੀਗਾ। ਉੱਧਰ ਦੂਜੇ ਪਾਸੇ ਜਲਾਲੁਦੀਨ ਦੀ ਪਤਨੀ ਜਿਹੜੀ ਸੀ ਮਾਲਿਕਾ ਜਹਾਂ ਨੇ ਆਪਣੇ ਵੱਡੇ ਅਤੇ ਯੋਗ ਪੁੱਤਰ ਅਰਕਲੀ ਖਾਂ ਨੂੰ ਮੁਲਤਾਨ ਦਾ ਗਵਰਨਰ ਬਣਾ ਕੇ ਭੇਜਤਾ। ਦੇਖੋ ਜਿਹੜਾ ਉਹਦਾ ਵੱਡਾ ਪੁੱਤਰ ਸੀ ਨਾਲੇ ਯੋਗ ਸੀ ਅਰਕਲੀ ਖਾਂ, ਉਹਨੂੰ ਤਾਂ ਉਹਨੇ ਮੁਲਤਾਨ ਦਾ ਗਵਰਨਰ ਬਣਾ ਕੇ ਭੇਜਤਾ। ਠੀਕ, ਜਲਾਲੁਦੀਨ ਦੀ ਵਿਧਵਾ ਪਤਨੀ ਮਾਲਿਕਾ ਨੇ ਆਪਣੇ ਛੋਟੇ ਪੁੱਤਰ ਕਾਦਰ ਖਾਂ ਜਿਹੜਾ ਸੀਗਾ ਉਹਨੂੰ ਰੁਕਨੁਦੀਨ ਇਬਰਾਹਿਮ ਦੀ ਉਪਾਧੀ ਦੇ ਕੇ ਜਿਹੜਾ ਸੀ ਰਾਜਗੱਦੀ 'ਤੇ ਬਿਠਾਤਾ, ਦਿੱਲੀ ਦੀ ਰਾਜਗੱਦੀ 'ਤੇ। ਪਰ ਕੀ ਹੈ ਕਿ ਉਹ ਇਹਦੇ ਕਾਬਲ ਨਹੀਂ ਸੀਗਾ, ਕਿਉਂਕਿ ਉਹ ਇੱਕ ਕਮਜ਼ੋਰ ਸ਼ਾਸਕ ਸੀਗਾ। ਠੀਕ ਹੈ, ਉਹਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਅਲਾਉਦੀਨ ਦਾ ਸਾਹਮਣਾ ਕਰ ਸਕੇ। ਜਦੋਂ ਹੀ ਉਹਨੂੰ ਪਤਾ ਲੱਗਿਆ ਕਿ ਅਲਾਉਦੀਨ ਦਿੱਲੀ ਵੱਲ ਆ ਰਿਹਾ ਤਾਂ ਉਹਨੇ ਕੀ ਕੀਤਾ, ਜਿਹੜਾ ਕਾਦਰ ਖਾਂ ਸੀ ਆਪਣੀ ਮਾਤਾ ਮਲਿਕਾ ਅਤੇ ਅਹਿਮਦ ਚਾਹ ਅਤੇ ਮਲਿਕ ਕੁਤਬਦੀਨ ਅਲਬੀ ਨੂੰ ਨਾਲ ਲੈ ਕੇ ਮੁਲਤਾਨ ਵੱਲ ਦੌੜ ਗਿਆ। ਉਹ ਬਿਨਾਂ ਕਿਸੇ ਦਾ ਸਾਹਮਣਾ ਕੀਤੇ ਆਪਣੇ ਭਰਾ ਅਰਕਲੀ ਖਾਨ ਕੋਲ ਚਲਿਆ ਗਿਆ। ਠੀਕ ਹੈ, ਉਹਨੂੰ ਲੱਗਦਾ ਸੀ ਵੀ ਸ਼ਾਇਦ ਉੱਥੇ ਜਾ ਕੇ ਮੈਂ ਅਲਾਉਦੀਨ ਦੇ ਹੱਥੋਂ ਬਚ ਜਾਊਂਗਾ, ਪਰ ਅਲਾਉਦੀਨ ਜਿਹੜਾ ਸੀ ਉਹ ਹੱਥ ਧੋ ਕੇ ਇਹਨਾਂ ਦੇ ਬਾਦ ਪਿਆ ਹੋਇਆ ਸੀ, ਕਿਉਂਕਿ ਉਹਨੇ ਸੋਚਿਆ ਹੋਇਆ ਸੀ ਕਿ ਮੈਂ ਜਲਾਲੁਦੀਨ ਦੇ ਪਰਿਵਾਰ ਦਾ ਬਿਲਕੁਲ ਖਾਤਮਾ ਕਰਨਾ ਵਾ। ਜਦੋਂ ਅਲਾਉਦੀਨ ਨੂੰ ਪਤਾ ਲੱਗਿਆ ਤਾਂ ਉਹਨੇ ਆਪਣੇ ਜਿਹੜੇ 2 ਸੂਰਬੀਰ ਸੈਨਾਪਤੀ ਸੀ ਉਹਨਾਂ ਦੀ ਡਿਊਟੀ ਲੈਤੀ। ਉਹ ਸੀਗੇ ਦੋਨੇ ਜਾਣੇ, ਉਹਨਾਂ ਦੇ ਨਾਮ ਯਾਦ ਰੱਖਣੇ ਆ, ਉਲਗ ਖਾਂ, ਦੂਜਾ ਸੀਗਾ ਜ਼ਫਰ ਖਾਂ। ਠੀਕ ਹੈ, ਇਹਨਾਂ ਦੋਨਾਂ ਦੀ ਡਿਊਟੀ ਲੈਤੀ ਕਿ ਤੁਸੀਂ ਜਲਾਲੁਦੀਨ ਦੇ ਪਰਿਵਾਰ ਦਾ ਬਿਲਕੁਲ ਸਫਾਇਆ ਕਰਨਾ ਵਾ। ਹੁਣ ਇਹਨਾਂ ਦੋਨਾਂ ਨੇ ਅੱਗੇ ਕੀ ਕੀਤਾ ਕਿ 30,000 ਤੋਂ ਲੈ ਕੇ 40,000 ਤੱਕ ਦੀ ਜਿਹੜੀ ਸੀ ਗਿਣਤੀ ਵਿੱਚ ਸੈਨਿਕਾਂ ਨਾਲ ਮੁਲਤਾਨ ਵੱਲ ਤੁਰ ਪਏ। ਇਹ ਅਰਕਲੀ ਖਾਨ ਨੇ ਥੋੜ੍ਹਾ ਸਮਾਂ ਤਾਂ ਮਤਲਬ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ,
ਬਟ ਬਾਅਦ ਵਿੱਚ ਕੀ ਹੋਇਆ ਕਿ ਉਹਦਾ ਜਿਹੜਾ ਕੋਤਵਾਲ ਸੀਗਾ ਅਤੇ ਜਾਂ ਜਿਹੜੇ ਹੋਰ ਸਰਦਾਰ ਸੀਗੇ, ਠੀਕ ਆ, ਉਹ ਦੁਸ਼ਮਣਾਂ ਦੇ ਨਾਲ ਮਿਲ ਗਏ ਅਤੇ ਅਰਕਲੀ ਖਾਂ ਜਿਹੜਾ ਸੀ ਉਹਨੂੰ ਹਾਰ ਦਾ ਮੂੰਹ ਦੇਖਣਾ ਪੈ ਗਿਆ। ਹਾਰਨ ਤੋਂ ਬਾਅਦ ਕੀ ਸੀਗਾ ਕਿ ਅਰਕਲੀ ਖਾਂ ਅਤੇ ਕਾਦਰ ਖਾਂ ਅਤੇ ਨਾਲ ਹੀ ਉਹਨਾਂ ਦੀ ਮਾਂ ਜਿਹੜੀ ਸੀ ਮਲਕਾ, ਤਿੰਨਾਂ ਨੂੰ ਬੰਦੀ ਬਣਾ ਲਿਆ ਗਿਆ। ਫਿਰ ਅਲਾਉਦੀਨ ਨੇ ਅੱਗੇ ਹੋਰ ਆਦੇਸ਼ ਦਿੱਤਾ। ਹੋਰ ਆਦੇਸ਼ ਉਹਨੇ ਕੀ ਦਿੱਤਾ ਕਿ ਜਿਹੜਾ ਅਰਕਲੀ ਖਾਂ ਵਾ ਅਤੇ ਜਿਹੜਾ ਰੁਕਨੁਦੀਨ ਇਬਰਾਹਿਮ ਸੀਗਾ, ਇਹਨਾਂ ਦੋਨਾਂ ਭਰਾਵਾਂ ਨੂੰ ਅੰਨੇ ਕਰਕੇ ਸੀਗਾ ਕੈਦ ਕਰਵਾਤਾ ਹਾਂਸੀ ਦੇ ਕਿਲ੍ਹੇ ਵਿੱਚ, ਠੀਕ ਆ, ਬੰਦੀ ਬਣਾ ਕੇ। ਅਤੇ ਇਹ ਤੋਂ ਬਾਅਦ ਅਰਕਲੀ ਖਾਂ ਦੇ ਜਿਹੜੇ ਪੁੱਤਰ ਸੀਗੇ ਉਹਨਾਂ ਦੀ ਉਹਨੇ ਹੱਤਿਆ ਕਰਵਾਤੀ। ਹੁਣ ਰਹਿ ਗਏ ਮਲਕਾ ਜਹਾਂ ਅਤੇ ਅਹਿਮਦ ਚਾਪ। ਇਹਨਾਂ ਦੋਨਾਂ ਨੂੰ ਵੀ ਅੰਨਾ ਕਰਵਾਤਾ, ਬਟ ਇਹਨਾਂ ਨੂੰ ਉਹਨਾਂ ਨਾਲੋਂ ਅਲੱਗ ਬੰਦ ਕੀਤਾ। ਕਿੱਥੇ ਲਿਆ ਕੇ ਬੰਦ ਕੀਤਾ ਇਹਨਾਂ ਨੂੰ? ਦਿੱਲੀ ਲਿਆ ਕੇ ਕੈਦਖਾਨੇ ਵਿੱਚ ਸੁੱਟਤਾ। ਅਤੇ ਇਹਨਾਂ ਨੂੰ ਸਾਰਿਆਂ ਦਾ ਸਫਾਇਆ ਕਰਨ ਤੋਂ ਬਾਅਦ ਹੁਣ ਰਹਿ ਗਏ ਸੀਗੇ ਤੁਰਕੀ ਸਰਦਾਰ। ਅਲਾਉਦੀਨ ਨੇ ਲੱਗਦੇ ਹੱਥੀ ਨਾਲ ਦੀ ਨਾਲ ਤੁਰਕੀ ਸਰਦਾਰਾਂ ਦਾ ਵੀ ਦਮਨ ਕਰਤਾ ਅਤੇ ਬਿਲਕੁਲ ਜਿਹੜਾ ਸੀ ਸੁਤੰਤਰ ਹੋ ਗਿਆ ਸੀ ਹੁਣ ਉਹ ਇਹਨਾਂ ਪੱਖੋਂ। ਹੁਣ ਫਿਰ 21 ਅਕਤੂਬਰ 1296 ਈਸਵੀ ਨੂੰ ਬਲਬਨ ਦੇ ਲਾਲ ਮਹਿਲ ਵਿੱਚ ਅਲਾਉਦੀਨ ਦੀ ਤਖ਼ਤਨਸ਼ੀਨੀ ਦੀ ਰਸਮ ਬੜੀ ਧੂਮਧਾਮ ਨਾਲ ਮਨਾਈ ਗਈ। ਦੇਖੋ ਸਾਰਾ ਬਿਲਕੁਲ ਫ੍ਰੀ ਹੋ ਕੇ ਉਹਨੇ ਕੀ ਕੀਤਾ ਕਿ ਹੁਣ 21 ਅਕਤੂਬਰ 1296 ਈਸਵੀ ਨੂੰ ਬਲਬਨ ਦਾ ਜਿਹੜਾ ਲਾਲ ਮਹਿਲ ਆ, ਠੀਕ ਆ, ਉੱਥੇ ਅਲਾਉਦੀਨ ਦੀ ਤਖ਼ਤਨਸ਼ੀਨੀ ਹੋਈ ਆ, ਬੜੀ ਧੂਮਧਾਮ ਨਾਲ ਹੋਈ ਆ। ਹੁਣ ਹੈਗਾ ਘੋਸ਼ਣਾ। ਦੇਖੋ ਜਦੋਂ ਹੀ ਉਹ ਗੱਦੀ 'ਤੇ ਬੈਠਾ ਨਾ, ਉਹਨੇ ਕੀ ਸੀਗਾ ਕਿ ਨਾਲ ਦੀ ਨਾਲ ਦੋ ਘੋਸ਼ਣਾਵਾਂ ਕਰਤੀਆਂ। ਪਹਿਲੀ ਘੋਸ਼ਣਾ ਕੀ ਕੀਤੀ? ਸਿਕੰਦਰ ਏ ਸਾਨੀ ਦੀ ਉਪਾਧੀ ਧਾਰਨ ਕਰਨ ਵਾਲਾ। ਉਹਨੇ ਕਿਹਾ ਕਿ ਮੈਂ ਸਿਕੰਦਰ ਏ ਸਾਨੀ ਦੀ ਜਿਹੜੀ ਹੈਗੀ ਆ ਉਪਾਧੀ ਧਾਰਨ ਕਰਨਾ ਚਾਹੁੰਦਾ, ਮਤਲਬ ਕਿ ਮੈਂ ਜਿਹੜਾ ਹੈਗਾ ਸੰਸਾਰ ਦਾ ਅਗਲਾ ਸਿਕੰਦਰ ਬਣਨਾ ਚਾਹੁੰਦਾ ਵਾਂ, ਠੀਕ ਆ, ਮੈਂ ਵਿਸ਼ਵ ਵਿਜੇਤਾ ਬਣਨਾ ਚਾਹੁੰਦਾ, ਕਹਿੰਦਾ ਮੈਂ ਪੂਰੇ ਵਰਲਡ ਨੂੰ ਜਿੱਤਣਾ ਚਾਹੁੰਦਾ ਵਾ। ਆ ਦੇਖੋ ਸਿਕੰਦਰ ਏ ਸਾਨੀ ਦਾ ਅਰਥ ਕੀ ਆ? ਵਿਸ਼ਵ ਦਾ ਸੁਲਤਾਨ, ਜਾਂ ਹੈਗਾ ਦੂਜਾ ਸਿਕੰਦਰ, ਕਿਉਂਕਿ ਸਾਨੀ ਵਰਡ ਆ ਜਿਹੜਾ ਉਹਦਾ ਅਰਥ ਹੈਗਾ ਦੂਜਾ, ਠੀਕ ਹੈ। ਸਿਕੰਦਰ ਰਾਜਾ ਜਿਹੜਾ ਸੀਗਾ, ਠੀਕ ਹੈ, ਸਿਕੰਦਰ ਦਾ ਮਹਾਨ, ਉਹ ਬਣਨਾ ਚਾਹੁੰਦਾ ਸੀ ਉਹ। ਫਿਰ ਦੂਜੇ ਨੰਬਰ 'ਤੇ ਆ ਗਿਆ ਕਿ ਨਵੇਂ ਧਰਮ ਦੀ ਸ਼ੁਰੂਆਤ ਕਰਨ ਵਾਲਾ। ਉਹ ਚਾਹੁੰਦਾ ਸੀ ਵੀ ਜਿਵੇਂ ਮੁਹੰਮਦ ਸਾਹਿਬ ਨੇ ਇਸਲਾਮ ਧਰਮ ਦੀ ਸ਼ੁਰੂਆਤ ਕੀਤੀ ਹੈ, ਠੀਕ ਆ, ਈਸਾ ਮਸੀਹ ਜਿਹੜੇ ਸੀਗੇ ਉਹਨਾਂ ਨੇ ਈਸਾਈ ਧਰਮ ਦੀ ਸ਼ੁਰੂਆਤ ਕੀਤੀ ਹੈ, ਐਵੇਂ ਜਿਹੜਾ ਅਲਾਉਦੀਨ ਖਿਲਜੀ ਸੀ ਇਹ ਆਪਣੇ ਆਪ ਨੂੰ ਇੰਨਾ ਦੇਵੀ ਸ਼ਾਸਕ ਸਮਝਦਾ ਸੀ ਵੀ ਕਹਿੰਦਾ ਮੈਂ ਵੀ ਆਪਣਾ ਇੱਕ ਨਵਾਂ ਧਰਮ ਚਲਾਵਾਂ। ਸਾਰੀ ਜਨਤਾ ਨੇ ਤਾਂ ਉਹਦਾ ਪੱਖ ਦਿੱਤਾ ਹੈ ਨਾ, ਸਾਰੇ ਉਹਦੇ ਨਾਲ ਸੀਗੇ, ਬਟ ਇੱਕ ਸੀਗਾ ਉਹਦਾ ਦੋਸਤ ਵੀ ਅਤੇ ਦਿੱਲੀ ਦਾ ਕੋਤਵਾਲ, ਉਹਦਾ ਨਾਂ ਸੀ ਅਲਾਉਲ ਮੁਲਕ, ਠੀਕ ਆ। ਉਹਦੇ ਕਹਿਣ 'ਤੇ ਅਲਾਉਦੀਨ ਨੇ ਜਿਹੜਾ ਸੀ ਆਪਣਾ ਵਿਚਾਰ ਛੱਡਦਾ ਸੀ। ਕਿਵੇਂ ਛੱਡਿਆ? ਦੇਖੋ ਅਲਾਉਲ ਮੁਲਕ ਜਿਹੜਾ ਸੀਗਾ ਉਹ ਇਹਨੂੰ ਮਿਲਣ ਗਿਆ ਅਤੇ ਉਹਨੇ ਪੁੱਛਿਆ ਅਲਾਉਦੀਨ ਨੂੰ ਵੀ ਤੂੰ ਆ ਜਿਹੜਾ ਵਿਸ਼ਵ ਵਿਜੇਤਾ ਬਣਨਾ ਚਾਹੁੰਦਾ, ਦੂਜਾ ਸਿਕੰਦਰ ਬਣਨਾ ਚਾਹੁੰਦਾ, ਕਹਿੰਦਾ ਕੀ ਤੇਰਾ ਸਿਕੰਦਰ ਵਾਂਗ ਕੋਈ ਗੁਰੂ ਹੈਗਾ? ਜਿਵੇਂ ਸਿਕੰਦਰ ਦਾ ਗੁਰੂ ਕੌਣ ਸੀ? ਅਰਸਤੂ ਸੀ ਨਾ। ਸਿਕੰਦਰ ਤਾਂ ਸਿਰਫ ਇੱਕ ਮੋਹਰਾ ਸੀ, ਅਰਸਤੂ ਉਹਨੂੰ ਚਲਾ ਰਿਹਾ ਸੀਗਾ, ਤਾਂ ਕਰਕੇ ਉਹ ਵਿਸ਼ਵ ਵਿਜੇਤਾ ਬਣਿਆ ਸੀ। ਕਹਿੰਦਾ ਤੇਰਾ ਗੁਰੂ ਕੌਣ ਆ? ਇਹ ਸੋਚ ਕੇ ਅਲਾਉਦੀਨ ਸੋਚ ਵਿੱਚ ਪੈ ਗਿਆ, ਠੀਕ ਆ। ਜਦੋਂ ਉਹਨੇ ਇਹ ਗੱਲ ਕਹੀ ਤਾਂ ਸੁਣ ਕੇ ਉਹ ਸੋਚ ਵਿੱਚ ਪੈ ਗਿਆ ਅਤੇ ਉਹਨੇ ਆਪਣਾ ਇਹ ਵਿਚਾਰ ਤਿਆਗਤਾ। ਫਿਰ ਹੁਣ ਦੂਜਾ ਵਿਚਾਰ, ਠੀਕ ਆ, ਇਹਦੇ ਲਈ ਉਹਨੇ ਕਿਹਾ, ਅਲਾਉਲ ਮੁਲਕ ਨੇ ਉਹਨੂੰ ਕਿਹਾ ਵੀ ਜਿਹੜੇ ਨਵਾਂ ਧਰਮ ਚਲਾਉਂਦੇ ਨੇ, ਠੀਕ ਆ, ਉਹ ਪਰਮਾਤਮਾ ਉਹਨਾਂ ਨੂੰ ਪਹਿਲਾਂ ਹੀ ਪੈਦਾ ਕਰਦਾ, ਇਸ ਤਰ੍ਹਾਂ ਹੀ ਪੈਦਾ ਕਰਦਾ ਵਾ, ਉਹਨਾਂ ਵਿੱਚ ਉਹ ਕੁਆਲਿਟੀ ਹੁੰਦੀ ਆ, ਉਹਨਾਂ ਵਿੱਚ ਉਹ ਗੁਣ ਹੁੰਦਾ, ਉਹ ਦੇਵੀ ਸ਼ਕਤੀ ਹੁੰਦੀ ਹੈ। ਤੇਰੇ ਵਿੱਚ ਇਹੋ ਜਿਹੀ ਕੋਈ ਦੇਵੀ ਸ਼ਕਤੀ ਹੈ? ਕੀ ਤੂੰ ਕੋਈ ਇਹੋ ਜਿਹਾ ਕੰਮ ਕੀਤਾ? ਇਹ ਵੀ ਸੁਣ ਕੇ ਜਿਹੜਾ ਸੀ ਅਲਾਉਦੀਨ ਨੇ ਆਪਣੇ ਇਹ ਦੋਨੇ ਵਿਚਾਰ ਤਿਆਗ ਤੇ। ਦੂਜੀ ਗੱਲ ਇਹ ਸੀ ਕਿ ਜਿਹੜੇ ਉਲਮਾ ਸੀ ਉਹਨਾਂ ਨੇ ਵੀ ਉਹਦੀ ਇਸ ਗੱਲ ਦਾ ਵਿਰੋਧ ਕੀਤਾ ਸੀਗਾ। ਹੁਣ ਆ ਗਿਆ ਸ਼ਕਤੀਸ਼ਾਲੀ ਸੈਨਾ, ਠੀਕ ਹੈ। ਜਦੋਂ ਅਲਾਉਲ ਮੁਲਕ ਨੇ ਉਹਨੂੰ ਇਹ ਕਿਹਾ ਸੀ ਨਾ ਕਿ ਤੂੰ ਵਿਸ਼ਵ ਵਿਜੇਤਾ ਦਾ ਜਿਹੜਾ ਖਿਆਲ ਆ ਛੱਡ ਦੇ, ਕਿਉਂਕਿ ਤੂੰ ਤਾਂ ਜਿਹੜਾ ਹੈਗਾ ਹਾਲੇ ਤੱਕ ਪੂਰੇ ਭਾਰਤ ਨੂੰ ਵੀ ਨਹੀਂ ਜਿੱਤਿਆ, ਕਿਉਂਕਿ ਉਸ ਟਾਈਮ ਦੇ ਵਿੱਚ ਭਾਰਤ ਜਿਹੜਾ ਸੀ ਬਹੁਤ ਵੱਡਾ ਸੀ, ਕੋਈ ਛੋਟਾ ਨਹੀਂ ਸੀਗਾ। ਦਿੱਲੀ ਸਲਤਨਤ ਜਿਹੜਾ ਸੀ ਆਪਦੇ ਆਸ ਪਾਸ ਦੇ ਥੋੜ੍ਹੇ ਏਰੀਆ ਤੱਕ ਹੀ ਲਿਮਟਡ ਸੀਗਾ। ਦੱਖਣੀ ਭਾਰਤ ਸੀਗਾ ਜਾਂ ਉੱਤਰੀ ਭਾਰਤ ਦੇ ਹੋਰ ਵੀ ਬਹੁਤ ਇਲਾਕੇ ਹਾਲੇ ਤੱਕ ਕੀ ਸੀਗੇ, ਬਿਲਕੁਲ ਆਜ਼ਾਦ ਸੀ, ਜਿਨ੍ਹਾਂ ਤੱਕ ਉਹਦੀ ਹਾਲੇ ਪਹੁੰਚ ਨਹੀਂ ਹੋਈ ਸੀ। ਹੁਣ ਉਹਨੇ ਬੈਠ ਕੇ ਸੋਚਿਆ ਕਿ ਮੈਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੰਪੂਰਨ ਭਾਰਤ ਨੂੰ ਜਿੱਤ ਲੈਣਾ ਚਾਹੀਦਾ ਵਾ, ਠੀਕ ਆ। ਹੁਣ ਇਹ ਸੁਪਨਾ ਪੂਰਾ ਕਰਨ ਲਈ ਉਹਨੇ ਕੀ ਕੀਤਾ ਕਿ ਭਾਰਤ ਨੂੰ ਜਿੱਤਣ ਦਾ ਸੁਪਨਾ ਪੂਰਾ ਕਰਨ ਲਈ ਅਲਾਉਦੀਨ ਨੇ 4 ਲੱਖ ਸੈਨਿਕਾਂ ਦੀ ਸ਼ਕਤੀਸ਼ਾਲੀ ਸੈਨਾ ਤਿਆਰ ਕੀਤੀ। ਪਹਿਲਾਂ ਉਹਨਾਂ ਨੇ ਬੈਠ ਕੇ ਸੋਚਿਆ ਵੀ ਮੈਨੂੰ ਜਿਹੜਾ ਹੈਗਾ ਇੰਨਾ ਭਾਰਤ ਜਿੱਤਣ ਦੇ ਲਈ ਬਹੁਤ ਜ਼ਿਆਦਾ ਸੈਨਾ ਵੀ ਚਾਹੀਦੀ ਆ, ਠੀਕ ਆ, 4 ਲੱਖ ਦੇ ਕਰੀਬ ਜਿਹੜੀ ਸੈਨਾ ਚਾਹੀਦੀ ਆ। ਬਾਅਦ ਵਿੱਚ ਉਹਨੇ ਸੈਨਾ ਤਿਆਰ ਵੀ ਕਰ ਲਈ ਸੀ। ਹੁਣ ਸੈਨਾ ਨੂੰ ਤਿਆਰ ਕਰਨ ਤੋਂ ਬਾਅਦ ਜਿਹੜੀ ਪ੍ਰੋਬਲਮ ਸੀ ਉਹ ਸੀ ਕਿ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਸੀਗੀਆਂ, ਠੀਕ ਆ, ਇੰਨੀ ਸੈਨਾ ਨੂੰ ਤਨਖਾਹਾਂ ਦੇਣੀਆਂ ਸੀਗੀਆਂ। ਦੂਜੀ ਗੱਲ ਇਹ ਕਿ ਉਹ ਟੈਕਸ ਤਾਂ ਪਹਿਲਾਂ ਹੀ ਹਾਫ ਲੈ ਰਿਹਾ ਸੀਗਾ ਪੂਰੀ ਫਸਲ ਦਾ, ਅਤੇ ਹੁਣ ਉਹ ਸੋਚ ਵਿੱਚ ਪੈ ਗਿਆ। ਇਹ ਸੋਚ ਨੂੰ ਉਹਨੇ ਆਪਦੀ ਨੂੰ ਕਿਵੇਂ ਪੂਰਾ ਕੀਤਾ ਉਹ ਮੈਂ ਤੁਹਾਨੂੰ ਨੈਕਸਟ ਜਿਹੜਾ ਹੈਗਾ ਵਾ ਪੈਸੇਜ ਉਹਦੇ ਵਿੱਚ ਪੜ੍ਹਾਊਂਗੀ। ਪਹਿਲਾਂ ਆਪਾਂ ਦੇਖ ਲਈਏ ਕਿ ਉਹਨੇ ਜਿਹੜੀ ਸੈਨਾ ਬਣਾਈ ਸੀ, ਸੈਨਾ ਵਿੱਚ ਕੀ ਕੀ ਕੁਆਲਿਟੀਜ਼ ਸੀਗੀਆਂ।
ਅਲਾਉਦੀਨ ਖਿਲਜੀ ਸੈਨਿਕਾਂ ਨੂੰ ਜਿਹੜਾ ਸੀ ਨਗਦ ਤਨਖਾਹ ਦੇਣ ਵਾਲਾ ਸੀ, ਨਾਲ ਹੀ ਨਾਲ ਉਹ ਸਥਾਈ ਸੈਨਾ ਰੱਖਣ ਵਾਲਾ ਸੀਗਾ ਅਤੇ ਘੋੜੇ ਦਾਗਣ ਅਤੇ ਸੈਨਿਕ ਦਾ ਹੁਲੀਆ ਲਿਖਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸ਼ਾਸਕ ਵੀ ਕੌਣ ਸੀ? ਅਲਾਉਦੀਨ ਸੀਗਾ। ਘੋੜੇ ਦਾਗਣ ਦਾ ਇਹ ਹੁੰਦਾ ਸੀ ਵੀ ਜਿਹੜੇ ਸ਼ਾਹੀ ਘੋੜੇ ਹੁੰਦੇ ਸੀ ਉਹਨਾਂ 'ਤੇ ਇੱਕ ਵਿਸ਼ੇਸ਼ ਤਰ੍ਹਾਂ ਦੀ ਜਾਂ ਕੋਈ ਚਿੰਨ੍ਹ ਬਣਾ ਦਿੱਤਾ ਜਾਂਦਾ ਸੀਗਾ, ਜਿਹੜੀ ਉਹਨਾਂ ਦੀ ਨਿਸ਼ਾਨੀ ਹੁੰਦੀ ਸੀ ਵੀ ਇਹ ਸ਼ਾਹੀ ਘੋੜਾ ਵਾ। ਇਹ ਤਾਂ ਕੀਤਾ ਜਾਂਦਾ ਸੀ ਵੀ ਜਿਹੜਾ ਅਸਤਬਲ ਆ, ਠੀਕ ਆ, ਜਿਹੜੇ ਮਤਲਬ ਯੁੱਧ ਕਰਨ ਵਾਲੇ ਘੋੜੇ ਆ ਉਹਨਾਂ ਵਿੱਚ ਕੋਈ ਕਮਜ਼ੋਰ ਜਾਂ ਅਸਮਰੱਥ ਜਿਹੜਾ ਘੋੜਾ ਵਾ ਉਹ ਨਾ ਛੱਡ ਜਾਵੇ, ਠੀਕ ਆ। ਅੱਗੇ ਹੈ ਹੁਲੀਆ ਲਿਖਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸ਼ਾਸਕ, ਸੈਨਿਕਾਂ ਦਾ ਹੁਲੀਆ, ਠੀਕ ਆ, ਜਿਹਨੂੰ ਚਿਹਰਾ ਵੀ ਕਿਹਾ ਜਾਂਦਾ ਵਾ। ਇਹਦੇ ਵਿੱਚ ਕੀ ਸੀਗਾ ਕਿ ਸੈਨਿਕਾਂ ਦੀ ਬੋਡੀ 'ਤੇ ਕੋਈ ਨਿਸ਼ਾਨ ਹੁੰਦਾ ਸੀ ਜਾਂ ਜਿੱਦਾਂ ਦੀ ਵੀ ਉਹਨਾਂ ਦੀ ਦਿੱਖ ਹੁੰਦੀ ਸੀ, ਇਹ ਸਾਰੀ ਚੀਜ਼ ਨੋਟ ਕੀਤੀ ਹੁੰਦੀ ਸੀ ਤਾਂ ਕਿ ਜਿਹੜੇ ਸੈਨਿਕ ਆ ਉਹ ਆਪਣੀ ਥਾਂ 'ਤੇ ਜੇ ਬਿਮਾਰ ਹੋ ਜਾਣ, ਠੀਕ ਆ, ਜਾਂ ਉਹਨਾਂ ਨੂੰ ਕਿਸੇ ਕੰਮ ਜਾਣਾ ਪੈ ਜਾਵੇ, ਇਹ ਨਾ ਹੋਵੇ ਵੀ ਯੁੱਧ ਵਿੱਚ ਆਪਣੀ ਥਾਂ 'ਤੇ ਆਪਦੇ ਨੌਕਰਾਂ ਨੂੰ ਭੇਜ ਦੇਣ ਅਤੇ ਬਾਅਦ ਵਿੱਚ ਹਾਰ ਦਾ ਮੂੰਹ ਦੇਖਣਾ ਪਵੇ। ਤਾਂ ਕਰਕੇ ਜਿਹੜਾ ਸੀ ਉਹਨਾਂ ਦਾ ਹੁਲੀਆ ਨੋਟ ਕੀਤਾ ਜਾਂਦਾ ਸੀਗਾ। ਅਲਾਉਦੀਨ ਦੀ ਜਿਹੜੀ ਇਹ ਚਲਾਈ ਹੋਈ ਪ੍ਰਥਾ ਵਾ, ਹੁਲੀਆ ਪ੍ਰਥਾ ਜਾਂ ਚਿਹਰਾ ਪ੍ਰਥਾ, ਇਹ ਅੱਜ ਵੀ ਆਪਣੇ ਜਿਹੜੀ ਹੈਗੀ ਆ ਭਾਰਤੀ ਸੈਨਾ ਵਿੱਚ ਕੰਟੀਨਿਊ ਚੱਲ ਰਹੀ ਆ। ਹੁਣ ਵੀ ਜਿਹੜਾ ਹੈਗਾ ਸੈਨਿਕਾਂ ਦਾ ਹੁਲੀਆ ਰੱਖਿਆ ਜਾਂਦਾ ਵਾ। ਅੱਗੇ ਇਹ ਅਲਾਉਦੀਨ ਖਿਲਜੀ ਦੇ 4 ਪ੍ਰਸਿੱਧ ਸੈਨਾਪਤੀ, ਉਹਦੇ 4 ਪ੍ਰਸਿੱਧ ਸੈਨਾਪਤੀ ਕਿਹੜੇ ਕਿਹੜੇ ਨੇ? ਨੁਸਰਤ ਖਾਂ, ਉਲਗ ਖਾਂ, ਜ਼ਫਰ ਖਾਂ ਅਤੇ ਮਲਿਕ ਕਫੂਰ, ਠੀਕ ਆ। ਹੁਣ ਦੇਖੋ ਜਦੋਂ ਉਹਨੇ ਸੈਨਾ ਰੱਖ ਲਈ, ਹੁਣ ਜਿਹੜੀ ਸਮੱਸਿਆ ਸੀ ਕਿ ਸੈਨਾ ਨੂੰ ਵੇਤਨ ਦੇਣ ਦੀ, ਵੇਤਨ ਵੀ ਉਹ ਜਿਹੜਾ ਸੀ ਨਗਦ ਦਿੰਦਾ ਸੀਗਾ ਸੈਨਾ ਨੂੰ, ਠੀਕ ਆ। ਇਹ ਤੋਂ ਪਹਿਲਾਂ ਉਹਨੇ ਸੋਚਿਆ ਸੀ ਕਿ ਜਿਹੜਾ ਵੇਤਨ ਆ ਉਹ ਮੈਂ ਇਸ ਤਰ੍ਹਾਂ ਦੇਣਾ ਚਾਹੁੰਦਾ ਵੀ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਮੇਰੇ ਸੈਨਿਕਾਂ ਦੀਆਂ, ਮੈਂ ਉਹਨਾਂ ਨੂੰ ਇਸ ਤਰ੍ਹਾਂ ਦਾ ਵੇਤਨ ਦੇਣਾ ਚਾਹੁੰਦਾ ਵਾ। ਉਹਦੇ ਲਈ ਇਹਨੇ ਕੀ ਕੀਤਾ? ਦੇਖੋ ਪਹਿਲਾਂ ਉਹਦੀ ਆਮਦਨ ਦੇ ਸਾਧਨ ਕਿਹੜੇ ਕਿਹੜੇ ਸੀਗੇ, ਉਹਨੇ ਆਪਦੀ ਸਾਰੀ ਆਮਦਨ ਦੇ ਸਾਧਨਾਂ ਬਾਰੇ ਸੋਚਿਆ। ਖਿਰਾਜ ਜਾਂ ਭੂਮੀ ਕਰ ਸੀਗਾ ਜਿਹੜਾ 1/2 ਲੈਂਦਾ ਸੀ ਉਹ ਸਾਰੇ ਸ਼ਾਸਕਾਂ ਤੋਂ ਵੱਧ। ਫਿਰ ਜਜ਼ੀਆ ਕਰ ਜਿਹੜਾ ਸੀਗਾ ਗੈਰ ਮੁਸਲਮਾਨਾਂ ਤੋਂ ਜਾਂ ਹਿੰਦੂਆਂ ਤੋਂ ਲਿਆ ਜਾਂਦਾ ਸੀ। ਜ਼ਕਾਤ ਕਰ ਜਿਹੜਾ ਯਾਤਰਾ ਕਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ। ਖਮਸ ਜਿਹੜਾ ਹੁੰਦਾ ਸੀ 4/5 ਹਿੱਸਾ ਹੁੰਦਾ ਸੀਗਾ, ਲੁੱਟਿਆ ਹੋਇਆ ਧਨ ਹੁੰਦਾ ਸੀ ਇਹ। ਫਿਰ ਘਰੀ ਕਰ ਜਿਹੜਾ ਘਰਾਂ ਉੱਤੇ ਲਗਾਇਆ ਜਾਣ ਵਾਲਾ ਟੈਕਸ ਹੁੰਦਾ ਸੀਗਾ। ਇਹ ਤੋਂ ਬਾਅਦ ਆ ਗਿਆ ਚਾਰੀ ਕਰ ਜਿਹੜਾ ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਉੱਤੇ ਟੈਕਸ ਲੱਗਿਆ ਹੋਇਆ ਸੀਗਾ। ਜ਼ਬਤ ਕੀਤੀਆਂ ਗਈਆਂ ਜਗੀਰਾਂ ਆ ਗਈਆਂ। ਅਪਰਾਧੀਆਂ ਉੱਤੇ ਕੀਤੇ ਗਏ ਜੁਰਮਾਨੇ ਤੋਂ ਹੋ ਗਈ ਆਮਦਨ। ਸੀਮਾ ਸੁਲਕ ਤੋਂ ਆਮਦਨ ਹੋ ਗਈ। ਚੁੰਗੀ ਕਰ ਤੋਂ ਹੋ ਗਈ। ਸੁਲਤਾਨ ਨੂੰ ਭੇਟਾਂ ਪ੍ਰਾਪਤ ਹੁੰਦੀਆਂ ਜਿਹੜੀਆਂ, ਇਹ ਸਾਰੇ ਉਹਦੇ ਆਮਦਨ ਦੇ ਸਾਧਨ ਸੀਗੇ। ਹੁਣ ਉਹਨੇ ਕਿਹਾ ਵੀ ਮੈਂ ਆਪਦਾ ਵਿੱਤੀ ਪ੍ਰਬੰਧ ਆ ਜਿਹੜਾ ਉਹਨੂੰ ਸੈੱਟ ਕਰਾਂ ਤਾਂ ਹੀ ਮੈਂ ਸੈਨਿਕਾਂ ਨੂੰ ਵਧੀਆ ਤਨਖਾਹਾਂ ਦੇ ਸਕਦਾ ਵਾ। ਅਲਾਉਦੀਨ ਖਿਲਜੀ ਨੇ ਅਮੀਰਾਂ ਅਤੇ ਸਰਦਾਰਾਂ ਦੀਆਂ ਜਗੀਰਾਂ ਜੋ ਉਹਨਾਂ ਨੂੰ ਮਿਲਕ ਹੁੰਦੀ ਹੈ, ਸੰਪੱਤੀ ਸੀਗੀ ਉਹਨਾਂ ਦੀ, ਇਨਾਮ ਅਤੇ ਵੱਖ ਮਤਲਬ ਜਿਹੜੀਆਂ ਉਹਨਾਂ ਨੂੰ ਭੇਟ ਦੇ ਤੌਰ 'ਤੇ ਮਿਲੀਆਂ ਹੋਈਆਂ ਸੀ ਉਹ ਜ਼ਬਤ ਕਰ ਲਈਆਂ ਉਹਨੇ, ਕਿਉਂਕਿ ਉਹਨੇ ਆਪਦੀ ਇਨਕਮ ਦਾ ਸੋਰਸ ਤਾਂ ਵਧਾਉਣਾ ਹੀ ਸੀਗਾ। ਜਦੋਂ ਇੰਨੀ ਸੈਨਾ ਰੱਖਣੀ ਸੀਗੀ, 4 ਲੱਖ ਸੈਨਾ ਰੱਖਣੀ ਸੀਗੀ। ਅਲਾਉਦੀਨ ਖਿਲਜੀ ਦੇ ਸਮੇਂ ਵਿੱਚ ਉਪਜ ਦਾ ਜਿਹੜਾ ਸੀ 1/2 ਹਿੱਸਾ ਭੂਮੀ ਕਰ ਵਜੋਂ ਲਿਆ ਜਾਂਦਾ ਸੀਗਾ। ਹੋਰ ਵਧਾ ਨਹੀਂ ਸਕਦਾ ਸੀ ਕਿਉਂਕਿ ਉਹ ਤਾਂ ਪਹਿਲਾਂ ਹੀ ਅੱਧ ਲੈ ਰਿਹਾ ਸੀਗਾ, ਹੈ ਨਾ, ਭੂਮੀ ਕਰ। ਅਤੇ ਉਸ ਤੋਂ ਪਹਿਲਾਂ ਜਿਹੜਾ ਭੂਮੀ ਕਰ ਦੀ ਦਰ ਸੀ ਉਹ ਆਮ ਤੌਰ 'ਤੇ ਉਪਜ ਦਾ 1/4 ਜਾਂ 1/3 ਹਿੱਸਾ ਹੁੰਦੀ ਸੀ। ਸੁਲਤਾਨ ਨੇ ਦੀਵਾਨੇ ਮੁਸਤਕਰਾਜ ਨਾਮਕ ਇੱਕ ਵਿਸ਼ੇਸ਼ ਲਗਾਨ ਵਿਭਾਗ ਦੀ ਸਥਾਪਨਾ ਵੀ ਕੀਤੀ ਸੀਗੀ, ਜਿਹੜਾ ਕੀ ਸੀ, ਲਗਾਨ ਇਕੱਠਾ ਕਰਨ ਦਾ ਕੰਮ ਕਰਦੇ ਸੀ। ਅੱਗੇ ਆ ਗਿਆ ਭੂਮੀ ਸੰਬੰਧੀ ਸੁਧਾਰ। ਹੁਣ ਉਹਨੇ ਭੂਮੀ ਸੰਬੰਧੀ ਸੁਧਾਰ ਕੀਤੇ। ਅਲਾਉਦੀਨ ਨੇ ਸਾਰੇ ਅਮੀਰ ਸਰਦਾਰਾਂ ਅਤੇ ਧਾਰਮਿਕ ਵਰਗ ਦੇ ਆਗੂਆਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਜ਼ਬਤ ਕਰ ਲਈਆਂ ਸੀ। ਪਿੰਡਾਂ ਦੇ ਮੁਖੀਆ ਅਤੇ ਜ਼ਮੀਂਦਾਰਾਂ ਦੇ ਵਿਸ਼ੇਸ਼ ਅਧਿਕਾਰ ਵੀ ਖੋਹ ਲਏ ਗਏ ਸੀ। ਭੂਮੀ ਦੀ ਪਮਾਇਸ਼ ਕਰਨ ਦੇ ਲਈ ਜਿਹੜੀ ਪ੍ਰਥਾ ਪ੍ਰਚਲਿਤ ਕੀਤੀ ਸੀਗੀ, ਬਿਸਬਾ ਪ੍ਰਥਾ ਜਿਹੜੀ ਸੀ ਪ੍ਰਚਲਿਤ ਕੀਤੀ, ਅੱਗੇ ਦੇਖੋ ਦਿੱਤੀ ਹੋਈ ਆ। ਬਿਸਬਾ ਭੂਮੀ ਪਮਾਇਸ਼ ਦੀ ਮਾਣਕ ਇਕਾਈ ਜਿਹੜੀ ਸੀ ਉਹਨੇ ਪ੍ਰਚਲਿਤ ਕੀਤੀ ਸੀ। ਐਂਡ ਭੂਮੀ ਪਮਾਇਸ਼ ਕਰਨ ਦੀ ਜਿਹੜੀ ਹੈਗੀ ਸਭ ਤੋਂ ਪਹਿਲਾਂ ਪ੍ਰਥਾ ਸ਼ੁਰੂ ਕੀਤੀ ਸੀ ਅਲਾਉਦੀਨ ਖਿਲਜੀ ਨੇ। ਅਲਾਉਦੀਨ ਨੇ ਭੂਮੀ ਕਰ ਦੀ ਦਰ ਵਧਾ ਕੇ 1/2 ਕਰ ਦਿੱਤਾ। ਹੁਣ ਉਹਨੇ ਕੀ ਕੀਤਾ? ਪਟਵਾਰੀਆਂ ਅਤੇ ਲਗਾਨ ਵਿਭਾਗ ਦੇ ਦੂਜੇ ਛੋਟੇ ਅਧਿਕਾਰੀਆਂ ਦੀਆਂ ਤਨਖਾਹਾਂ ਜਿਹੜੀਆਂ ਸੀ ਵਧਾ ਦਿੱਤੀਆਂ ਗਈਆਂ ਸੀ ਤਾਂ ਕਿ ਉਹ ਆਪਣੇ ਕਾਰੋਬਾਰ ਵਿੱਚ ਕੋਈ ਬੇਈਮਾਨੀ ਨਾ ਕਰਨ। ਅਲਾਉਦੀਨ ਨੇ ਜਿਹੜੇ ਆਰਥਿਕ ਸੁਧਾਰ ਕੀਤੇ, ਆਰਥਿਕ ਸੁਧਾਰ ਉਹਨੇ ਤਾਂ ਹੀ ਕੀਤੇ ਸੀ ਤਾਂ ਕਿ ਉਹਦੇ ਜਿਹੜੇ ਸੈਨਿਕ ਆ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਉਹਨਾਂ ਦਾ ਮੇਨ ਜਿਹੜਾ ਉਹਦਾ ਮੋਟਿਵ ਸੀਗਾ ਉਹ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀ ਸੀਗਾ। ਅਲਾਉਦੀਨ ਮੱਧਕਾਲੀਨ ਭਾਰਤ ਦੇ ਇਤਿਹਾਸ ਵਿੱਚ ਇੱਕ ਅਜਿਹਾ ਸ਼ਾਸਕ ਹੋਇਆ ਹੈ ਜਿਸ ਨੇ ਆਧੁਨਿਕ ਢੰਗ ਦੇ ਆਰਥਿਕ ਸੁਧਾਰ ਕੀਤੇ। ਇਸ ਲਈ ਉਸ ਨੂੰ ਮੱਧਕਾਲੀਨ ਭਾਰਤ ਦਾ ਇੱਕ ਮਹਾਨ ਅਰਥ ਸ਼ਾਸਤਰੀ ਹੋਣ ਦਾ ਮਾਣ ਪ੍ਰਾਪਤ ਹੈ। ਦੇਖੋ ਉਹਨੇ ਹੁਣ ਇਹ ਸੋਚਿਆ ਵੀ ਜੇ ਮੈਂ ਆਪਣੀਆਂ ਸੈਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਵਾ, ਠੀਕ ਆ, ਆਪਦੀ ਆਮਦਨ ਵਿੱਚੋਂ ਤਾਂ ਮੈਂ ਕਰ ਨਹੀਂ ਸਕਦਾ। ਉਹਨੇ ਇਹਦੇ ਲਈ ਕੀ ਕੀਤਾ ਕਿ ਸਾਰੇ ਬਾਜ਼ਾਰ ਦੇ ਵਪਾਰੀਆਂ ਨੂੰ ਜਾ ਕੇ ਮਿਲਿਆ। ਉਹਨੇ ਹਰੇਕ ਚੀਜ਼ਾਂ ਦਾ ਉਹਨਾਂ ਤੋਂ ਰੇਟ ਪੁੱਛਿਆ, ਠੀਕ ਆ।
ਉਹਨੇ ਜਿਹੜਾ ਸੀ ਵਪਾਰੀਆਂ ਨੂੰ ਪੁੱਛਿਆ ਵੀ ਮੈਨੂੰ ਇਹ ਦੱਸੋ ਕਿ ਚੀਜ਼ ਦਾ ਅਸਲ ਰੇਟ ਦੱਸੋ ਇਮਾਨਦਾਰੀ ਦੇ ਨਾਲ, ਠੀਕ ਆ, ਜਿਹਦੇ ਵਿੱਚ ਕੀ ਆ ਕਿ ਨਾ ਤਾਂ ਤੁਹਾਨੂੰ ਵੇਚਣ ਦੇ ਵਿੱਚ ਨੁਕਸਾਨ ਹੋਵੇ ਅਤੇ ਨਾ ਹੀ ਜਿਹੜਾ ਹੈਗਾ ਖਰੀਦਣ ਵਾਲੇ ਦਾ ਨੁਕਸਾਨ ਹੋਵੇ। ਵਪਾਰੀਆਂ ਨੇ ਜਦੋਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਉਹਨੂੰ ਵਪਾਰੀਆਂ ਨੇ ਰੇਟ ਦੱਸਤਾ, ਠੀਕ ਆ, ਅਤੇ ਉਦੋਂ ਬਾਅਦ 'ਚ ਪਤਾ ਉਹਨੇ ਕੀ ਕੀਤਾ, ਆ ਕੇ ਆਪਦੇ ਦਰਬਾਰੀ ਜਿਹੜੇ ਸੀਗੇ, ਠੀਕ ਆ, ਜਿਹੜੇ ਉਹਦੇ ਆਪਾਂ ਜਿਵੇਂ ਕਹਿ ਦਈਏ ਵਿੱਤੀ ਵਿਭਾਗ ਨਾਲ ਰਿਲੇਟਡ ਪਰਸਨ ਸੀਗੇ, ਉਹਨਾਂ ਨੂੰ ਉਹਨੇ ਕਿਹਾ ਕਿ ਇਹਨਾਂ ਦੇ ਜਿਹੜੀ ਹੈਗੀ ਆ ਸੀਮਾ ਵਾਲੀ ਸੈਂਟਰ ਵਾਲੀ ਜਿਹੜੀ ਰਕਮ ਆ ਉਹ ਤੈਅ ਕਰ ਦਿਓ ਹਰੇਕ ਚੀਜ਼ ਦੀ। ਇਹ ਉਹਨੇ ਸਾਰਾ ਕੁਛ ਕਿਉਂ ਕੀਤਾ, ਕਿਉਂਕਿ ਉਹਨੇ ਇਹ ਸੋਚ ਲਿਆ ਸੀ ਵੀ ਜੇ ਮੈਂ ਆਪਣੇ ਸੈਨਿਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਵਾ, ਠੀਕ ਆ, ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ, ਠੀਕ ਆ, ਉਹ ਇਹ ਚਾਹੁੰਦਾ ਸੀ ਵੀ ਉਹਨਾਂ ਤਨਖਾਹਾਂ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਵਧੀਆ ਹੋਵੇ। ਉਹਦੇ ਲਈ ਉਹਨੇ ਬੈਸਟ ਤਰੀਕਾ ਇਹ ਅਪਣਾਇਆ ਕਿ ਸਾਰੀਆਂ ਚੀਜ਼ਾਂ ਦਾ ਜਿਹੜਾ ਰੇਟ ਸੀਗਾ ਉਹ ਘੱਟ ਕਰਤਾ ਸੀਗਾ, ਇੱਕ ਬਾਜ਼ਾਰ ਪ੍ਰਣਾਲੀ ਵਿਕਸਿਤ ਕਰਤੀ ਸੀਗੀ। ਦੇਖੋ ਅੱਗੇ ਆਪਾਂ ਪੜ੍ਹਦੇ ਹਾਂ, ਦੇਖੋ ਹੁਣ ਉਹਦੇ ਵਿੱਚ ਉਹਨੇ ਕੀ ਕੀਤਾ, ਵਪਾਰੀਆਂ ਤੋਂ ਰੇਟ ਪੁੱਛ ਕੇ ਚੀਜ਼ਾਂ ਦੇ ਭਾਅ ਨਿਯਤ ਕਰਤੇ, ਠੀਕ ਆ, ਚੀਜ਼ਾਂ ਦੀ ਪ੍ਰਾਪਤੀ ਦਾ ਪ੍ਰਬੰਧ ਜਿਹੜਾ ਸੀ ਉਹ ਵੀ ਨਿਯਤ ਕਰਤਾ, ਅਤੇ ਚੀਜ਼ਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲਿਜਾਣ ਦਾ ਵੀ ਜਿਹੜਾ ਸੀ ਵਧੀਆ ਪ੍ਰਬੰਧ ਕਰਤਾ। ਨਾਲ ਹੀ ਰਾਸ਼ਨ ਪ੍ਰਣਾਲੀ ਸ਼ੁਰੂ ਕੀਤੀ ਉਹਨੇ, ਮੰਡੀਆਂ ਦਾ ਪ੍ਰਬੰਧ ਅਤੇ ਕਠੋਰ ਦੰਡ ਦਾ ਮਤਲਬ ਇਹ ਸੀ ਉਹਨੇ ਇਹਦੇ ਵਿੱਚ ਇਹ ਨਿਯਤ ਕਰਤਾ ਸੀਗਾ, ਠੀਕ ਆ, ਕਿ ਜਿੰਨਾ ਚੀਜ਼ ਦਾ ਰੇਟ ਜਿਹੜਾ ਫਿਕਸ ਹੋ ਗਿਆ ਉਹ ਉਨੇ ਦੀ ਦਿੱਤੀ ਜਾਊਗੀ। ਜੇ ਕੋਈ ਵੱਧ ਵੇਚਦਾ ਸੀਗਾ, ਠੀਕ ਆ, ਵੱਧ ਰੇਟ 'ਤੇ ਵੇਚਦਾ ਸੀ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਸੀ। ਜੇ ਕੋਈ ਦੁਕਾਨਦਾਰ ਘੱਟ ਤੋਲਦਾ ਸੀ ਤਾਂ ਉਹਦੀ ਬੋਡੀ ਦੇ ਵਿੱਚੋਂ ਉਨਾ ਹੀ ਮਾਸ ਦਾ ਜਿਹੜਾ ਪਾਰਟ ਸੀ ਉਹ ਕੱਟ ਲਿਆ ਜਾਂਦਾ ਸੀ। ਉਹ ਤਾਂ ਕੀਤਾ ਜਾਂਦਾ ਸੀ ਤਾਂ ਕਿ ਇੱਕ ਦਾ ਮਾਸ ਕੱਢਣ ਨਾਲ ਦੂਜਿਆਂ ਨੂੰ ਵੀ ਸਬਕ ਆ ਜਾਵੇ, ਤਾਂ ਹਜ਼ਾਰ ਵਪਾਰੀ ਆ ਜਿਹੜੇ ਉਹ ਬੇਈਮਾਨੀ ਕਰਨ ਤੋਂ ਬਚਣਗੇ ਡਰਦੇ। ਮਲਿਕ ਕਬੂਲ ਅਤੇ ਮਲਿਕ ਯਾਕੂਬ ਨਾਮਕ ਅਧਿਕਾਰੀਆਂ ਨੇ ਇਸ ਪ੍ਰਣਾਲੀ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਸੀਗਾ। ਅੱਗੇ ਹੈ ਅਲਾਉਦੀਨ ਖਿਲਜੀ ਨੇ 3 ਤਰ੍ਹਾਂ ਦੇ ਜਿਹੜੇ ਸੀ ਬਾਜ਼ਾਰ ਸਥਾਪਿਤ ਕੀਤੇ ਸੀਗੇ। ਹੁਣ ਕਿਹੜੇ? ਸਾਨਾ ਮੰਡੀ, ਇਹ ਖਾਦ ਵਸਤੂਆਂ ਦੀ ਵਿਕਰੀ ਲਈ ਸੀਗਾ। ਦੂਜਾ ਸੀਗਾ ਸਰਾਏ ਅਦਲ, ਇਹ ਜੜੀਆਂ ਬੂਟੀਆਂ ਕੱਪੜੇ ਆਦਿ ਦੇ ਲਈ ਸੀਗਾ। ਤੀਜਾ ਸੀਗਾ ਪਸ਼ੂ ਅਤੇ ਦਾਸ ਬਾਜ਼ਾਰ। ਹੁਣ ਅੱਗੇ ਹੈ ਅਲਾਉਦੀਨ ਖਿਲਜੀ ਦੀ ਆਰਥਿਕ ਪ੍ਰਣਾਲੀ ਦੇ ਉਦੇਸ਼ ਕੀ ਸੀਗੇ, ਜਿਹੜੀ ਉਹਨੇ ਆਰਥਿਕ ਪ੍ਰਣਾਲੀ ਬਣਾਈ ਸੀਗੀ। ਦੇਖੋ ਸਭ ਤੋਂ ਪਹਿਲਾਂ ਤਾਂ ਉਹੀ ਜੋ ਗੱਲ ਆਪਾਂ ਹੁਣ ਤੱਕ ਪੂਰੀ ਵੀਡੀਓ ਦੇ ਵਿੱਚ ਕਰਦੇ ਆ ਰਹੇ ਹਾਂ ਕਿ ਸੈਨਿਕਾਂ ਦੇ ਬਾਰੇ। ਸੈਨਿਕਾਂ ਨੂੰ ਸਸਤੀਆਂ ਕੀਮਤਾਂ 'ਤੇ ਲੋੜੀਂਦੀਆਂ ਵਸਤਾਂ ਮੁਹੱਈਆ ਕਰਨ ਦਾ ਪ੍ਰਬੰਧ ਕਰਨਾ ਸੀ, ਤਾਂ ਜੋ ਆਪਣੀਆਂ ਥੋੜ੍ਹੀਆਂ ਤਨਖਾਹਾਂ ਨਾਲ ਵੀ ਚੰਗੀ ਤਰ੍ਹਾਂ ਜਿਹੜਾ ਸੀ ਗੁਜ਼ਾਰਾ ਕਰ ਸਕਣ। ਅਮੀਰ ਖੁਸਰੋ ਮੁਤਾਬਿਕ ਅਲਾਉਦੀਨ ਖਿਲਜੀ ਦੇ ਬਾਜ਼ਾਰ ਕੰਟਰੋਲ ਦਾ ਉਦੇਸ਼ ਆਮ ਜਨਤਾ ਨੂੰ ਰਾਹਤ ਪਹੁੰਚਾਉਣਾ ਸੀ। ਬਰਨੀ ਦੇ ਅਨੁਸਾਰ ਅਲਾਉਦੀਨ ਖਿਲਜੀ ਦੇ ਬਾਜ਼ਾਰ ਕੰਟਰੋਲ ਦਾ ਉਦੇਸ਼ ਰਾਜਕੋਸ਼ 'ਤੇ ਭਾਰ ਪਾਏ ਬਿਨਾਂ ਸੈਨਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਦੱਸਿਆ ਹੈ। ਇਹ ਦੋਨਾਂ ਨੇ ਆਪਣੀ ਅਲੱਗ-ਅਲੱਗ ਸਟੇਟਮੈਂਟ ਦਿੱਤੀ ਆ। ਅੱਗੇ ਹੈ ਆਰਥਿਕ ਸੁਧਾਰਾਂ ਦੇ ਜਿਹੜੇ ਗੁਣ ਜਾਂ ਆਪਾਂ ਕਹਿ ਦਈਏ ਵੀ ਉਹਨਾਂ ਦਾ ਕੀ ਲਾਭ ਸੀਗਾ। ਸੁਲਤਾਨ ਘੱਟ ਖਰਚ 'ਤੇ ਵਿਸ਼ਾਲ ਸੈਨਾ ਰੱਖਣ ਵਿੱਚ ਸਫਲ ਹੋ ਗਿਆ ਸੀ। ਇਹਦੇ ਨਾਲ ਆਮ ਲੋਕਾਂ ਦਾ ਜੀਵਨ ਜਿਹੜਾ ਸੀ ਉਹ ਵੀ ਸੁਖੀ ਹੋ ਗਿਆ ਸੀਗਾ। ਸੁਲਤਾਨ ਦੀ ਜਿਹੜੀ ਸ਼ਕਤੀ ਆ ਅਤੇ ਪ੍ਰਤੀਸ਼ਠਾ ਉਹਦਾ ਵਾਧਾ ਹੋ ਗਿਆ ਸੀ ਲੋਕਾਂ ਵਿੱਚ। ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਆਦਤਾਂ ਵੀ ਜਿਹੜੀਆਂ ਸੀ ਠੀਕ ਹੋ ਗਈਆਂ ਸੀਗੀਆਂ ਬੇਈਮਾਨੀ ਕਰਨ ਵਾਲੀਆਂ। ਹੁਣ ਅੱਗੇ ਆਰਥਿਕ ਸੁਧਾਰਾਂ ਦੇ ਦੋਸ਼। ਦੇਖੋ ਜਿਹੜੀ ਚੀਜ਼ ਹੁੰਦੀ ਆ, ਠੀਕ ਆ, ਹਰੇਕ ਚੀਜ਼ ਜੇ ਉਹਦੇ ਲਾਭ ਆ ਤਾਂ ਕਿਤੇ ਨਾ ਕਿਤੇ ਉਹਦਾ ਕੋਈ ਨਾ ਕੋਈ ਨੁਕਸਾਨ ਵੀ ਹੁੰਦਾ। ਹੁਣ ਉਹਦੇ ਨੁਕਸਾਨ ਕੀ ਹੋਏ ਆਰਥਿਕ ਪ੍ਰਣਾਲੀ ਦੇ? ਇਹ ਸੁਧਾਰ ਕੇਵਲ ਦਿੱਲੀ ਅਤੇ ਆਸ-ਪਾਸ ਦੇ ਪ੍ਰਦੇਸ਼ਾਂ ਵਿੱਚ ਸੈਨਿਕਾਂ ਦੀ ਸਹੂਲਤ ਲਈ ਲਾਗੂ ਕੀਤੇ ਗਏ ਸੀਗੇ। ਦੇਸ਼ ਦੇ ਵਪਾਰ ਅਤੇ ਵਪਾਰੀਆਂ ਨੂੰ ਇਹਦੇ ਨਾਲ ਬਹੁਤ ਹਾਨੀ ਪਹੁੰਚੀ ਸੀਗੀ। ਕਿਸਾਨਾਂ ਦੀ ਹਾਲਤ ਜਿਹੜੀ ਸੀ ਤਰਸਯੋਗ ਹੋ ਗਈ ਸੀ, ਕਿਉਂਕਿ ਚੀਜ਼ਾਂ ਦੇ ਰੇਟ ਘੱਟ ਗਏ ਸੀਗੇ, ਮਿਹਨਤ ਜ਼ਿਆਦਾ ਸੀਗੀ। ਆਰਥਿਕ ਸੁਧਾਰ ਜਿਹੜੇ ਸੀ ਉਹ ਅਸਥਾਈ ਸਿੱਧ ਹੋਏ ਆ ਬਿਲਕੁਲ। ਇਹ ਤੋਂ ਬਾਅਦ ਹੈ ਮੰਗੋਲਾਂ ਦੇ ਹਮਲੇ, ਠੀਕ ਆ। ਅਲਾਉਦੀਨ ਇੱਦਾਂ ਦਾ ਸ਼ਾਸਕ ਆ ਜਿਹਦੇ ਸ਼ਾਸਨ ਕਾਲ ਵਿੱਚ ਮੰਗੋਲਾਂ ਨੇ ਸਭ ਤੋਂ ਵੱਧ ਹਮਲੇ ਕੀਤੇ ਆ। ਸਭ ਤੋਂ ਵੱਧ ਮੰਗੋਲ ਹਮਲਿਆਂ ਦਾ ਸਾਹਮਣਾ ਕਰਨ ਵਾਲਾ ਜਿਹੜਾ ਦਿੱਲੀ ਦਾ ਪਹਿਲਾ ਸ਼ਾਸਕ ਸੀਗਾ, ਕੌਣ? ਅਲਾਉਦੀਨ। ਮੰਗੋਲ ਹਮਲਿਆਂ ਤੋਂ ਬਚਣ ਲਈ ਅਲਾਉਦੀਨ ਖਿਲਜੀ ਨੇ 1304 ਈਸਵੀ ਵਿੱਚ ਜਿਹੜਾ ਸੀ ਸੀਰੀ ਨੂੰ ਆਪਣੀ ਰਾਜਧਾਨੀ ਬਣਾਇਆ ਸੀਗਾ, ਠੀਕ ਆ। ਉਹ ਕੀ ਸੀਗਾ ਕਿ ਸੀਮਾ 'ਤੇ ਥੋੜ੍ਹਾ ਜਿਹਾ ਪੈਂਦਾ ਸੀਗਾ ਉਹ ਪ੍ਰਦੇਸ਼ ਜਿੱਥੋਂ ਮੰਗੋਲਾਂ ਨੇ ਹਮਲਾ ਕਰਨਾ ਹੁੰਦਾ ਸੀਗਾ। ਉੱਥੇ ਉਹਨੇ ਰਾਜਧਾਨੀ ਬਣਾ ਲਈ ਸੀ ਤਾਂ ਕਿ ਉਹਨਾਂ ਦੇ ਹਮਲਿਆਂ ਨੂੰ ਉੱਥੇ ਰੋਕਿਆ ਜਾ ਸਕੇ। ਅਲਾਉਦੀਨ ਖਿਲਜੀ ਦੇ ਸ਼ਾਸਨ ਕਾਲ ਵਿੱਚ 1297 ਤੋਂ 1306 ਈਸਵੀ ਤੱਕ ਮੰਗੋਲਾਂ ਨੇ ਜਿਹੜੇ ਸੀ 6 ਵਾਰ ਹਮਲੇ ਕੀਤੇ ਸੀਗੇ। ਪਹਿਲਾ ਹੈ ਕਾਦਰ ਦਾ ਹਮਲਾ ਜਿਹੜਾ ਵਾ 1297 ਈਸਵੀ ਵਿੱਚ ਕੀਤਾ। ਸਲਦੀ ਦਾ ਹਮਲਾ 1299 ਈਸਵੀ ਵਿੱਚ। ਕੁਤਲਗ ਖਵਾਜਾ ਦਾ ਹਮਲਾ 1299 ਈਸਵੀ ਵਿੱਚ। ਤਰਗੀ ਦਾ ਹਮਲਾ 1303 ਈਸਵੀ ਵਿੱਚ। ਅਲੀ ਬੇਗ ਅਤੇ ਤਾਰਤਕ ਦਾ ਹਮਲਾ 1305 ਈਸਵੀ ਵਿੱਚ। ਅੱਗੇ ਹੈ
ਕੁਬਲ ਅਤੇ ਇਕਬਾਲ ਮੰਦਰ ਦਾ ਹਮਲਾ 1306 ਈਸਵੀ ਵਿੱਚ। ਇਹ ਸਾਰੇ ਜਿਹੜੇ ਸੀ ਮੰਗੋਲਾਂ ਨੇ ਹਮਲੇ ਕੀਤੇ ਸੀ ਅਲਾਉਦੀਨ ਦੇ ਟਾਈਮ ਦੇ ਵਿੱਚ। 20-30 ਹਜ਼ਾਰ ਤਾਂ ਕਈ ਵਾਰ 50-60 ਹਜ਼ਾਰ ਵੀ ਜਿਹੜੇ ਸੀ ਇਕੱਠੇ ਹੋ ਕੇ ਹਮਲਾ ਕਰਦੇ ਹੁੰਦੇ ਸੀਗੇ। ਪਰ ਜਿਹੜੀ ਸ਼ਾਹੀ ਸੈਨਾ ਸੀ ਜਾਂ ਜਿਹੜਾ ਅਲਾਉਦੀਨ ਖਿਲਜੀ ਸੀ ਅਤੇ ਉਹਦੇ ਮਹਾਨ ਸੈਨਾਪਤੀ ਸੀ, ਉਹਨਾਂ ਨੇ ਹਰੇਕ ਵਾਰ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ। ਬਟ ਇੱਕ ਵਾਰ ਜਿਹੜਾ ਆਹ ਹਮਲਾ ਹੋਇਆ ਨਾ ਕੁਤਲਕ ਖਵਾਜਾ ਦਾ ਹਮਲਾ ਹੋਇਆ 1299 ਈਸਵੀ ਵਿੱਚ, ਠੀਕ ਆ। ਉਹਦੇ ਵਿੱਚ ਜ਼ਫਰ ਖਾਂ ਅਤੇ ਅਲਾਉਦੀਨ ਨੇ ਜਿਹੜਾ ਸੀ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਸੀ ਮੰਗੋਲਾਂ ਨੂੰ। ਐਂਡ ਵਿੱਚ ਉਹਨਾਂ ਨੇ ਹਰਾ ਤਾਂ ਦਿੱਤਾ ਸੀ, ਪਰ ਇਹਦੇ ਵਿੱਚ ਜਿਹੜਾ ਸੀਗਾ ਅਲਾਉਦੀਨ ਦਾ ਖਾਸ ਸੈਨਾਪਤੀ ਸੀ ਜਿਹੜਾ ਜ਼ਫਰ ਖਾਂ, ਉਹ ਮਾਰਿਆ ਗਿਆ ਸੀਗਾ, ਠੀਕ ਹੈ। ਕੁਤਲਕ ਖਵਾਜਾ ਦਾ ਹਮਲਾ ਜਿਹੜਾ ਹੋਇਆ ਸੀ 1299 ਵਿੱਚ ਮੰਗੋਲਾਂ ਦਾ, ਉਹਦੇ ਵਿੱਚ ਇਹ ਮਾਰਿਆ ਗਿਆ ਸੀਗਾ। ਅੱਗੇ ਹੈ ਅਲਾਉਦੀਨ ਖਿਲਜੀ ਦਾ ਸੈਨਾਪਤੀ ਜ਼ਫਰ ਖਾਂ ਮੰਗੋਲਾਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਆਪਾਂ ਪੜ੍ਹ ਲਿਆ ਨਾ। ਨਵੀਂ ਮੁਸਲਮਾਨਾਂ ਵੱਲੋਂ ਅਲਾਉਦੀਨ ਖਿਲਜੀ ਦੇ ਖਿਲਾਫ ਸਭ ਤੋਂ ਪਹਿਲਾਂ ਵਿਦਰੋਹ ਕੀਤਾ ਗਿਆ। ਬਾਅਦ ਵਿੱਚ ਅਕਤ ਖਾਂ, ਮੰਗੂ ਖਾਂ ਅਤੇ ਹਾਜੀ ਮੌਲਾ ਨੇ ਵੀ ਜਿਹੜਾ ਸੀ ਵਿਰੋਧ ਕੀਤਾ ਸੀ। ਦੇਖੋ ਨਵੀਂ ਮੁਸਲਮਾਨ ਕੌਣ ਸੀ? ਇਹ ਉਹ ਜਿਹੜੇ ਮੰਗੋਲ ਸੀਗੇ ਜਿਨ੍ਹਾਂ ਨੂੰ ਜਲਾਲੁਦੀਨ ਖਿਲਜੀ ਨੇ ਦਿੱਲੀ ਵਿੱਚ ਰਹਿਣ ਦੀ ਆਗਿਆ ਦਿੱਤੀ ਸੀਗੀ, ਠੀਕ ਆ। ਇਹਨਾਂ ਨੇ ਸਭ ਤੋਂ ਪਹਿਲਾਂ ਅਲਾਉਦੀਨ ਦਾ ਵਿਦਰੋਹ ਕੀਤਾ ਅਤੇ ਇਹਨਾਂ ਦੀ ਸ਼ਹਿ ਦੇ ਬਾਅਦ ਵਿੱਚ ਅਕਤ ਖਾਂ ਨੇ, ਮੰਗੂ ਖਾਂ ਨੇ ਅਤੇ ਹਾਜੀ ਮੌਲਾ ਨੇ ਵੀ ਵਿਰੋਧ ਕਰਤਾ ਸੀਗਾ। ਹੁਣ ਹੈ ਅਲਾਉਦੀਨ ਦੀਆਂ ਜਿੱਤਾਂ। ਦੇਖੋ ਇੰਨੀ ਜਿਹੜਾ ਸੀਗਾ ਸ਼ੁਰੂ ਵਿੱਚ ਉਹਨੇ ਆਪਣਾ ਵਿਚਾਰ ਬਣਾਇਆ ਸੀ ਨਾ, ਜਦੋਂ ਉਪਾਧੀ ਧਾਰਨ ਕੀਤੀ ਸੀਗੀ ਕਿ ਮੈਂ ਜਿਹੜਾ ਹੈਗਾ ਵਿਸ਼ਵ ਵਿਜੇਤਾ ਬਣਨਾ ਚਾਹੁੰਦਾ। ਵਿਸ਼ਵ ਵਿਜੇਤਾ ਦਾ ਤਾਂ ਸੁਪਨਾ ਉਹਦਾ ਚਲੋ ਨਹੀਂ ਪੂਰਾ ਹੋ ਸਕਦਾ ਸੀ, ਤਾਂ ਉਹਨੇ ਭਾਰਤ ਨੂੰ ਜਿੱਤਣ ਦਾ ਜਿਹੜਾ ਸੁਪਨਾ ਦੇਖਿਆ ਸੀ, ਸੰਪੂਰਨ ਭਾਰਤ ਨੂੰ, ਹੁਣ ਉਹਨੂੰ ਪੂਰਾ ਕਰਨ ਦਾ ਟਾਈਮ ਆ ਗਿਆ ਸੀ। ਉਹਦੇ ਲਈ ਉਹਨੇ ਸੈਨਾ ਤਿਆਰ ਕੀਤੀ ਸੀ, ਠੀਕ ਆ। ਅਤੇ ਉਹਦੇ ਲਈ ਜਿਹੜਾ ਸੀਗਾ ਉਹਨੇ ਸੈਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀ ਜਿਹੜੀ ਸੀ ਇੱਕ ਆਰਥਿਕ ਪ੍ਰਣਾਲੀ, ਬਾਜ਼ਾਰ ਪ੍ਰਣਾਲੀ ਸ਼ੁਰੂ ਕੀਤੀ ਸੀਗੀ। ਅਤੇ ਹੁਣ ਜਿਹੜੇ ਸੀ ਉਹਨੇ ਹਮਲੇ ਕਰਕੇ ਕਿਹੜੇ ਏਰੀਏ ਜਿਹੜੇ ਸੀ ਆਪਣੇ ਅਧੀਨ ਕੀਤੇ ਸੀ। ਗੁਜਰਾਤ ਦੀ ਜਿੱਤ। ਅਲਾਉਦੀਨ ਖਿਲਜੀ ਦੇ ਉਲਗ ਖਾਂ ਅਤੇ ਨੁਸਰਤ ਖਾਂ ਨਾਮਕ ਸੈਨਾਪਤੀਆਂ ਨੇ 1297 ਈਸਵੀ ਵਿੱਚ ਗੁਜਰਾਤ ਉੱਤੇ ਜਿੱਤ ਪ੍ਰਾਪਤ ਕੀਤੀ। ਉਸ ਸਮੇਂ ਗੁਜਰਾਤ ਦਾ ਜਿਹੜਾ ਸ਼ਾਸਕ ਸੀ ਕਰਨਦੇਵ ਸੀ, ਜੋ ਕਿ ਦੁਸ਼ਮਣਾਂ ਦਾ ਵਿਰੋਧ ਕਰਨ ਦੀ ਬਜਾਏ ਜਿਹੜਾ ਸੀਗਾ ਦੱਖਣ ਵੱਲ ਭੱਜ ਗਿਆ ਸੀਗਾ, ਦੇਵਗਿਰੀ ਦੇ ਰਾਜੇ ਦੇ ਕੋਲ ਚਲਿਆ ਗਿਆ ਸੀ। ਅਤੇ ਜਾਂਦਾ ਜਾਂਦਾ ਨਾਲ ਆਪਣੀ ਪੁੱਤਰੀ ਜਿਹੜੀ ਸੀਗੀ ਦੇਵਲ ਦੇਵੀ, ਉਹਨੂੰ ਵੀ ਨਾਲ ਲੈ ਗਿਆ ਸੀਗਾ, ਠੀਕ ਹੈ। ਇਹਦੇ ਵਿੱਚ ਦੇਖੋ ਅਸਲ ਕਾਰਨ ਇਹ ਸੀਗਾ ਕਿ ਜਿਹੜਾ ਗੁਜਰਾਤ ਸੀਗਾ ਉਹ ਇੱਕ ਖੁਸ਼ਹਾਲ ਅਤੇ ਉਪਜਾਊ ਇਲਾਕਾ ਸੀਗਾ, ਠੀਕ ਆ। ਦੂਜਾ ਉੱਥੇ 3 ਮਹੱਤਵਪੂਰਨ ਬੰਦਰਗਾਹਾਂ ਸੀ। ਕਿਹੜੀਆਂ? ਬੜੌਚ, ਸੋਪਾਰਾ ਅਤੇ ਤੀਜੀ ਸੀਗੀ ਖੰਬਾਤ, ਠੀਕ ਆ। ਤਿੰਨਾਂ ਦਾ ਜਿਹੜਾ ਸੀ ਵਪਾਰਕ ਪੱਖੋਂ ਬਹੁਤ ਮਹੱਤਵ ਸੀਗਾ ਅਤੇ ਪ੍ਰਸਿੱਧ ਵਪਾਰਕ ਕੇਂਦਰ ਵੀ ਸੀ, ਬੰਦਰਗਾਹਾਂ ਵੀ ਸੀਗੀਆਂ। ਸੁਲਤਾਨ ਨੇ ਕੀ ਕੀਤਾ ਕਿ ਉਲਗ ਖਾਂ ਅਤੇ ਨੁਸਰਤ ਖਾਂ ਦੀ ਅਗਵਾਈ ਹੇਠ ਇਸ ਪ੍ਰਦੇਸ਼ ਨੂੰ ਫਤਿਹ ਕਰਨ ਲਈ ਵਿਸ਼ਾਲ ਸੈਨਾ ਭੇਜਤੀ। ਅਤੇ ਗੁਜਰਾਤ ਦਾ ਜਿਹੜਾ ਰਾਜਾ ਸੀਗਾ ਕਰਨਦੇਵ ਸੀਗਾ, ਜਦੋਂ ਉਹਨੂੰ ਪਤਾ ਲੱਗਿਆ ਵੀ ਸੈਨਾ ਜਿਹੜੀ ਉਹਦੇ ਰਾਜ ਵੱਲ ਆ ਰਹੀ ਆ, ਤਾਂ ਉਹ ਬਿਨਾਂ ਹੀ ਉਹਨਾਂ ਦਾ ਵਿਰੋਧ ਕੀਤੇ ਜਿਹੜਾ ਸੀਗਾ ਆਪਣੀ ਪੁੱਤਰੀ ਦੇਵਲ ਦੇਵੀ ਨੂੰ ਨਾਲ ਲੈ ਕੇ ਦੇਵਗਿਰੀ ਦੇ ਰਾਜੇ ਦੇ ਕੋਲ ਸ਼ਰਨ ਲੈਣ ਲਈ ਭੱਜ ਗਿਆ ਸੀ। ਬਟ ਕੀ ਸੀਗਾ ਕਿ ਆਪਣੀ ਪੁੱਤਰੀ ਨੂੰ ਤਾਂ ਉਹ ਨਾਲ ਲੈ ਗਿਆ ਸੀ, ਪਰ ਉਹਦੀ ਜਿਹੜੀ ਪਤਨੀ ਸੀਗੀ ਕਮਲਾ ਦੇਵੀ, ਉਹ ਉੱਥੇ ਹੀ ਰਹਿ ਗਈ ਸੀਗੀ। ਅਤੇ ਕਮਲਾ ਦੇਵੀ ਜਿਹੜੀ ਸੀਗੀ ਉਹ ਮੁਸਲਮਾਨ ਸੈਨਾ ਦੇ ਹੱਥ ਲੱਗ ਗਈ ਸੀ। ਉਹਨਾਂ ਨੇ ਸਮਰਾਟ ਦੇ ਕਹਿਣ 'ਤੇ ਉੱਥੋਂ ਉਹਨੂੰ ਜਿਹੜੀ ਸੀ ਕਮਲਾ ਦੇਵੀ ਨੂੰ ਦਿੱਲੀ ਭੇਜਤਾ ਸੀਗਾ ਅਲਾਉਦੀਨ ਦੇ ਕੋਲ, ਜਿਹੜੀ ਬਾਅਦ ਵਿੱਚ ਆਪਾਂ ਪੜ੍ਹਿਆ ਸੀ ਉਹਦੀ ਪਤਨੀ ਸੀਗੀ ਤੀਜੀ, ਠੀਕ ਆ। ਇਹਨਾਂ ਰਿਲੇਟਡ ਜਿਹੜੇ 2 ਫੈਕਟ ਨੇ ਆਪਾਂ ਯਾਦ ਰੱਖਣੇ ਆ। ਅਤੇ ਜਿਹੜੇ ਹੁਣ ਸੈਨਿਕ ਸੀ ਉਹਨਾਂ ਨੇ ਅਨਹਿਲਵਾੜਾ ਉੱਤੇ ਖੂਬ ਲੁੱਟਮਾਰ ਮਚਾਈ, ਠੀਕ ਆ, ਕਿਉਂਕਿ ਉੱਥੋਂ ਦੀ ਰਾਜਧਾਨੀ ਸੀ, ਉੱਥੇ ਚੰਗੀ ਲੁੱਟਮਾਰ ਕੀਤੀ। ਉਹ ਤੋਂ ਬਾਅਦ ਜਾਂਦੇ ਉਹ ਜਿਹੜਾ ਸੋਮਨਾਥ ਮੰਦਰ ਆ ਗੁਜਰਾਤ ਦਾ, ਉਹਨੂੰ ਨਸ਼ਟ ਕਰ ਗਏ, ਠੀਕ ਆ। ਅਤੇ ਫਿਰ ਇਹਨਾਂ ਨੇ ਕੀ ਕੀਤਾ ਕਿ ਬੰਦਰਗਾਹਾਂ ਵੱਲ ਚਲੇ ਗਏ। ਜਿਹੜੀਆਂ 3 ਬੰਦਰਗਾਹਾਂ ਸੀ ਉਹਨਾਂ ਨੂੰ ਖੂਬ ਲੁੱਟਿਆ ਗਿਆ। ਅਤੇ ਉੱਥੋਂ ਜਿਹੜੀ ਖੰਬਾਤ ਦੀ ਬੰਦਰਗਾਹ ਵਾ, ਨੁਸਰਤ ਖਾਂ ਨੇ ਨਾ ਉੱਥੋਂ ਇੱਕ ਹਿਜੜੇ ਨੂੰ ਖਰੀਦਿਆ ਸੀ, ਮਲਿਕ ਕਫੂਰ ਜਿਹਦਾ ਨਾਮ ਆ ਮਲਿਕ ਕਫੂਰ। ਉਹਨੇ 1000 ਦਿਨਾਰ ਦੇ ਕੇ ਉੱਥੋਂ ਖਰੀਦਿਆ ਸੀ, ਤਾਂ ਕਰਕੇ ਜਿਹੜਾ ਮਲਿਕ ਕਫੂਰ ਆ ਉਹਨੂੰ ਇਤਿਹਾਸ ਵਿੱਚ 1000 ਦਿਨਾਰੀ ਵੀ ਕਿਹਾ ਜਾਂਦਾ ਵਾ। ਇਹ ਯਾਦ ਰੱਖਣਾ ਵਾ ਕਿ ਜਿਹੜਾ ਮਲਿਕ ਕਫੂਰ ਆ ਉਹਨੂੰ ਕਿਹਨੇ ਖਰੀਦਿਆ ਸੀ? ਨੁਸਰਤ ਖਾਂ ਜਿਹੜਾ ਸੀ ਉਹਨੇ ਖਰੀਦਿਆ ਸੀ। ਕਿੱਥੋਂ ਖਰੀਦਿਆ ਸੀ? ਖੰਬਾਤ ਆ ਜਿਹੜਾ, ਖੰਬਾਤ ਦੀ ਬੰਦਰਗਾਹ ਤੋਂ ਖਰੀਦਿਆ ਸੀਗਾ। ਅਤੇ ਨਾਲ ਹੀ ਨਾਲ ਉਹਨੂੰ 1000 ਜਿਹੜੇ ਸੀਗੇ ਦਿਨਾਰ ਦੇ ਕੇ ਖਰੀਦਿਆ ਸੀ। ਉਹ ਤੋਂ ਬਾਅਦ ਅੱਗੇ ਫਿਰ ਉਹਨਾਂ ਨੇ ਰਣਥੰਭੌਰ ਦੀ ਜਿੱਤ ਆ ਜਿਹੜੀ ਉਹ ਪ੍ਰਾਪਤ ਕੀਤੀ। ਅਲਾਉਦੀਨ ਖਿਲਜੀ ਨੇ ਰਣਥੰਭੌਰ ਦੇ ਸ਼ਾਸਕ ਰਾਣਾ ਹਮੀਰ ਦੇਵ ਨੂੰ ਹਰਾ ਕੇ 1301 ਈਸਵੀ ਵਿੱਚ ਰਣਥੰਭੌਰ ਦਾ ਕਿਲ੍ਹਾ ਜਿਹੜਾ ਸੀ ਜਿੱਤਿਆ ਸੀ। ਦੇਖੋ ਪਹਿਲਾਂ ਉਹਨੇ ਰਣਥੰਭੌਰ 'ਤੇ ਹਮਲਾ ਕਰਨ ਲਈ ਆਪਣੇ 2 ਸੈਨਿਕਾਂ ਨੂੰ ਭੇਜਿਆ ਸੀ, ਸੈਨਾਪਤੀਆਂ ਨੂੰ ਭੇਜਿਆ ਸੀਗਾ, ਉਲਗ ਖਾਂ ਅਤੇ ਨੁਸਰਤ ਖਾਂ ਨੂੰ। ਜਿਹੜਾ ਨੁਸਰਤ ਖਾਂ ਸੀਗਾ,
क्योंकि हमीर देव आप भी एक महान योद्धा रहा सीगा लड़ाई दे विच। नुसरत खान नूं तां उहने मौत दे घाट उतारता सीगा। जिहड़ा उलग खां सीगा वो हारन वाला सीगा। जदों सुल्तान नूं इह गल दा पता लग्या तां उहने आप सैना समेत उत्थे चढ़ाई करती। 11 महीने तक लगातार जिहड़ी सी लड़ाई चलदी रही। ठीक आ, ਇਹ ਲੜਾਈ ਉਹਨੇ ਤਾਂ ਕੀਤੀ ਸੀ ਕਿਉਂਕਿ ਜਿਹੜਾ ਹਮੀਰ ਦੇਵ ਸੀਗਾ ਉਹਨੇ ਉਹਦੇ ਦੁਸ਼ਮਣਾਂ ਨੂੰ ਅਤੇ ਮੰਗੋਲਾਂ ਨੂੰ ਆਪਦੇ ਰਾਜ ਵਿੱਚ ਸ਼ਰਨ ਦਿੱਤੀ ਹੋਈ ਸੀਗੀ। ਠੀਕ ਆ, ਅਤੇ ਉਹਨਾਂ ਨੇ ਆਪਣੀ ਸੈਨਾ ਵਿੱਚ ਵੀ ਸ਼ਾਮਿਲ ਕੀਤਾ ਹੋਇਆ ਸੀ ਨਾਲ ਹੀ। ਯੁੱਧ ਜਿਹੜਾ ਸੀਗਾ ਸਮੂਥਲੀ ਚੱਲ ਰਿਹਾ ਸੀ। 11 ਮਹੀਨਿਆਂ ਤੱਕ ਜਿਹੜਾ ਸੀ ਯੁੱਧ ਚੱਲਦਾ ਰਿਹਾ ਸੀ ਅਤੇ ਬਹੁਤ ਬਹਾਦਰੀ ਨਾਲ ਰਾਜਪੂਤ ਰਾਜੇ ਜਿਹੜੇ ਸੀ ਉਹ ਲੜ ਰਹੇ ਸੀ। ਬਟ ਕੀ ਹੋਇਆ ਕਿ ਜਿਹੜਾ ਰਣਥੰਭੌਰ ਦੇ ਰਣਮਲ ਨਾਮਕ ਸੈਨਿਕ ਅਧਿਕਾਰੀ ਸੀਗਾ, ਠੀਕ ਆ, ਉਹ ਅਲਾਉਦੀਨ ਨਾਲ ਮਿਲ ਗਿਆ। ਉਹਨੇ ਹਮੀਰ ਦੇਵ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਹਦੇ ਕਰਕੇ ਕੀ ਸੀਗਾ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਸੀਗਾ ਹਮੀਰ ਦੇਵ ਅਤੇ ਉਹਦੇ ਪੂਰੇ ਪਰਿਵਾਰ ਨੂੰ। ਅਤੇ ਜਿਹੜਾ ਰਣਥੰਭੌਰ ਸੀ ਉਹਦੇ ਉੱਪਰ ਅਲਾਉਦੀਨ ਦਾ ਅਧਿਕਾਰ ਹੋ ਗਿਆ ਸੀਗਾ। ਅੱਗੇ ਹੈ ਮੇਵਾੜ ਦੀ ਜਿੱਤ, ਜਿਹੜੀ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਆ। ਮੇਵਾੜ ਆ ਜਿਹੜਾ ਰਾਜਸਥਾਨ ਦਾ ਇੱਕ ਮਹੱਤਵਪੂਰਨ ਰਾਜ ਸੀਗਾ ਜਿਹਦੀ ਰਾਜਧਾਨੀ ਸੀ ਚਿਤੌੜ। ਅਲਾਉਦੀਨ ਨੇ 1303 ਈਸਵੀ ਵਿੱਚ ਮੇਵਾੜ 'ਤੇ ਜਿੱਤ ਪ੍ਰਾਪਤ ਕੀਤੀ। ਉਸ ਸਮੇਂ ਇੱਥੋਂ ਦਾ ਸ਼ਾਸਕ ਰਤਨ ਸਿੰਘ ਸੀ। ਉਹਨਾਂ ਨੇ ਲਗਭਗ 5 ਮਹੀਨਿਆਂ ਤੱਕ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ। ਅਤੇ ਇਸ ਮੁਕਾਬਲੇ ਵਿੱਚ ਕੀ ਸੀਗਾ ਕਿ ਉਹਨਾਂ ਦੇ ਦੋ ਜਿਹੜੇ ਮਹਾਨ ਰਾਜਪੂਤ ਯੋਧੇ ਸੀ ਗੋਰਾ ਅਤੇ ਬਾਦਲ, ਉਹ ਦੋਨੇ ਰਣ ਖੇਤਰ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸੀ। ਅਤੇ ਰਤਨ ਸਿੰਘ ਦੀ ਜਿਹੜੀ ਪਤਨੀ ਸੀ ਪਦਮਨੀ, ਉਹਨੇ ਆਪਣੀਆਂ 1600 ਸਾਥਣਾਂ ਨਾਲ ਜੌਹਰ ਦੀ ਰਸਮ ਨਿਭਾ ਲਈ ਸੀ। ਅਸਲ ਵਿੱਚ ਇਹਦੇ ਪਿੱਛੇ ਵੀ ਕਾਫੀ ਇੰਟਰਸਟਿੰਗ ਸਟੋਰੀ ਆ ਕਿ 1303 ਈਸਵੀ ਵਿੱਚ ਨਾ ਜਿਹੜਾ ਅਲਾਉਦੀਨ ਸੀਗਾ, ਠੀਕ ਆ, ਉਹਨੇ ਮੇਵਾੜ ਉੱਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਬਣਾ ਲਿਆ ਸੀਗਾ। ਮੇਵਾੜ ਆ ਜਿਹੜਾ ਰਾਜਸਥਾਨ ਦਾ ਮਹੱਤਵਪੂਰਨ ਰਾਜ ਸੀਗਾ ਜਿਹਦੀ ਰਾਜਧਾਨੀ ਕੀ ਸੀ ਚਿਤੌੜ। ਇਹ ਯਾਦ ਰੱਖਣਾ ਵਾ। ਸੁਲਤਾਨ ਜਿਹੜਾ ਸੀਗਾ, ਠੀਕ ਆ, ਉਹਦਾ ਮਤਲਬ ਕੀ ਸੀਗਾ ਕਿ ਮੈਂ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਵਾ। ਠੀਕ ਆ, ਰਾਜਪੂਤ ਰਾਜ ਆ ਜਿਹੜਾ ਉਹਦੇ ਉੱਪਰ ਜਿੱਤ ਪ੍ਰਾਪਤ ਕਰਨੀ ਆ। ਅਤੇ ਉਸ ਸਮੇਂ ਜਿਹੜਾ ਮੇਵਾੜ ਦਾ ਰਾਜਾ ਸੀ ਕੌਣ ਸੀ, ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਰਤਨ ਸਿੰਘ ਸੀਗਾ। ਠੀਕ ਹੈ, ਦੇਖੋ ਲਿਖਿਆ ਹੋਇਆ ਨਾ, ਰਤਨ ਸਿੰਘ ਸੀਗਾ। ਅਤੇ ਉਹਦੀ ਜਿਹੜੀ ਪਤਨੀ ਸੀ ਪਦਮਨੀ ਸੀ, ਉਹਨੇ ਅਲਾਉਦੀਨ ਨੇ ਸੁਣਿਆ ਹੋਇਆ ਸੀ ਕਿ ਉਹਦੀ ਪਤਨੀ ਆ ਜਿਹੜੀ ਬਹੁਤ ਸੁੰਦਰ ਆ, ਉਹਨੂੰ ਦੇਖਣਾ ਚਾਹੁੰਦਾ ਸੀਗਾ। ਠੀਕ ਆ, ਇਹ ਇੱਕ ਉੱਥੋਂ ਦੀ ਪ੍ਰਚਲਿਤ ਕਥਾ ਵਾ। ਅਤੇ ਰਾਜਾ ਜਿਹੜਾ ਰਤਨ ਸਿੰਘ ਆ ਉਹਨੇ ਬੜੀ ਉਦਾਰਤਾ ਨਾਲ ਜਿਹੜਾ ਸੀ ਸੁਲਤਾਨ ਨੂੰ ਸ਼ੀਸ਼ੇ ਦੇ ਰਾਹੀਂ ਆਪਣੀ ਜਿਹੜੀ ਪਤਨੀ ਸੀ ਉਹਦਾ ਮੂੰਹ ਦਿਖਾਤਾ ਸੀਗਾ। ਪਰ ਜਿਹੜਾ ਸੁਲਤਾਨ ਸੀਗਾ ਉਹ ਕੀ ਸੀਗਾ ਕਿ ਮਾਣ ਕਰਨ ਲਈ ਉਸਨੂੰ ਚਿਤੌੜ ਦੇ ਬਾਹਰਲੇ ਦਰਵਾਜ਼ੇ ਤੱਕ ਛੱਡਣ ਗਿਆ ਸੀਗਾ। ਹੁਣ ਅਲਾਉਦੀਨ ਨੂੰ ਅਲਾਉਦੀਨ ਨੇ ਉੱਥੇ ਕੀ ਕੀਤਾ ਕਿ ਧੋਖੇ ਨਾਲ ਰਤਨ ਸਿੰਘ ਨੂੰ ਬੰਦੀ ਬਣਾ ਲਿਆ ਅਤੇ ਆਪਣੇ ਨਾਲ ਲੈ ਗਿਆ। ਜਦੋਂ ਨਾਲ ਲੈ ਗਿਆ ਤਾਂ ਜਿਹੜੀ ਉਹਨੇ ਰਾਣੀ ਪਦਮਨੀ ਨੂੰ ਉੱਥੇ ਆਉਣ ਲਈ ਕਿਹਾ ਕਿ ਤੂੰ ਮੇਰੇ ਹਰਮ ਵਿੱਚ ਆ ਜਾ ਅਤੇ ਮੈਂ ਤੇਰੇ ਪਤੀ ਨੂੰ ਜਿਹੜਾ ਛੱਡ ਦੂੰਗਾ। ਠੀਕ ਆ, ਰਾਣੀ ਨੇ ਉੱਤਰ ਵਿੱਚ ਭੇਜਤਾ ਕਿ ਮੈਂ ਆਪਣੀਆਂ ਜਿਹੜੀਆਂ ਹੈਗੀਆਂ 700 ਦਾਸੀਆਂ ਦੇ ਨਾਲ ਆਉਂਦੀ ਹਾਂ, ਰਾਜਪੂਤ ਦਾਸੀਆਂ ਦੇ ਨਾਲ। ਅਤੇ ਜਦੋਂ ਉਹ ਜਾਣ ਲੱਗੀ ਤਾਂ ਉਹ ਕੀ ਸੀਗਾ ਕਿ ਦਾਸੀਆਂ ਦੇ ਭੇਸ ਵਿੱਚ ਆਪਣੇ ਸੈਨਿਕਾਂ ਨੂੰ ਨਾਲ ਲੈ ਗਈ ਸੀ। ਸੈਨਿਕਾਂ ਨੇ ਉੱਥੋਂ ਕੀ ਕੀਤਾ ਕਿ ਜਿਹੜਾ ਰਤਨ ਸਿੰਘ ਸੀਗਾ ਉਹਨੂੰ ਵੀ ਛਡਾ ਕੇ ਉਹ ਵਾਪਸ ਲੈ ਆਏ ਸੀਗੇ। ਅਤੇ ਜਿਹੜਾ ਅਲਾਉਦੀਨ ਸੀ ਉਹ ਤੋਂ ਜਿਹੜਾ ਸੀ ਇਹ ਬਰਦਾਸ਼ਤ ਨਹੀਂ ਹੋਇਆ ਅਤੇ ਉਹਨੇ ਕੀ ਸੀਗਾ ਉੱਥੇ ਹਮਲਾ ਕਰਤਾ। ਠੀਕ ਆ, ਮੇਵਾੜ 'ਤੇ ਹਮਲਾ ਕਰਤਾ ਅਤੇ ਇਸ ਬਹੁਤ ਘਮਾਸਾਨ ਦਾ ਯੁੱਧ ਹੋਇਆ ਜਿਹੜਾ 5 ਮਹੀਨੇ ਤੱਕ ਚੱਲਦਾ ਰਿਹਾ। ਰਾਜਪੂਤਾਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਇਹਦੇ ਵਿੱਚ ਰਾਜਪੂਤਾਂ ਦੇ ਜਿਹੜੇ ਦੋ ਮਸ਼ਹੂਰ ਸੀਗੇ ਯੋਧੇ, ਠੀਕ ਆ, ਗੋਰਾ ਅਤੇ ਬਾਦਲ, ਇੱਥੇ ਪੜ੍ਹਿਆ ਨਾ ਆਪਾਂ ਇਹਦੇ, ਇਹ ਵੀ ਦੋਨੇ ਕੀ ਸੀਗੇ ਮਾਰੇ ਗਏ ਸੀਗੇ, ਇਸ ਯੁੱਧ ਦੇ ਵਿੱਚ ਸ਼ਹੀਦ ਹੋ ਗਏ ਸੀਗੇ। ਠੀਕ ਆ, ਬਹੁਤ ਬਹਾਦਰੀ ਨਾਲ ਰਾਜਾ ਰਤਨ ਸਿੰਘ ਵੀ ਲੜਿਆ। ਪਰ ਜਦੋਂ ਮਤਲਬ ਉਹਦੀ ਪਤਨੀ ਸੀਗੀ ਜਿਹੜੀ ਪਦਮਨੀ, ਠੀਕ ਆ, ਉਹਨੂੰ ਪਤਾ ਲੱਗਿਆ ਕਿ ਉਹਦਾ ਪਤੀ ਆ ਜਿਹੜਾ ਉਹ ਯੁੱਧ ਵਿੱਚ ਹਾਰਨ ਵਾਲਾ ਵਾ ਜਾਂ ਮਰਨ ਵਾਲਾ ਵਾ, ਤਾਂ ਉਹਨੇ ਆਪਣੇ ਸਤੀਪਨ ਦੀ ਰੱਖਿਆ ਕਰਦੇ ਹੋਏ ਜੌਹਰ ਦੀ ਪ੍ਰਥਾ ਦਾ ਪਾਲਣ ਕੀਤਾ ਸੀ ਅਤੇ ਜਿਉਂਦੀਆਂ ਉਹ ਜਿਹੜੀਆਂ ਸੀ ਅਗਨੀ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਸਮਰਪਿਤ ਕਰਤਾ ਸੀਗਾ। ਠੀਕ ਹੈ, ਇਸ ਤਰ੍ਹਾਂ ਜਿਹੜੀ ਇਹ ਲੜਾਈ ਹੈ ਇਹਦਾ ਬਹੁਤ ਮਹੱਤਵ ਸੀਗਾ। ਹੁਣ ਜਦੋਂ ਅਲਾਉਦੀਨ ਆ ਜਿਹੜਾ ਉਹਨੇ ਚਿਤੌੜ 'ਤੇ ਅਧਿਕਾਰ ਕਰ ਲਿਆ, ਠੀਕ ਆ, ਤਾਂ ਉਹਨੇ ਕੀ ਕੀਤਾ ਕਿ ਚਿਤੌੜ ਜਿੱਤਣ ਤੋਂ ਬਾਅਦ ਇਹਦਾ ਨਾਂ ਜਿਹੜਾ ਸੀ ਖਿਜਰਾਬਾਦ ਰੱਖਿਆ ਸੀ। ਉਹਦਾ ਇਹ ਖਿਜਰਾਬਾਦ ਨਾਂ ਉਹਨੇ ਆਪਣਾ ਪੁੱਤਰ ਜਿਹੜਾ ਖਿਜਰ ਖਾਂ ਵਾ ਉਹਦੇ ਨਾਂ 'ਤੇ ਰੱਖਿਆ ਸੀ। ਠੀਕ ਆ, ਅਤੇ ਉਹਨੂੰ ਹੀ ਜਿਹੜਾ ਸੀਗਾ ਉੱਥੋਂ ਦਾ ਸ਼ਾਸਕ ਬਣਾਤਾ ਸੀ ਖਿਜਰ ਖਾਂ ਨੂੰ। ਇਹ ਯਾਦ ਰੱਖਣਾ, ਖਿਜਰ ਖਾਂ ਨੂੰ ਉਹਨੇ ਚਿਤੌੜ ਦਾ ਸ਼ਾਸਕ ਬਣਾਤਾ ਸੀਗਾ ਅਲਾਉਦੀਨ ਨੇ, ਅਤੇ ਉਹਦੇ ਨਾਂ 'ਤੇ ਜਿਹੜਾ ਸੀਗਾ ਚਿਤੌੜ ਦਾ ਨਾਂ ਉਹਨੇ ਖਿਜਰਾਬਾਦ ਰੱਖਤਾ ਸੀਗਾ। ਤੋਂ ਬਾਅਦ ਹੈ ਮਾਲਵਾ ਦੀ ਜਿੱਤ। ਹੁਣ ਅਲਾਉਦੀਨ ਨੇ 1305 ਈਸਵੀ ਵਿੱਚ ਆਇਨ ਉਲ ਮੁਲਕ ਨੂੰ ਮਾਲਵਾ 'ਤੇ ਹਮਲਾ ਕਰਨ ਲਈ ਭੇਜਿਆ। ਰਾਏ ਮੈਲਕ ਦੇਵ ਜਿਹੜਾ ਸੀ ਮਾਲਵਾ ਦਾ ਸ਼ਾਸਕ ਸੀਗਾ, ਪਰੰਤੂ ਉਸ ਦਾ ਜਿਹੜਾ ਵਜ਼ੀਰ ਕੋਕਾ ਪ੍ਰਧਾਨ ਸੀ ਉਹਦੇ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਸੀ। ਸ਼ਾਸਕ ਤਾਂ ਜਿਹੜਾ ਸੀਗਾ ਹਾਲੇ ਕਮਜ਼ੋਰ ਸੀਗਾ। ਠੀਕ ਆ, 24 ਦਸੰਬਰ 1305 ਈਸਵੀ ਨੂੰ ਮੁਸਲਮਾਨਾਂ ਦਾ ਜਿਹੜਾ ਸੀ ਮਾਂਡੂ ਦੇ ਕਿਲ੍ਹੇ ਉੱਤੇ ਅਧਿਕਾਰ ਹੋ ਗਿਆ ਸੀ ਅਤੇ ਅਲਾਉਦੀਨ ਨੇ ਆਇਨ ਉਲ ਮੁਲਕ ਦੀ ਜਿਹੜੀ ਸੀ ਇਸ ਸ਼ਾਨਦਾਰ ਜਿੱਤ ਤੋਂ ਖੁਸ਼ ਹੋ ਕੇ ਮਾਲਵਾ ਦਾ ਜਿਹੜਾ ਉਹਨੂੰ ਗਵਰਨਰ ਨਿਯੁਕਤ ਕਰਤਾ ਸੀਗਾ। ਠੀਕ ਆ, ਆਇਨ ਉਲ ਮੁਲਕ ਨੂੰ ਮਾਲਵਾ ਦਾ ਗਵਰਨਰ ਨਿਯੁਕਤ ਕਰਤਾ ਸੀ ਉਹਨੇ ਇਹਨੂੰ ਜਿੱਤਣ ਤੋਂ ਬਾਅਦ।
ਕਿਉਂਕਿ ਉੱਥੇ ਰਾਜਾ ਤਾਂ ਕਮਜ਼ੋਰ ਸੀਗਾ, ਠੀਕ ਆ। ਜਿਹੜਾ ਸੈਨਾਪਤੀ ਸੀਗਾ ਉਹੀ ਸ਼ਕਤੀਸ਼ਾਲੀ ਸੀਗਾ, ਉਹਨੇ ਥੋੜ੍ਹਾ ਬਹੁਤਾ ਉਹਦਾ ਮੁਕਾਬਲਾ ਕੀਤਾ ਸੀਗਾ। ਹੁਣ ਅੱਗੇ ਆ ਗਿਆ ਸ਼ਿਵਾਨਾ ਦੀ ਜਿੱਤ। ਇੱਥੋਂ ਦਾ ਸ਼ਾਸਕ ਸ਼ੀਤਲ ਦੇਵ ਪਰਮਾਰ ਵੰਸ਼ ਦਾ ਸੀਗਾ ਅਤੇ ਅਲਾਉਦੀਨ ਖਿਲਜੀ ਨੇ 1308 ਈਸਵੀ ਵਿੱਚ ਸ਼ਿਵਾਨਾ ਵਿਖੇ ਆਪਣੀ ਸੈਨਾ ਭੇਜੀ। ਜਦੋਂ ਸੈਨਾ ਨੂੰ ਕੋਈ ਖਾਸ ਸਫਲਤਾ ਨਾ ਮਿਲੀ ਤਾਂ ਉਸਨੇ 3 ਜੁਲਾਈ 1309 ਈਸਵੀ ਨੂੰ ਆਪ ਸੈਨਾ ਸਹਿਤ ਸ਼ਿਵਾਨਾ ਵੱਲ ਕੂਚ ਕੀਤਾ ਅਤੇ ਉਸਨੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਕਮਾਲੋਦੀਨ ਸੀਗਾ ਉਹਨੂੰ ਕਿਲ੍ਹੇ ਅਤੇ ਪ੍ਰਦੇਸ਼ ਦਾ ਗਵਰਨਰ ਨਿਯੁਕਤ ਕਰਤਾ। ਅੱਗੇ ਹੈ ਜਲੌਰ ਦੀ ਜਿੱਤ। 1311 ਈਸਵੀ ਵਿੱਚ ਉੱਥੋਂ ਦੇ ਸ਼ਾਸਕ ਕਨਹੜ ਦੇਵ ਨੂੰ ਮਾਰ ਕੇ ਕਮਾਲੋਦੀਨ ਜਿਹੜਾ ਸੀਗਾ ਉਹਨੇ ਜਲੌਰ ਦੇ ਕਿਲ੍ਹੇ ਅਤੇ ਰਾਜ ਨੂੰ ਦਿੱਲੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀਗਾ। ਇਹ ਤਾਂ ਸੀਗੇ ਜਿਹੜੇ ਉੱਤਰੀ ਭਾਰਤ ਦੇ ਇਲਾਕੇ ਉਹਨਾਂ ਨੇ ਜਿੱਤੇ ਸੀਗੇ, ਠੀਕ ਆ। ਹੁਣ ਆ ਗਿਆ ਦੱਖਣੀ ਭਾਰਤ ਦੀਆਂ ਜਿੱਤਾਂ। ਇਹਨਾਂ ਦੂਰ ਦੇ ਪ੍ਰਦੇਸ਼ਾਂ ਦੀਆਂ ਜਿੱਤਾਂ ਦਾ ਕੰਮ ਅਲਾਉਦੀਨ ਨੇ ਆਪਣੇ ਯੋਗ ਸੈਨਾਪਤੀ ਮਾਲਿਕ ਕਫੂਰ ਨੂੰ ਸੌਂਪਿਆ, ਠੀਕ ਆ, ਜਿਹੜਾ ਉਹਨੇ 1000 ਦਿਨਾਰ ਵਿੱਚ ਨੁਸਰਤ ਖਾਨ ਨੇ ਖਰੀਦਿਆ ਸੀ ਖੰਬਾਤ ਤੋਂ। 1306 ਤੋਂ 1313 ਈਸਵੀ ਤੱਕ ਦੱਖਣ ਦੇ 4 ਪ੍ਰਸਿੱਧ ਰਾਜਾਂ ਦੇਵਗਿਰੀ, ਵਰੰਗਲ, ਦੁਆਰ ਸਮੁੰਦਰ ਅਤੇ ਮਦਰਾ ਨੂੰ ਜਿਹੜਾ ਸੀ ਅਧੀਨ ਕਰ ਲਿਆ ਗਿਆ ਸੀਗਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਦੇਵਗਿਰੀ। ਦੇਵਗਿਰੀ ਹੈ ਜਿਹੜਾ 1306 ਈਸਵੀ ਵਿੱਚ ਮਲਿਕ ਕਫੂਰ ਨੇ ਕੀ ਕੀਤਾ ਕਿ ਰਾਮਚੰਦਰ 'ਤੇ ਹਮਲਾ ਕਰਤਾ, ਠੀਕ ਆ। ਅਤੇ ਜਿਹੜਾ ਰਾਮਚੰਦਰ ਸੀਗਾ ਉਹ ਵੀ ਅੱਗੇ ਕਮਜ਼ੋਰ ਸ਼ਾਸਕ ਸੀਗਾ, ਉਹਨੇ ਉਹਦੇ ਨਾਲ ਯੁੱਧ ਕਰਨ ਦੀ ਬਜਾਏ ਕੀ ਕੀਤਾ ਕਿ ਉਹਨਾਂ ਸਾਹਮਣੇ ਗੋਡੇ ਟੇਕ ਦਿੱਤੇ ਅਤੇ ਹਰ ਸਾਲ ਸੁਲਤਾਨ ਨੂੰ ਜਿਹੜੀ ਸੀ ਧਨ ਰਾਸ਼ੀ ਭੇਜਣ ਦਾ ਵਚਨ ਵੀ ਦਿੱਤਾ। ਸੁਲਤਾਨ ਨੇ ਉਸ ਨੂੰ ਦੇਵਗਿਰੀ ਦਾ ਰਾਜਾ ਮੰਨ ਲਿਆ ਅਤੇ ਨਾਲ ਹੀ ਕੀ ਕੀਤਾ ਰਾਏ ਰਾਇਆ ਦੀ ਉਪਾਧੀ ਦਿੱਤੀ, ਠੀਕ ਆ। ਇਹ ਯਾਦ ਰੱਖਣਾ ਕਿ ਜਿਹੜਾ ਅਲਾਉਦੀਨ ਖਿਲਜੀ ਸੀ ਉਹਨੇ ਰਾਏ ਰਾਇਆ ਦੀ ਉਪਾਧੀ ਕਿਹਨੂੰ ਦਿੱਤੀ ਸੀ, ਤਾਂ ਇਹ ਦਿੱਤੀ ਸੀਗੀ ਰਾਮਚੰਦਰ ਨੂੰ, ਜਿਹੜਾ ਕਿੱਥੋਂ ਦਾ ਸ਼ਾਸਕ ਸੀ, ਦੇਵਗਿਰੀ ਦਾ ਸ਼ਾਸਕ ਸੀਗਾ, ਠੀਕ ਆ। ਜਦੋਂ ਉਹਨੇ ਅਧੀਨਤਾ ਮੰਨ ਲਈ ਸੀ ਤਾਂ ਉਹਨੂੰ ਉਪਾਧੀ ਵੀ ਦਿੱਤੀ ਅਤੇ ਉਹਦਾ ਰਾਜ ਵੀ ਵਾਪਸ ਦਿੱਤਾ। ਗੁਜਰਾਤ ਦੇ ਸ਼ਾਸਕ ਕਰਨਦੇਵ ਦੀ ਪੁੱਤਰੀ ਜਿਹੜੀ, ਹੁਣ ਦੇਖੋ ਗੁਜਰਾਤ ਦਾ ਜਿਹੜਾ ਸ਼ਾਸਕ ਸੀ ਨਾ ਕਰਨਦੇਵ, ਉਹ ਆਪਣੀ ਪੁੱਤਰੀ ਨੂੰ ਲੈ ਕੇ ਭੱਜ ਕੇ ਦੇਵਗਿਰੀ ਵਿੱਚ ਚਲਿਆ ਗਿਆ ਸੀ। ਹੁਣ ਇੱਥੋਂ ਜਿਹੜੀ ਸੀ ਕਰਨਦੇਵ ਦੀ ਪੁੱਤਰੀ ਦੇਵਲ ਦੇਵੀ ਜਿਹੜੀ ਸੀਗੀ ਉਹਨੂੰ ਦਿੱਲੀ ਭੇਜਤਾ ਅਤੇ ਉਹਦਾ ਵਿਆਹ ਜਿਹੜਾ ਸੀਗਾ ਅਲਾਉਦੀਨ ਦੇ ਪੁੱਤਰ ਖਿਜਰ ਖਾਂ ਨਾਲ ਕੀਤਾ ਗਿਆ ਸੀਗਾ। ਵਾਰੰਗਲ ਦੀ ਜਿੱਤ। 1309 ਤੋਂ 10 ਈਸਵੀ ਵਿੱਚ ਵਾਰੰਗਲ ਦੇ ਰਾਜੇ ਰੁਦਰ ਪ੍ਰਤਾਪ ਦੇਵ ਨੇ ਸੁਲਤਾਨ ਦੀ ਅਧੀਨਤਾ ਸਵੀਕਾਰ ਕਰ ਲਈ। ਦੇਖੋ ਕਿਵੇਂ ਜਿਹੜੀ ਸੀ ਸਵੀਕਾਰ ਕੀਤੀ। ਜਿਹੜਾ ਦੇਵਗਿਰੀ ਦੀ ਜਿੱਤ ਤੋਂ ਬਾਅਦ ਉਤਸ਼ਾਹਿਤ ਹੋ ਕੇ ਹੁਣ ਜਿਹੜਾ ਸੁਲਤਾਨ ਸੀ ਨਾ ਉਹਨੇ ਤੇਲੰਗਾਨਾ ਦਾ ਰਾਜ ਆ ਜਿਹੜਾ ਉਹਨੂੰ ਜਿੱਤਣ ਦੀ ਵੀ ਯੋਜਨਾ ਬਣਾ ਲਈ, ਠੀਕ ਆ। ਤੇਲੰਗਾਨਾ ਦੀ ਰਾਜਧਾਨੀ ਕਿਹੜੀ ਸੀ, ਵਾਰੰਗਲ ਸੀਗੀ ਤੇਲੰਗਾਨਾ ਦੀ ਰਾਜਧਾਨੀ, ਠੀਕ ਆ। ਅਲਾਉਦੀਨ ਦੀ ਮੁਹਿੰਮ ਜਿਹੜੀ ਸੀਗੀ ਉਹਦਾ ਮੁੱਖ ਉਦੇਸ਼ ਸੀਗਾ ਵੀ ਤੇਲੰਗਾਨਾ ਉੱਤੇ ਅਧਿਕਾਰ ਨਹੀਂ ਕਰਨਾ, ਮੈਂ ਉੱਥੋਂ ਕੀ ਪ੍ਰਾਪਤ ਕਰਨਾ ਵਾ, ਬਹੁਤ ਜ਼ਿਆਦਾ ਧਨ ਦੌਲਤ ਪ੍ਰਾਪਤ ਕਰਨਾ ਵਾ, ਕਿਉਂਕਿ ਉਹਨੇ ਸੁਣਿਆ ਹੋਇਆ ਸੀ ਵੀ ਦੱਖਣ ਦੇ ਰਾਜਾ ਜਿਹੜੇ ਉਹਨਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਸੰਪੱਤੀ ਆ, ਉਹਨੂੰ ਲੁੱਟਣਾ ਚਾਹੁੰਦਾ ਸੀ ਉਹ। ਸੁਲਤਾਨ ਨੇ ਆਦੇਸ਼ ਦਿੱਤਾ ਅਤੇ ਜਿਹੜੀ ਸ਼ਾਹੀ ਸੈਨਾ ਸੀ ਉਹਨਾਂ ਨੇ ਕੀ ਕੀਤਾ ਕਿ 31 ਅਕਤੂਬਰ, ਠੀਕ ਆ, 31 ਅਕਤੂਬਰ 1309 ਈਸਵੀ ਨੂੰ ਜਿਹੜਾ ਸੀਗਾ ਮਲਿਕ ਕਫੂਰ ਦੀ ਅਗਵਾਈ ਹੇਠ ਦੱਖਣ ਵੱਲ ਕੂਚ ਕੀਤਾ ਸੀ ਅਤੇ ਲੁੱਟਮਾਰ ਕਰਦੀ ਹੋਈ ਜਿਹੜੀ ਇਹ ਸੈਨਾ ਸੀ ਕਿੱਥੇ ਪਹੁੰਚ ਗਈ, ਵਾਰੰਗਲ ਪਹੁੰਚ ਗਈ। ਅਤੇ ਉਸ ਸਮੇਂ ਉੱਥੋਂ ਦਾ ਰਾਜਾ ਕੌਣ ਸੀ, ਵਾਰੰਗਲ ਦਾ ਰਾਜਾ, ਇਹ ਯਾਦ ਰੱਖਣਾ, ਰਾਜਾ ਰੁਦਰ ਪ੍ਰਤਾਪ ਦੇਵ ਸੀਗਾ ਉੱਥੋਂ ਦਾ ਰਾਜਾ ਜਿਹੜਾ ਸੀ ਉਸ ਸਮੇਂ। ਉਹਨੇ ਪਹਿਲਾਂ ਤਾਂ ਬਹੁਤ ਵੀਰ ਜਿਹੜੀ ਸੀਗੀ ਹੈ ਨਾ ਬਹਾਦਰੀ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਸੀਗਾ, ਪਰ ਬਾਅਦ ਵਿੱਚ ਕੀ ਸੀ ਕਿ ਜ਼ਿਆਦਾ ਸਮੇਂ ਨਾ ਉਹਨਾਂ ਦੇ ਸਾਹਮਣੇ ਟਿਕ ਨਹੀਂ ਸਕਿਆ ਸੀ ਉਹ। ਤਾਂ ਉਹਨੇ ਕੀ ਕੀਤਾ, ਉਹਨੇ ਇੱਕ ਯੋਜਨਾ ਬਣਾਈ ਕਿ ਆਪਣੇ ਹਥਿਆਰ ਜਿਹੜੇ ਸੀ ਉਹਨਾਂ ਅੱਗੇ ਸੁੱਟ ਦਿੱਤੇ ਅਤੇ ਸੁਲਤਾਨ ਦੀ ਅਧੀਨਤਾ ਜਿਹੜੀ ਸੀ ਸਵੀਕਾਰ ਕਰ ਲਈ। ਅਤੇ ਨਾਲ ਹੀ ਨਾਲ ਉਹਨੇ ਕੀ ਕੀਤਾ ਕਿ ਜਿਹੜਾ ਮਲਿਕ ਕਫੂਰ ਸੀਗਾ ਉਹਨੂੰ ਬਹੁਤ ਜ਼ਿਆਦਾ ਧਨ ਦੌਲਤ ਦਿੱਤੀ, ਠੀਕ ਆ। ਕੀ ਦਿੱਤਾ ਉਹਨੂੰ, ਉਹਦੇ ਵਿੱਚ ਉਹਨੂੰ 7 ਤਾਂ ਜਿਹੜੇ ਸੀ ਹਾਥੀ ਦਿੱਤੇ ਸੀਗੇ, 7 ਜਿਹੜੇ ਸੀਗੇ ਘੋੜੇ ਦਿੱਤੇ ਸੀ ਅਤੇ ਬਹੁਤ ਸਾਰੀ ਧਨ ਰਾਸ਼ੀ ਦਿੱਤੀ ਸੀ। ਇਹਦੇ ਨਾਲ ਹੀ ਇੱਕ ਜਿਹੜੀ ਸਭ ਤੋਂ ਉਹਨੂੰ ਮਹਿੰਗੀ ਚੀਜ਼ ਦਿੱਤੀ ਸੀ ਉਹ ਦਿੱਤਾ ਸੀ ਕਾਕਤੀਏ ਵੰਸ਼ ਦੇ ਰਾਜਾ ਰੁਦਰਦੇਵ ਨੇ ਕੋਹੇਨੂਰ ਹੀਰਾ ਜਿਹੜਾ ਸੀ ਕਿਹਨੂੰ ਦਿੱਤਾ ਸੀ, ਮਲਿਕ ਕਫੂਰ ਨੂੰ ਦਿੱਤਾ ਸੀਗਾ, ਠੀਕ ਆ। ਅਤੇ ਮਲਿਕ ਕਫੂਰ ਨੇ ਜਿਹੜਾ ਇਹ ਹੀਰਾ ਵਾ ਅਲਾਉਦੀਨ ਖਿਲਜੀ ਨੂੰ ਦਿੱਤਾ ਸੀਗਾ। ਅੱਗੇ ਆਪਾਂ ਦੇਖਦੇ ਹਾਂ ਕੋਹੇਨੂਰ ਹੀਰੇ ਦਾ ਇਤਿਹਾਸ। ਦੇਖੋ ਸਭ ਤੋਂ ਪਹਿਲਾਂ ਜਿਹੜਾ ਸੀਗਾ ਕੋਹੇਨੂਰ ਹੀਰਾ ਕਿਹਦੇ ਕੋਲ ਸੀ, ਪ੍ਰਤਾਪ ਰੁਦਰਦੇਵ ਦੇ ਕੋਲ ਸੀਗਾ, ਠੀਕ ਆ। ਉਹਨੇ ਕਿਹਨੂੰ ਦਿੱਤਾ, ਮਲਿਕ ਕਫੂਰ ਨੂੰ ਦਿੱਤਾ। ਮਲਿਕ ਕਫੂਰ ਤੋਂ ਅੱਗੇ ਕਿਹਦੇ ਕੋਲ ਆ ਗਿਆ, ਮਲਿਕ ਕਫੂਰ ਨੇ ਇਹਨੂੰ ਅਲਾਉਦੀਨ ਖਿਲਜੀ ਨੂੰ ਦਿੱਤਾ। ਅਤੇ ਬਾਅਦ ਵਿੱਚ ਇਹਨੂੰ ਭਾਰਤ ਵਿੱਚੋਂ ਬਾਹਰ ਲਿਜਾਣ ਵਾਲਾ ਕੌਣ ਸੀਗਾ, ਨਾਦਰ ਸ਼ਾਹ ਇਹਨੂੰ ਜਿਹੜਾ ਸੀ ਭਾਰਤ ਤੋਂ ਬਾਹਰ ਰਹਿ ਗਿਆ ਸੀ, ਹੈ ਨਾ। ਬਾਹਰ ਲਿਜਾਣ ਤੋਂ ਬਾਅਦ ਫਿਰ ਕਿਸੇ ਨਾ ਕਿਸੇ ਤਰ੍ਹਾਂ ਹੀ ਕਿਹਦੇ ਕੋਲ ਚਲਿਆ ਗਿਆ, ਅਫਗਾਨ ਦਾ ਸ਼ਾਸਕ ਜਿਹੜਾ ਸ਼ਾਹ ਸੁੱਜਾ ਸੀ ਉਹਦੇ ਕੋਲ ਚਲਿਆ ਗਿਆ। ਉਹਨੇ ਕਿਹਨੂੰ ਦਿੱਤਾ ਇਹ ਹੀਰਾ, ਮਹਾਰਾਜਾ ਰਣਜੀਤ ਸਿੰਘ ਨੂੰ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਹੀਰਾ ਕਿਹਦੇ ਕੋਲ ਆਇਆ,
ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ ਉਹਨਾਂ ਕੋਲ ਆਇਆ। ਉਹਨਾਂ ਤੋਂ ਕਿੱਥੇ ਚਲਿਆ ਗਿਆ? ਅੰਗਰੇਜ਼ਾਂ ਕੋਲ। ਠੀਕ ਆ। ਅਤੇ 1911 ਈਸਵੀ ਵਿੱਚ ਜਿਹੜਾ ਸੀ ਇਹ ਹੀਰਾ ਸੀ ਰਾਣੀ ਮੈਰੀ ਦੇ ਤਾਜ ਵਿੱਚ ਜੜਿਆ ਗਿਆ ਸੀ ਅਤੇ ਉਹ ਤੋਂ ਬਾਅਦ ਰਾਣੀ ਐਲਿਜ਼ਾਬੇਥ ਦੇ ਤਾਜ ਵਿੱਚ। ਅਤੇ 1937 ਤੋਂ ਬਾਅਦ ਜਿਹੜਾ ਇਹ ਹੀਰਾ ਹੁਣ ਕਿੱਥੇ ਆ? ਲੰਡਨ ਵਿੱਚ, ਲੰਡਨ ਦੇ ਸੰਗ੍ਰਹਿਆਲਿਆ ਵਿੱਚ ਰੱਖਿਆ ਹੋਇਆ ਵਾ। ਦਰਸ਼ਕ ਇਹਨੂੰ ਦੂਰੋਂ ਦੂਰੋਂ ਦੇਖਣ ਲਈ ਜਾਂਦੇ ਨੇ। ਠੀਕ ਹੈ। ਇਹ ਕੋਹੇਨੂਰ ਹੀਰਾ ਦੀ ਜਿਹੜੀ ਹੈਗੀ ਆ ਯਾਤਰਾ ਵਾ ਸਾਰੀ। ਕੋਹੇਨੂਰ ਹੀਰਾ ਵਾ ਜਿਹੜਾ ਇਹ ਗੋਲਕੁੰਡਾ ਦੀਆਂ ਖਾਣਾਂ ਦੇ ਵਿੱਚੋਂ ਪ੍ਰਾਪਤ ਹੋਇਆ ਸੀਗਾ। ਹੁਣ ਅੱਗੇ ਹੈ ਦੁਆਰ ਸਮੁੰਦਰ ਦੀ ਜਿੱਤ। ਠੀਕ ਆ। ਜਿਹੜੀ ਕਦੋਂ ਹੋਈ? 1310 ਤੋਂ 11 ਈਸਵੀ ਵਿੱਚ। ਉੱਥੋਂ ਦੇ ਸ਼ਾਸਕ ਬੀਰ ਬਲਾਲ ਤੀਜੇ ਨੇ ਮਲਿਕ ਕਫੂਰ ਨਾਲ ਸਮਝੌਤਾ ਕਰ ਲਿਆ ਅਤੇ ਸੁਲਤਾਨ ਦੀ ਜਿਹੜੀ ਸੀ ਅਧੀਨਗੀ ਸਵੀਕਾਰ ਕਰ ਲਈ ਸੀਗੀ। ਅੱਗੇ ਹੈ ਮਦੁਰਾ ਦੀ ਜਿੱਤ, ਜਿਹੜੀ ਕਦੋਂ ਹੋਈ ਆ? 311 ਈਸਵੀ ਵਿੱਚ। ਮਲਿਕ ਕਫੂਰ ਨੇ ਸੁੰਦਰ ਪਾਂਡਿਆ ਅਤੇ ਬੀਰ ਪਾਂਡਿਆ ਦੀ ਆਪਸੀ ਲੜਾਈ ਦਾ ਫਾਇਦਾ ਉਠਾਉਂਦੇ ਹੋਏ ਕੀ ਸੀਗਾ ਕਿ ਉੱਥੋਂ ਉਹਨੇ ਸੁੰਦਰ ਪਾਂਡਿਆ ਨਾਲ ਗੱਠਜੋੜ ਕਰ ਲਿਆ ਸੀਗਾ। ਠੀਕ ਆ। ਅਤੇ ਉਹਨੂੰ ਹਰਾਤਾ ਸੀਗਾ ਬੀਰ ਪਾਂਡਿਆ ਨੂੰ, ਅਤੇ ਉੱਥੋਂ ਬਹੁਤ ਜ਼ਿਆਦਾ ਧਨ ਦੌਲਤ ਪ੍ਰਾਪਤ ਕੀਤੀ ਸੀਗੀ। ਅੱਗੇ ਹੈ ਦੇਵਗਿਰੀ ਦੀ ਦੁਬਾਰਾ ਜਿੱਤ। 1313 ਈਸਵੀ ਨੂੰ ਸ਼ੰਕਰ ਦੇਵ ਨੂੰ ਹਰਾ ਕੇ ਦੇਵਗਿਰੀ ਨੂੰ ਸਾਮਰਾਜ ਵਿੱਚ ਜਿਹੜਾ ਸੀ ਸ਼ਾਮਲ ਕਰ ਲਿਆ ਸੀਗਾ ਉਹਨੇ, ਮਲਿਕ ਕਫੂਰ ਨੇ। ਹੁਣ ਅੱਗੇ ਹੈ ਅਲਾਉਦੀਨ ਦੀਆਂ ਦੱਖਣੀ ਭਾਰਤ ਦੀਆਂ ਜਿਹੜੀਆਂ ਇਹ ਸਾਰੀਆਂ ਮੁਹਿੰਮਾਂ ਹੋਈਆਂ ਦੱਖਣੀ ਭਾਰਤ 'ਤੇ ਉਹਨੇ ਹਮਲੇ ਕੀਤੇ ਆ। ਠੀਕ ਆ। ਉਹਨੇ ਕਿਉਂ ਕੀਤੇ? ਉਹਦਾ ਕੀ ਉਦੇਸ਼ ਸੀਗਾ ਇਹਨਾਂ ਦੇ ਪਿੱਛੇ? ਕੀ ਉਹ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ? ਨਹੀਂ, ਬਿਲਕੁਲ ਨਹੀਂ। ਅਸਲ ਵਿੱਚ ਕੀ ਸੀਗਾ ਕਿ ਅਧੀਨਤਾ ਜਿਹੜੀ ਸੀ ਸਵੀਕਾਰ ਕਰਨ ਦੇ ਲਈ ਮਜਬੂਰ ਕਰਨਾ ਚਾਹੁੰਦਾ ਸੀ ਉਹਨਾਂ ਰਾਜਿਆਂ ਨੂੰ। ਅਤੇ ਨਾ ਮੋਟਿਵ ਜਿਹੜਾ ਸੀ ਉਹ ਕੀ ਸੀਗਾ ਕਿ ਦੱਖਣ ਤੋਂ ਧਨ ਦੌਲਤ ਪ੍ਰਾਪਤ ਕਰਨਾ ਚਾਹੁੰਦਾ ਸੀ ਉਹ। ਦੱਖਣ ਦੇ ਰਾਜ ਕਾਫੀ ਅਮੀਰ ਸੀ ਕਿਉਂਕਿ ਬੰਦਰਗਾਹਾਂ ਸੀ, ਉਹ ਵਪਾਰ ਵਗੈਰਾ ਬਹੁਤ ਕਰਦੇ ਸੀਗੇ। ਅੱਗੇ ਹੈ ਅਲਾਉਦੀਨ ਦੀ ਦੱਖਣੀ ਨੀਤੀ ਦੀ ਸਫਲਤਾ ਦੇ ਕੀ ਕਾਰਨ ਨਿਕਲੇ ਹੁਣ? ਕਿ ਉਹਨੂੰ ਦੱਖਣੀ ਨੀਤੀ ਵਿੱਚ ਸਫਲਤਾ ਕਿਵੇਂ ਮਿਲ ਗਈ? ਕਿਉਂਕਿ ਰਾਜੇ ਜਿਹੜੇ ਸੀ ਜਲਦੀ ਉਹਦੀ ਅਧੀਨਤਾ ਸਵੀਕਾਰ ਕਰ ਲੈਂਦੇ ਸੀਗੇ। ਦੱਖਣੀ ਸ਼ਾਸਕਾਂ ਦੀ ਆਪਸੀ ਦੁਸ਼ਮਣੀ ਅਤੇ ਈਰਖਾ ਸੀਗੀ। ਦੂਜੀ, ਦੱਖਣੀ ਰਾਜਾਂ ਦੀ ਜਿਹੜੀ ਸੀ ਦੋਸ਼ਪੂਰਨ ਸੈਨਿਕ ਪ੍ਰਣਾਲੀ ਸੀਗੀ। ਅਲਾਉਦੀਨ ਨੇ ਤਾਂ ਆਪਣੀ ਜਿਹੜੀ 4 ਲੱਖ ਸੈਨਾ ਦੀ ਸੈਨਿਕਾਂ ਦੀ ਜਿਹੜੀ ਸੈਨਾ ਸੀ ਨਾ ਕਿੰਨੀ ਸੁਸੰਗਠਿਤ ਬਣਾਈ ਸੀ। ਦੇਖੋ ਲਿਖਿਆ ਹੋਇਆ ਅਲਾਉਦੀਨ ਦੀ ਸੁਸੰਗਠਿਤ ਸੈਨਾ ਸੀਗੀ। ਮਲਿਕ ਕਫੂਰ ਦੀ ਸੈਨਾਪਤੀ ਦੇ ਰੂਪ ਵਿੱਚ ਜਿਹੜੀ ਸੀ ਅਸਾਧਾਰਨ ਯੋਗਤਾ ਸੀਗੀ ਕਿਉਂਕਿ ਉਹ ਸੈਨਿਕਾਂ ਦੇ ਪੱਖੋਂ ਤਾਂ ਉਹ ਕਾਫੀ ਜਿਹੜਾ ਸੀਗਾ ਮਹਾਨ ਯੋਧਾ ਸੀਗਾ ਮਲਿਕ ਕਫੂਰ। ਦੱਖਣੀ ਜਿੱਤਾਂ ਸਾਰੀਆਂ ਉਹਨੇ ਪ੍ਰਾਪਤ ਕੀਤੀਆਂ ਸੀ। ਹੁਣ ਅੱਗੇ ਕੇਂਦਰੀ ਰਾਜ ਪ੍ਰਬੰਧ ਜਿਹੜਾ ਸੀ ਉਹ ਕਿਹੋ ਜਿਹਾ ਸੀਗਾ? ਦੇਖੋ ਹੁਣ ਉਹਨੇ ਐਡਾ ਵੱਡਾ ਆਪਣਾ ਰਾਜ ਤਾਂ ਬਣਾ ਲਿਆ, ਇੰਨਾ ਵਿਸਥਾਰ ਕਰ ਲਿਆ, ਉਹਦਾ ਅਧੀਨਤਾ ਵੀ ਸਵੀਕਾਰ ਕਰਵਾ ਲਈ ਰਾਜਿਆਂ ਤੋਂ, ਉੱਤਰ ਵਿੱਚ ਵੀ ਅਤੇ ਦੱਖਣ ਵਿੱਚ ਵੀ। ਹੁਣ ਉਹਦਾ ਜਿਹੜਾ ਸ਼ਾਸਨ ਪ੍ਰਬੰਧ ਉਹਨੇ ਕਿਵੇਂ ਚਲਾਇਆ? ਸੁਲਤਾਨ ਰਾਜ ਪ੍ਰਬੰਧ ਦਾ ਮੁਖੀਆ ਸੀਗਾ। ਠੀਕ ਹੈ। ਫਿਰ ਉਹਨੇ ਬਣਾਇਆ ਦੀਵਾਨੇ ਵਜ਼ਾਰਤ। ਦੀਵਾਨੇ ਵਜ਼ਾਰਤ ਕੀ ਸੀ? ਮਹੱਤਵਪੂਰਨ ਵਿਭਾਗ ਸੀ। ਇਸ ਦੇ ਮੁਖੀ ਨੂੰ ਵਜ਼ੀਰ ਕਿਹਾ ਜਾਂਦਾ ਸੀ ਜੋ ਕਿ ਸੀਗਾ ਪ੍ਰਧਾਨ ਮੰਤਰੀ ਦੇ ਸਮਾਨ ਸੀ। ਪ੍ਰਧਾਨ ਮੰਤਰੀ ਵਾਲੇ ਸਾਰੇ ਕੰਮ ਕੌਣ ਕਰਦਾ ਸੀਗਾ? ਦੱਸੋ। ਦੀਵਾਨੇ ਵਜ਼ਾਰਤ ਕਰਦਾ ਸੀਗਾ। ਅੱਗੇ ਹੈ ਕੁੜੀਆਂ ਮਰੇਗਾ ਦੀਵਾਨੇ ਆਰਜ। ਦੀਵਾਨੇ ਆਰਜ ਜਿਹੜਾ ਸੀ ਇਹ ਸੈਨਾ ਦਾ ਵਿਭਾਗ ਸੀ ਜਿਸ ਦੇ ਮੁਖੀ ਨੂੰ ਆਰਜ ਮੁਮਾਲਿਕ ਕਿਹਾ ਜਾਂਦਾ ਸੀ। ਇਸ ਵਿਭਾਗ ਰਾਹੀਂ ਕੀ ਸੀ ਵੀ ਸੈਨਾ ਦੀ ਭਰਤੀ ਕੀਤੀ ਜਾਂਦੀ ਸੀਗੀ। ਅਗਲਾ ਹੈ ਦੀਵਾਨ ਇੰਛਾ, ਜਿਹੜਾ ਕਿ ਸੀਗਾ ਸ਼ਾਹੀ ਪੱਤਰ ਵਿਹਾਰ ਦਾ ਵਿਭਾਗ ਸੀਗਾ। ਇਸ ਵਿਭਾਗ ਦਾ ਜਿਹੜਾ ਮੰਤਰੀ ਸੀਗਾ ਉਹ ਸ਼ਾਹੀ ਫਰਮਾਨਾਂ ਨੂੰ ਤਿਆਰ ਕਰਦਾ ਅਤੇ ਅਧਿਕਾਰੀਆਂ ਤੱਕ ਪਹੁੰਚਾਉਂਦਾ ਸੀਗਾ। ਅੱਗੇ ਹੈ ਦੀਵਾਨੇ ਰਸਾਲਤ, ਜਿਹੜਾ ਕੀ ਸੀ ਵਿਦੇਸ਼ੀ ਕਾਰਜਾਂ ਦਾ ਮੰਤਰਾਲਾ ਸੀ। ਅਤੇ ਜਿਹੜੇ ਵੀ ਮਤਲਬ ਸਾਰੇ ਮੰਤਰੀ ਸੀਗੇ ਉਹ ਕੀ ਸੀਗੇ? ਉਹਨਾਂ ਦਾ ਮੁੱਖ ਕੰਮ ਸੀ ਕਿ ਰਾਜਾਂ ਵਿੱਚ ਰਾਜਦੂਤ ਭੇਜਣੇ, ਉਹਨਾਂ ਦੇ ਰਾਜਦੂਤ ਸਵੀਕਾਰ ਕਰਨੇ, ਫਿਰ ਵਿਦੇਸ਼ੀ ਰਾਜਾਂ ਨਾਲ ਪੱਤਰ ਵਿਹਾਰ ਕਰਨਾ, ਇਹ ਇਹਨਾਂ ਦਾ ਕੰਮ ਸੀ। ਅੱਗੇ ਹੈ ਬਖਸ਼ੀਏ ਫੌਜ, ਸੈਨਿਕਾਂ ਨੂੰ ਤਨਖਾਹਾਂ ਦੇਣ ਦਾ ਪਦ ਅਧਿਕਾਰੀ ਹੁੰਦਾ ਸੀਗਾ ਇਹ। ਅੱਗੇ ਹੈ ਕਾਜੀ ਉਲ ਕਜ਼ਾਤ, ਇਹ ਜਿਹੜਾ ਸੀਗਾ ਨਿਆਂ ਵਿਭਾਗ ਦਾ ਅਧਿਆਕਸ਼ ਸੀਗਾ ਅਤੇ ਇਹ ਕਾਜ਼ੀਆਂ ਦੇ ਕੰਮਾਂ ਦੀ ਦੇਖਭਾਲ ਕਰਦਾ ਸੀਗਾ। ਵੱਡੇ ਵੱਡੇ ਮੁਕੱਦਮਿਆਂ ਠੀਕ ਆ ਜਿਹੜੇ ਹੁੰਦੇ ਸੀਗੇ ਜਾਂ ਮੁੱਖ ਰੂਪ ਵਿੱਚ ਹੇਠਲੀਆਂ ਅਦਾਲਤਾਂ ਤੋਂ ਜਿਹੜੀਆਂ ਅਪੀਲਾਂ ਸੰਬੰਧੀ ਮੁਕੱਦਮੇ ਹੁੰਦੇ ਸੀ ਉਹਨਾਂ ਸਾਰਿਆਂ ਦਾ ਇਹ ਨਿਬੇੜਾ ਕਰਦਾ ਹੁੰਦਾ ਸੀਗਾ। ਅੱਗੇ ਹੈ ਦੀਵਾਨ ਅਸ਼ਰਫ। ਦੀਵਾਨ ਅਸ਼ਰਫ ਆ ਜਿਹੜਾ ਹੁਣ ਇਹ ਕੌਣ ਸੀ? ਦੀਵਾਨ ਅਸ਼ਰਫ ਸਾਮਰਾਜ ਦੀ ਆਮਦ ਅਤੇ ਖਰਚ ਦਾ ਹਿਸਾਬ ਕਿਤਾਬ ਰੱਖਣ ਵਾਲਾ ਮਹਿਕਮਾ ਸੀ ਜਿਸ ਦਾ ਸਭ ਤੋਂ ਉੱਚਾ ਅਧਿਕਾਰੀ ਮਹਾਲੇਖਾਕਾਰ ਹੁੰਦਾ ਸੀ। ਦੇਖੋ ਇਹ ਹੁੰਦਾ ਸੀ ਵੀ ਜਿਹੜਾ ਸਾਮਰਾਜ ਸੀ ਉਹਦੀ ਆਮਦਨ ਦਾ ਅਤੇ ਉਹਦੇ ਖਰਚ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਸੀਗਾ। ਇਹਦਾ ਅਧਿਕਾਰੀ ਜਿਹੜਾ ਹੁੰਦਾ ਸੀ ਉਹਨੂੰ ਮਹਾਲੇਖਾਕਾਰ ਕਿਹਾ ਜਾਂਦਾ ਸੀਗਾ।
ਦੀਵਾਨੇ ਕੋਹੀ ਹੈ ਜਿਹੜਾ ਉਹ ਖੇਤੀਬਾੜੀ ਵਿਭਾਗ ਦਾ ਸੀਗਾ ਅਤੇ ਮਲਿਕ ਹਮੀਦੁੱਦੀਨ ਜਿਹੜਾ ਸੀਗਾ ਉਹ ਇਸ ਵਿਭਾਗ ਦਾ ਮੁੱਖ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਅੱਗੇ ਹੈ ਦੀਵਾਨ-ਏ ਰਿਆਸਤ। ਇਹਦਾ ਕੰਮ ਸੀਗਾ ਆਰਥਿਕ ਮਾਮਲਿਆਂ ਦੀ ਦੇਖ ਰੇਖ ਅਤੇ ਵਪਾਰੀ ਵਰਗ ਉੱਤੇ ਨਿਯੰਤਰਣ ਰੱਖਣ ਲਈ ਇਹ ਬਣਾਇਆ ਗਿਆ ਸੀਗਾ ਵਿਭਾਗ। ਨੈਕਸਟ ਹੈ ਸ਼ਾਹਨਾਏ-ਮੰਡੀ। ਅਨਾਜ ਦੀ ਮੰਡੀ ਦਾ ਜਿਹੜਾ ਇਹ ਮੁੱਖ ਅਧਿਕਾਰੀ ਸੀਗਾ। ਦੀਵਾਨ-ਏ-ਮੁਨੀ ਇਹ ਜਿਹੜਾ ਸੀਗਾ ਸੂਚਨਾ ਦੇਣ ਵਾਲਾ ਅਧਿਕਾਰੀ ਸੀ। ਹੁਣ ਹੈਗਾ ਤੁਮਨ। ਤੁਮਨ ਕਿਹਨੂੰ ਕਹਿੰਦੇ ਸੀ? 10,000 ਸੈਨਿਕਾਂ ਦੀ ਟੁਕੜੀ ਨੂੰ ਤੁਮਨ ਕਿਹਾ ਜਾਂਦਾ ਸੀ। ਫਿਰ ਹੈ ਮੁਰੱਤਬ। ਮੁਰੱਤਬ ਕਿਹਨੂੰ ਕਹਿੰਦੇ ਸੀ? ਜਾਂਚ ਪੜਤਾਲ ਕਰਕੇ ਨਿਯੁਕਤ ਕੀਤੇ ਗਏ ਸੈਨਿਕਾਂ ਨੂੰ ਸਰਕਾਰੀ ਭਾਸ਼ਾ ਵਿੱਚ ਮੁਰੱਤਬ ਕਿਹਾ ਜਾਂਦਾ ਸੀ। ਅੱਗੇ ਹੈ ਦੀਵਾਨੇ ਮੁਸਤਕਰਾਜ। ਕਿਹਨੂੰ ਕਿਹਾ ਜਾਂਦਾ ਸੀ? ਅਲਾਉਦੀਨ ਖਿਲਜੀ ਨੇ ਪ੍ਰਸ਼ਾਸਨ 'ਚ ਭ੍ਰਿਸ਼ਟਾਚਾਰ ਅਤੇ ਲੁੱਟ ਨੂੰ ਖਤਮ ਕਰਨ ਲਈ ਜਿਹੜਾ ਸੀਗਾ ਇਸ ਵਿਭਾਗ ਦੀ ਸਥਾਪਨਾ ਕੀਤੀ ਸੀ। ਉਹਨੂੰ ਕੀ ਕਹਿੰਦੇ ਸੀ? ਦੀਵਾਨੇ ਮੁਸਤਕਰਾਜ। ਠੀਕ ਹੈ, ਪ੍ਰਸ਼ਾਸਨ ਦੇ ਵਿੱਚ ਭ੍ਰਿਸ਼ਟਾਚਾਰ ਜਾਂ ਜਿਹੜੀ ਲੁੱਟ ਖਸੁੱਟ ਹੋ ਰਹੀ ਸੀ ਉਹਨੂੰ ਕੰਟਰੋਲ ਕਰਨ ਦੇ ਲਈ। ਹੁਣ ਆ ਗਏ ਉਹਦੇ ਪ੍ਰਾਂਤਕ ਅਤੇ ਸਥਾਨਕ ਸ਼ਾਸਨ ਪ੍ਰਬੰਧ। ਜਦੋਂ ਉਹਨੇ ਇੰਨਾ ਵੱਡਾ ਰਾਜ ਜਿੱਤਿਆ ਫਿਰ ਉਹਦੀ ਵੰਡ ਵੀ ਕਰਨੀ ਸੀ। ਠੀਕ ਆ, ਉਹਦਾ ਪ੍ਰਸ਼ਾਸਨ ਵੀ ਚਲਾਉਣਾ ਸੀ। ਅਲਾਉਦੀਨ ਨੇ ਆਪਣੇ ਵਿਸ਼ਾਲ ਸਾਮਰਾਜ ਨੂੰ 11 ਪ੍ਰਾਂਤਾਂ ਵਿੱਚ ਵੰਡਿਆ। ਹੁਣ 11 ਪ੍ਰਾਂਤ ਕਿਹੜੇ ਕਿਹੜੇ ਸੀਗੇ? ਗੁਜਰਾਤ, ਮੁਲਤਾਨ ਅਤੇ ਸਿਵਸਤਾਨ, ਦੀਪਾਲਪੁਰ। ਇਸ ਤੋਂ ਬਾਅਦ ਹੈ ਸਮਾਣਾ ਅਤੇ ਸੁਨਾਮ, ਧਾਰਾ ਅਤੇ ਉਜੈਨ। ਠੀਕ ਹੈ, ਧਾਰਾ ਅਤੇ ਉਜੈਨ, ਜੈਨ, ਚਿਤੌੜ, ਚੰਦੇਰੀ, ਭਦੌੜ, ਅਵਧ ਅਤੇ 11ਵਾਂ ਸੀਗਾ ਕੜਾ। ਠੀਕ ਆ, ਹੁਣ ਹਰੇਕ ਪ੍ਰਾਂਤ ਜਿਹੜਾ ਸੀਗਾ ਉਹਨੂੰ ਅੱਗੋਂ ਕਾਹਦੇ ਵਿੱਚ ਵੰਡਿਆ ਹੋਇਆ ਸੀ? ਪਰਗਨਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ। ਪਰਗਨੇ ਦਾ ਜਿਹੜਾ ਮੁਖੀਆ ਹੁੰਦਾ ਸੀ ਉਹਨੂੰ ਕੀ ਕਹਿੰਦੇ ਸੀ? ਆਮਿਲ ਕਿਹਾ ਜਾਂਦਾ ਸੀ। ਅਤੇ ਉਸ ਦੀ ਜਿਹੜੀ ਨਿਯੁਕਤੀ ਸੀ ਉਹ ਕੌਣ ਕਰਦਾ ਸੀ? ਵਜ਼ੀਰ ਕਰਦਾ ਸੀ। ਆਮਿਲ ਦਾ ਮੁੱਖ ਕੰਮ ਹੁੰਦਾ ਸੀਗਾ ਭੂਮੀ ਕਰ ਇਕੱਠਾ ਕਰਨਾ। ਪਿੰਡ ਜਿਹੜਾ ਸੀਗਾ ਉਸ ਟਾਈਮ ਦੇ ਵਿੱਚ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀ, ਜਿਹਦਾ ਸ਼ਾਸਨ ਪ੍ਰਬੰਧ ਸੀਗਾ ਲੰਬੜਦਾਰ, ਪਟਵਾਰੀ ਅਤੇ ਪੰਚਾਇਤ ਦੁਆਰਾ ਚਲਾਇਆ ਜਾਂਦਾ ਸੀਗਾ ਉਹਦਾ ਸ਼ਾਸਨ ਪ੍ਰਬੰਧ ਪਿੰਡਾਂ ਦਾ। ਅੱਗੇ ਹੈ ਅਮੀਰ-ਏ-ਸ਼ੈਲਾ। ਇਹ ਸੀਗਾ ਅਮੀਰ-ਏ-ਸ਼ੈਲਾ ਨਾਮਕ ਅਧਿਕਾਰੀ ਹੈ ਜਿਹੜਾ ਖਾਲਸਾ ਅਤੇ ਰੱਖਿਅਕ ਪ੍ਰਦੇਸ਼ਾਂ ਦਾ ਸ਼ਾਸਨ ਸੰਭਾਲਦੇ ਸੀਗੇ ਇਹ। ਹੁਣ ਹੈ ਨਿਆਂ ਵਿਵਸਥਾ ਜਿਹੜੀ ਕਿਹੋ ਜਿਹੀ ਸੀ? ਸੁਲਤਾਨ ਦੇ ਬਾਅਦ ਜਿਹੜੀ ਸੀ ਦੂਜੇ ਦਰਜੇ 'ਤੇ ਕਾਜ਼ੀ ਉਲ ਕਜ਼ਾਤ ਜਾਂ ਕਾਜ਼ੀ-ਏ-ਮਮਾਲਿਕ ਹੁੰਦਾ ਸੀ। ਅਤੇ ਆਰੰਭਕ ਵਰ੍ਹਿਆਂ ਵਿੱਚ ਸਦਰ ਜਹਾਨ ਜਿਹੜਾ ਸੀ ਸਦਰਉਦੀਨ, ਇਹਨੂੰ ਕਾਜ਼ੀ-ਏ-ਮਮਾਲਿਕ ਥਾਪਿਆ ਗਿਆ ਸੀ। ਇਹ ਕੀ ਕਰਦੇ ਸੀ ਕਿ ਲੋਕਾਂ ਦੇ ਜਿਹੜੇ ਲੜਾਈ ਝਗੜੇ ਹੁੰਦੇ ਸੀਗੇ, ਠੀਕ ਆ, ਜਾਂ ਕੋਈ ਵੀ ਮੁਕੱਦਮੇ ਹੁੰਦੇ ਸੀ ਉਹਨਾਂ ਸਾਰਿਆਂ ਦਾ ਨਿਆਂ ਕਰਦੇ ਹੁੰਦੇ ਸੀਗੇ ਇਹ। ਹੁਣ ਅੱਗੇ ਹੈ ਸਜ਼ਾਵਾਂ ਕਿ ਉਸ ਟਾਈਮ ਵਿੱਚ ਸਜ਼ਾਵਾਂ ਕਿਹੋ ਜਿਹੀਆਂ ਦਿੱਤੀਆਂ ਜਾਂਦੀਆਂ ਸੀ? ਅਲਾਉਦੀਨ ਦੇ ਸ਼ਾਸਨ ਕਾਲ ਵਿੱਚ ਜਿਹੜੇ ਦੰਡ ਸੀ ਜਾਂ ਸਜ਼ਾਵਾਂ ਸੀ ਬਹੁਤ ਕਠੋਰ ਦਿੱਤੀਆਂ ਜਾਂਦੀਆਂ ਸੀ। ਠੀਕ ਆ, ਅਪਰਾਧੀ ਦਾ ਜਿਹੜਾ ਸੀਗਾ ਉੱਚਾ ਪਦ ਹੋ ਗਿਆ, ਨੇਕੀ ਹੋ ਗਿਆ ਜਾਂ ਧਨ ਹੋ ਗਿਆ, ਠੀਕ ਆ, ਇਹ ਕਿਸੇ ਚੀਜ਼ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਸੀ ਜਦੋਂ ਉਹਨੂੰ ਸਜ਼ਾ ਦੇਣੀ ਹੁੰਦੀ ਸੀ। ਚਾਹੇ ਜਿੰਨਾ ਮਰਜ਼ੀ ਅਮੀਰ ਆਦਮੀ ਹੁੰਦਾ ਸੀ, ਹਰੇਕ ਨੂੰ ਸਜ਼ਾ ਦਿੱਤੀ ਜਾਂਦੀ ਸੀ। ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਜਿਵੇਂ ਜਿਹੜਾ ਵਿਅਕਤੀ ਹੁੰਦਾ ਸੀ ਉਹਨੂੰ ਤੜਫਾ ਕੇ ਕਤਲ ਕੀਤਾ ਜਾਂਦਾ ਸੀਗਾ। ਠੀਕ ਆ, ਉਹਦਾ ਫਿਰ ਉਹਦੇ ਸਰੀਰ ਦੇ ਅੰਗ ਕੱਟ ਦਿੱਤੇ ਜਾਂਦੇ ਸੀ, ਉਹਨਾਂ ਨੂੰ ਖੂਹ ਵਿੱਚ ਸੁੱਟ ਦਿੱਤਾ ਜਾਂਦਾ ਸੀ, ਕਿਲ੍ਹਿਆਂ ਵਿੱਚ ਕੈਦ ਕਰ ਦਿੱਤਾ ਜਾਂਦਾ ਸੀਗਾ, ਕੋੜੇ ਮਾਰੇ ਜਾਂਦੇ ਸੀਗੇ। ਇਸ ਤਰ੍ਹਾਂ ਦੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਦੰਡ ਸੀਗੇ ਉਸ ਟਾਈਮ ਵਿੱਚ ਦਿੱਤੇ ਜਾਂਦੇ ਸੀ। ਇੱਕ ਇੰਪੋਰਟੈਂਟ ਗੱਲ ਇਹ ਆ ਵੀ ਉਸ ਟਾਈਮ ਦੇ ਵਿੱਚ ਜਿਹੜਾ ਸ਼ਰਾਬ ਵੇਚਣ ਵਾਲੇ ਜਾਂ ਪੀਣ ਵਾਲੇ ਅਪਰਾਧੀ ਹੁੰਦੇ ਸੀਗੇ, ਵਿਸ਼ੇਸ਼ ਖੂਹਾਂ ਵਿੱਚ ਉਹਨਾਂ ਨੂੰ ਸਿੱਟਿਆ ਜਾਂਦਾ ਸੀ, ਜਿੱਥੋਂ ਕੀ ਸੀ ਕਿ ਜਿਉਂਦੇ ਬਾਹਰ ਨਿਕਲਣਾ ਬਹੁਤ ਔਖਾ ਕੰਮ ਸੀਗਾ, ਬਹੁਤ ਮੁਸ਼ਕਿਲ ਸੀ। ਅਤੇ ਜਿਹੜਾ ਵੀ ਦੁਕਾਨਦਾਰ ਘੱਟ ਤੋਲਦਾ ਸੀਗਾ ਸੌਦਾ, ਠੀਕ ਆ, ਉਹਦੇ ਸਰੀਰ ਵਿੱਚੋਂ ਓਨਾ ਮਾਸ ਕੱਟ ਲਿਆ ਜਾਂਦਾ ਸੀ। ਹੁਣ ਹੈ ਉਹਨਾਂ ਦੀ ਪੁਲਿਸ ਵਿਵਸਥਾ ਅਲਾਉਦੀਨ ਖਿਲਜੀ ਦੇ ਟਾਈਮ ਦੀ। ਅਲਾਉਦੀਨ ਨੇ ਪੁਲਿਸ ਪ੍ਰਬੰਧ ਦੀ ਵਿਵਸਥਾ ਕੀਤੀ। ਕੋਤਵਾਲ ਜਿਹੜਾ ਸੀ ਪੁਲਿਸ ਵਿਭਾਗ ਦਾ ਮੁਖੀਆ ਹੁੰਦਾ ਸੀ। ਕੌਣ? ਕੋਤਵਾਲ। ਅਲਾਉਦੀਨ ਦੇ ਸ਼ਾਸਨ ਕਾਲ ਦੇ ਆਰੰਭ ਵਿੱਚ ਜਿਹੜਾ ਨੁਸਰਤ ਖਾਂ ਸੀਗਾ ਉਹ ਕੋਤਵਾਲ ਸੀ, ਪਰੰਤੂ ਬਾਅਦ ਵਿੱਚ ਅਲਾਉਲ ਮੁਲਕ ਜਿਹੜਾ ਸੀਗਾ ਉਸ ਨੂੰ ਇਸ ਪਦ 'ਤੇ ਨਿਯੁਕਤ ਕੀਤਾ ਗਿਆ ਸੀਗਾ। ਅੱਗੇ ਇਹ ਹੁਣ ਉਹਦਾ ਜਾਸੂਸ ਪ੍ਰਬੰਧ ਸੀਗਾ ਜਿਹੜਾ ਉਹ ਕਿਹੋ ਜਿਹਾ ਸੀ? ਅਲਾਉਦੀਨ ਨੇ ਪਿਛਲੇ ਸਾਰੇ ਸੁਲਤਾਨਾਂ ਤੋਂ ਜਿਹੜਾ ਸੀ ਬਹੁਤ ਜ਼ਿਆਦਾ ਕੁਸ਼ਲ ਅਤੇ ਜਾਸੂਸ ਦਾ ਪ੍ਰਬੰਧ ਦੀ ਜਿਹੜੀ ਸੀ ਵਿਵਸਥਾ ਕੀਤੀ ਹੋਈ ਸੀ। ਇਹਦਾ ਜਾਸੂਸ ਪ੍ਰਬੰਧ ਸੀ ਜਿਹੜਾ ਪੂਰੀ ਤਰ੍ਹਾਂ ਕੁਸ਼ਲ ਸੀਗਾ, ਪੂਰੀ ਤਰ੍ਹਾਂ ਯੋਗ ਸੀਗਾ। ਉਹਨੇ ਕੀ ਕੀਤਾ ਸੀ ਵੀ ਸਾਮਰਾਜ ਦੇ ਜਿਹੜੇ ਵੱਖ-ਵੱਖ ਹਿੱਸੇ ਸੀ ਉੱਥੇ ਆਪਣੇ ਜਾਸੂਸ ਛੱਡੇ ਹੋਏ ਸੀਗੇ। ਉਹ ਕੀ ਕਰਦੇ ਸੀ? ਹਰੇਕ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਘਟਨਾ ਜਿਹੜੀ ਸੀ ਉਹਨੂੰ ਦੱਸਦੇ ਸੀ ਆ ਕੇ। ਠੀਕ ਆ, ਹੁਣ ਇਹ ਅਲਾਉਦੀਨ ਦੇ ਦਰਬਾਰ ਦੇ ਪ੍ਰਸਿੱਧ ਵਿਦਵਾਨ ਨੇ ਜਿਹੜੇ ਉਹ ਕਿਹੜੇ ਨੇ? ਬਰਨੀ ਦੇ ਕਥਨ ਦੇ ਅਨੁਸਾਰ ਨਾ ਕਹਿੰਦੇ ਉਹਦੇ ਦਰਬਾਰ ਵਿੱਚ ਜਿਹੜੇ ਸੀ 46 ਵਿਦਵਾਨ ਸੀ, 46 ਵਿਦਵਾਨ ਸੀਗੇ ਕੁੱਲ। ਉਹਨਾਂ ਵਿੱਚੋਂ ਜਿਹੜੇ ਮੁੱਖ ਸੀ ਉਹ ਸੀਗੇ ਅਮੀਰ ਖੁਸਰੋ, ਅਮੀਰ ਹਸਨ ਦਹਿਲਵੀ,
ਅਮੀਰ ਅਰਸਲਨ ਕੋਹੀ, ਸ਼ੇਖ ਨਿਜ਼ਾਮੁਦੀਨ, ਸ਼ੇਖ ਰੁਕਨੁਦੀਨ ਅਤੇ ਕਾਜ਼ੀ ਮਗੀਸੁਦੀਨ। ਇਹ ਜਿਹੜੇ ਸੀ ਮੁੱਖ ਵਿਦਵਾਨ ਸੀ ਉਹਦੇ ਦਰਬਾਰ ਦੇ। ਹੁਣ ਆਈਆਂ ਇਮਾਰਤਾਂ ਕਿ ਉਹਨੇ ਕਿਹੜੀਆਂ ਕਿਹੜੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਅਲਾਉਦੀਨ ਨੇ। 1000 ਖੰਭਿਆਂ ਦੇ ਮਹਿਲ ਦਾ, ਅਲਾਈ ਦਰਵਾਜ਼ਾ ਐਂਡ ਜਮਾਤ ਖਾਂ ਮਸਜਿਦ ਦਾ ਨਿਰਮਾਣ ਉਹਨੇ ਕਰਵਾਇਆ। ਤਿੰਨਾਂ ਜਿਹੜੀਆਂ ਇਮਾਰਤਾਂ ਸੀਗੀਆਂ ਉਹ ਸੀਗੀਆਂ, ਜਿਵੇਂ ਇੱਕ ਅਲਾਈ ਦਰਵਾਜ਼ਾ ਨਾ, ਇੱਕ ਉਹਨੇ ਬਣਾਇਆ ਸੀ ਅਲਾਈ ਮੀਨਾਰ, ਠੀਕ ਹੈ। ਅਲਾਈ ਮੀਨਾਰ ਤੋਂ ਬਿਨਾਂ ਉਹਨੇ ਇੱਕ ਕੀ ਬਣਾਇਆ ਸੀ, ਜਾਮਾ ਮਸਜਿਦ, ਠੀਕ ਹੈ। ਅਤੇ ਇੱਕ ਉਹਨੇ ਬਣਾਇਆ ਸੀ ਸਿਰੀ ਦਾ ਕਿਲ੍ਹਾ, ਜਿਹੜਾ ਸਿਰੀ ਉਹਨੇ ਆਪਣੀ ਰਾਜਧਾਨੀ ਬਣਾਇਆ ਸੀ ਨਾ, ਉੱਥੇ ਉਹਨੇ ਸਿਰੀ ਦਾ ਇੱਕ ਕਿਲ੍ਹਾ ਨਾਂ ਦੀ ਬਿਲਡਿੰਗ ਵੀ ਬਣਾਈ ਸੀ। ਪਰ ਉਹਦੀਆਂ ਜਿਹੜੀਆਂ ਮੇਨ ਤੁਸੀਂ ਯਾਦ ਰੱਖਣੀਆਂ ਉਹ ਕੀ ਆ, 1000 ਖੰਭਿਆਂ ਦਾ ਮਹਿਲ, ਅਲਾਈ ਦਰਵਾਜ਼ਾ ਅਤੇ ਜਮਾਤ ਖਾਂ ਮਸਜਿਦ। ਹੁਣ ਅੱਗੇ ਹੈ ਅਲਾਉਦੀਨ ਖਿਲਜੀ ਦਾ ਅੰਤਿਮ ਅਧੀਨੀਅਮ ਪਰਵਾਨਾ ਨਵੀਸ ਦੀ ਨਿਯੁਕਤੀ ਅਤੇ ਅਧਿਕਾਰ ਨਾਲ ਸੰਬੰਧਿਤ ਸੀਗਾ। ਅਲਾਈ ਦਰਵਾਜ਼ੇ ਦਾ ਨਿਰਮਾਣ ਅਲਾਉਦੀਨ ਖਿਲਜੀ ਨੇ ਕਰਵਾਇਆ ਅਤੇ ਇਸ ਵਿੱਚ ਜਿਹੜੀ ਸੀ ਬੁੱਧ ਧਰਮ ਦੇ ਤੱਤਾਂ ਦਾ ਜ਼ਿਕਰ ਮਿਲਦਾ। ਆ ਜਿਹੜਾ ਹੈਗਾ ਅਲਾਈ ਦਰਵਾਜ਼ਾ ਦੀ ਤਸਵੀਰ ਦਿੱਤੀ ਹੋਈ ਆ। ਜਮਾਤ ਖਾਂ ਮਸਜਿਦ ਦਾ ਨਿਰਮਾਣ ਅਲਾਉਦੀਨ ਖਿਲਜੀ ਨੇ ਕਰਵਾਇਆ ਸੀ, ਜੋ ਪੂਰਨ ਰੂਪ ਤੋਂ ਕੀ ਸੀਗੀ ਕਿ ਇਸਲਾਮਿਕ ਪਰੰਪਰਾ ਵਾਲੀ ਸੀਗੀ, ਠੀਕ ਆ। ਇਸਲਾਮਿਕ ਪਰੰਪਰਾ ਅਨੁਸਾਰ ਭਾਰਤ ਦੀ ਪਹਿਲੀ ਮਸਜਿਦ ਸੀਗੀ ਇਹ। ਹੁਣ ਅਗਰ ਜਿਹੜੀਆਂ ਜਗੀਰਾਂ ਉਹਨਾਂ ਤੋਂ ਖੋਹੀਆਂ ਸੀਗੀਆਂ ਇਹਨਾਂ ਨੇ, ਉਹ ਕਿਹੜੀਆਂ ਸੀ, ਜਿਹੜੀ ਮਿਲਕ ਸੀ ਉਹ ਪੂਰਵਜਾਂ ਤੋਂ ਪ੍ਰਾਪਤ ਹੋਈ ਜਗੀਰ ਸੀ। ਇਨਾਮ ਵਕਫ ਸੀਗੀ ਜਿਹੜੀ ਹੈ ਨਾ, ਉਹ ਭੇਟ ਵਜੋਂ ਪ੍ਰਾਪਤ ਹੋਈ ਜਗੀਰ ਹੁੰਦੀ ਸੀ। ਜਿਹੜੀ ਅਰਦਾਰਤ ਜ਼ਮੀਨ ਸੀਗੀ ਇਹ ਪੈਨਸ਼ਨ ਦੇ ਰੂਪ ਵਿੱਚ ਪ੍ਰਾਪਤ ਹੋਈ ਜਗੀਰ ਹੁੰਦੀ ਸੀਗੀ, ਠੀਕ ਆ। ਹੁਣ ਹੈ ਇੰਪੋਰਟੈਂਟ ਫੈਕਟ ਕਿ ਪਾਂਡਿਆ ਰਾਜਿਆਂ ਨੇ ਕਦੇ ਵੀ ਅਲਾਉਦੀਨ ਖਿਲਜੀ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਅਤੇ ਨਾ ਹੀ ਕੋਈ ਕਰ ਦਿੱਤਾ। ਕਿਹਨਾਂ ਰਾਜਿਆਂ ਨੇ? ਪਾਂਡਿਆ ਰਾਜਿਆਂ ਨੇ ਕਦੇ ਵੀ ਅਲਾਉਦੀਨ ਦੀ ਅਧੀਨਤਾ ਸਵੀਕਾਰ ਹੀ ਨਹੀਂ ਕਰੀ। ਹੁਣ ਉਹਦੇ ਚਰਿੱਤਰ ਮੁਲਾਂਕਣ ਬਾਰੇ ਕੁਛ ਜਿਹੜੇ ਮੇਨ ਫੈਕਟ ਇੱਕ ਵਾਰ ਫੇਰ ਰਿਵਾਈਜ਼ ਕਰ ਲੈਂਦੇ ਹਾਂ। ਅਲਾਉਦੀਨ ਖਿਲਜੀ ਦੱਖਣੀ ਭਾਰਤ 'ਤੇ ਹਮਲਾ ਕਰਨ ਵਾਲਾ ਪਹਿਲਾ ਸ਼ਾਸਕ ਸੀ ਅਤੇ ਆਪਣੇ ਆਰਥਿਕ ਸੁਧਾਰਾਂ ਲਈ ਪ੍ਰਸਿੱਧ ਸੀਗਾ, ਠੀਕ ਆ। ਇਹ ਤੋਂ ਬਿਨਾਂ ਵਿਸ਼ਵ ਜਿੱਤਣ ਦਾ ਸੁਪਨਾ ਲੈਣ ਵਾਲਾ ਸ਼ਾਸਕ ਵੀ ਸੀਗਾ ਉਹ। ਫਿਰ ਕੀ ਸੀ ਕਿ ਉਹ ਸਥਾਈ ਸੈਨਾ ਰੱਖਣ ਵਾਲਾ ਅਤੇ ਸੋਮਨਾਥ ਮੰਦਰ ਨੂੰ ਲੁੱਟਣ ਵਾਲਾ ਵੀ ਸ਼ਾਸਕ ਸੀਗਾ। ਸਥਾਈ ਸੈਨਾ ਰੱਖਣ ਵਾਲਾ ਪਹਿਲਾ ਸ਼ਾਸਕ ਸੀਗਾ ਉਹ। ਖਿਲਜੀ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ ਕੌਣ? ਅਲਾਉਦੀਨ ਖਿਲਜੀ। ਅਤੇ ਡਾਕਟਰ ਆਰ ਐਸ ਜਿਹੜਾ ਸ਼ਰਮਾ ਵਾ ਉਹਨੇ ਕੀ ਕਿਹਾ ਕਿ ਅਲਾਉਦੀਨ ਖਿਲਜੀ ਬਾਰੇ ਕਿਹਾ ਕਿ ਵਿਸ਼ਵਾਸਘਾਤ ਵਿੱਚ ਉਸ ਦਾ ਆਰੰਭ ਹੋਇਆ ਵਾ, ਦਾਨਸ਼ੀਲਤਾ 'ਤੇ ਉਹ ਵਿਕਸਿਤ ਹੋਇਆ ਵਾ ਅਤੇ ਆਂਤਕ ਵਿੱਚ ਉਹਦਾ ਕੀ ਆ, ਅੰਤ ਹੋਇਆ ਵਾ। ਅੱਗੇ ਹੈ ਅਲਾਉਦੀਨ ਖਿਲਜੀ ਨੇ ਖੁਦ ਨੂੰ ਜਿਹੜਾ ਸੀ ਰਾਜ ਵਿੱਚ ਸਰਵਉੱਚ ਘੋਸ਼ਿਤ ਕੀਤਾ ਸੀ ਅਤੇ ਅਲਾਉਦੀਨ ਖਿਲਜੀ ਦੇ ਸੁਲਤਾਨ ਬਣਨ 'ਤੇ ਸਲਤਨਤ ਦੇ ਸਾਮਰਾਜਵਾਦ ਯੁੱਗ ਦੀ ਜਿਹੜੀ ਸੀ ਸ਼ੁਰੂਆਤ ਹੋਈ ਸੀਗੀ। ਜਿੱਤ ਅਤੇ ਦੁਸ਼ਮਣ ਨੂੰ ਮਿੱਤਰ ਬਣਾਉਣ ਦੀ ਜੇ ਉਹਦੀ ਨੀਤੀ ਦੇਖੀ ਜਾਵੇ ਤਾਂ ਅਲਾਉਦੀਨ ਖਿਲਜੀ ਦੀ ਤੁਲਨਾ ਇਹਨੂੰ ਲੈ ਕੇ ਕਿਹਦੇ ਨਾਲ ਕੀਤੀ ਜਾਂਦੀ ਆ? ਅਕਬਰ ਦੇ ਨਾਲ ਕੀਤੀ ਜਾਂਦੀ ਆ। ਅੱਗੇ ਹੈ ਅਲਾਉਦੀਨ ਖਿਲਜੀ ਪਹਿਲਾ ਦਿੱਲੀ ਸੁਲਤਾਨ ਸੀ ਜਿਹਨੇ ਕਿਸੇ ਉਲਮਾਵਾਂ ਨੂੰ ਮਹੱਤਵ ਨਹੀਂ ਦਿੱਤਾ ਸੀਗਾ। ਜਿਹੜੇ ਧਾਰਮਿਕ ਨੇਤਾ ਸੀ ਮੁਸਲਮਾਨਾਂ ਦੇ ਉਲਮਾ, ਉਹਨਾਂ ਨੂੰ ਇਹਨੇ ਕੋਈ ਮਹੱਤਵ ਨਹੀਂ ਦਿੱਤਾ ਸੀ। ਅਲਾਉਦੀਨ ਖਿਲਜੀ ਪਹਿਲਾ ਦਿੱਲੀ ਸੁਲਤਾਨ ਸੀ ਜਿਸ ਨੇ ਵਿੰਧਿਆਚਲ ਪਰਬਤ ਲੜੀ ਪਾਰ ਕਰ ਦੱਖਣੀ ਪ੍ਰਾਇਦੀਪੀ ਪਠਾਰ ਨੂੰ ਜਿੱਤਣ ਦਾ ਯਤਨ ਕੀਤਾ ਸੀ। ਸ਼ਰਾਬ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦਿੱਲੀ ਸ਼ਾਸਕ ਸੀਗਾ ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਵੇਸ਼ਵਾਵਰਤੀ 'ਤੇ ਰੋਕ ਲਗਾਉਣ ਵਾਲਾ ਪਹਿਲਾ ਦਿੱਲੀ ਸ਼ਾਸਕ ਸੀ ਅਤੇ ਸਭ ਤੋਂ ਵੱਧ ਮੰਗੋਲ ਹਮਲਿਆਂ ਦਾ ਸਾਹਮਣਾ ਕਰਨ ਵਾਲਾ ਵੀ ਪਹਿਲਾ ਦਿੱਲੀ ਸ਼ਾਸਕ ਅਲਾਉਦੀਨ ਖਿਲਜੀ ਸੀ, ਕਿਉਂਕਿ ਇਹਦੇ ਕਾਲ ਦੇ ਵਿੱਚ ਮੰਗੋਲਾਂ ਨੇ ਸਭ ਤੋਂ ਵੱਧ ਹਮਲੇ ਕੀਤੇ ਆ। ਧਰਮ ਨੂੰ ਰਾਜਨੀਤੀ ਤੋਂ ਅਲੱਗ ਰੱਖਣ ਵਾਲਾ ਦਿੱਲੀ ਦਾ ਪਹਿਲਾ ਸ਼ਾਸਕ ਸੀਗਾ ਅਲਾਉਦੀਨ ਖਿਲਜੀ। ਫਿਰ ਇਹਨੇ ਘਰੀ ਕਰ ਲਗਾਇਆ ਜਿਹੜਾ ਘਰਾਂ 'ਤੇ ਲਗਾਇਆ ਜਾਣ ਵਾਲਾ ਕਰ ਸੀ, ਅਤੇ ਚਾਰੀ ਕਰ ਲਗਾਇਆ ਜਿਹੜਾ ਚਾਰਗਾਹਾਂ 'ਤੇ ਲਗਾਇਆ ਜਾਣ ਵਾਲਾ ਕਰ ਸੀਗਾ। ਇਹਦੀ ਸ਼ੁਰੂਆਤ ਕਰਨ ਵਾਲਾ ਵੀ ਦਿੱਲੀ ਦਾ ਪਹਿਲਾ ਸ਼ਾਸਕ ਇਹੀ ਸੀ। ਸਰਕਾਰੀ ਕਰਮਚਾਰੀਆਂ ਰਾਹੀਂ ਲਗਾਨ ਵਸੂਲ ਕਰਨ ਦੀ ਪ੍ਰਥਾ ਦਾ ਆਰੰਭ ਕਰਨ ਵਾਲਾ ਸ਼ਾਸਕ ਵੀ ਅਲਾਉਦੀਨ ਖਿਲਜੀ ਸੀ। ਮਸਾਹਤ ਪੱਧਤੀ ਜਿਹੜੀ ਭੂਮੀ ਦੀ ਪਮਾਇਸ਼ ਦੀ ਪੱਧਤੀ ਸੀਗੀ ਉਹ ਵੀ ਸ਼ੁਰੂ ਕਰਨ ਵਾਲਾ ਕੌਣ ਸੀ? ਅਲਾਉਦੀਨ ਖਿਲਜੀ। ਦਾਗ ਅਤੇ ਚਿਹਰਾ ਪ੍ਰਥਾ ਜਿਹੜਾ ਉਹਨੇ ਸੈਨਾ ਲਈ ਸ਼ੁਰੂ ਕੀਤਾ ਸੀ, ਉਹ ਕਿਹਨੇ ਕੀਤਾ ਸੀ? ਸਭ ਤੋਂ ਪਹਿਲਾਂ ਅਲਾਉਦੀਨ ਖਿਲਜੀ ਨੇ। ਹੁਣ ਆ ਗਿਆ ਅਲਾਉਦੀਨ ਖਿਲਜੀ ਦੀ ਮੌਤ, ਠੀਕ ਹੈ। ਅਲਾਉਦੀਨ ਖਿਲਜੀ ਦੀ ਮੌਤ ਆ ਜਿਹੜੀ ਜਨਵਰੀ 1316 ਈਸਵੀ ਵਿੱਚ ਹੋਈ ਵੀ ਕਿੱਥੇ? ਦਿੱਲੀ ਦੇ ਵਿੱਚ ਹੋਈ, ਅਤੇ ਇਸ ਦਾ ਮਕਬਰਾ ਵੀ ਜਿਹੜਾ ਦਿੱਲੀ ਵਿਖੇ ਸਥਿਤ ਆ। ਅਲਾਉਦੀਨ ਦਾ ਮਕਬਰਾ ਜਿਹੜਾ ਦਿੱਲੀ ਵਿੱਚ ਸਥਿਤ ਆ। ਉਸ ਦੀ ਮੌਤ ਤੋਂ ਬਾਅਦ 1316 ਤੋਂ 1320 ਈਸਵੀ ਤੱਕ ਸ਼ਹਾਬੂਦੀਨ ਉਮਰ, ਮੁਬਾਰਕ ਸ਼ਾਹ ਅਤੇ ਖੁਸਰੋ ਖਾਂ ਜਿਹੜੇ ਸੀਗੇ ਨਾਮਕ ਖਿਲਜੀ ਸੁਲਤਾਨਾਂ ਨੇ ਰਾਜ ਕੀਤਾ,
ਠੀਕ ਆ। ਬਟ ਕੀ ਹੋਇਆ ਕਿ 1320 ਈਸਵੀ ਵਿੱਚ ਗਾਜੀ ਤੁਗਲਕ ਨੇ ਖੁਸਰੋ ਖਾਨ ਨੂੰ ਕਤਲ ਕਰ ਦਿੱਤਾ ਅਤੇ ਦਿੱਲੀ ਦੀ ਰਾਜਗੱਦੀ ਉੱਤੇ ਆਪ ਬੈਠਾ, ਕਿਉਂਕਿ ਜਿਹੜੇ ਉਹਦੇ ਉੱਤਰਾਧਿਕਾਰੀ ਹੋਏ ਉਹ ਸਾਰੇ ਕਮਜ਼ੋਰ ਸੀ। ਉਹਨਾਂ ਦੇ ਕੀ ਸੀ ਕਿ ਖੁਸਰੋ ਖਾਨ ਜਿਹੜਾ ਲਾਸਟ ਸੀਗਾ, ਗਾਜੀ ਤੁਗਲਕ ਨੇ ਉਹਦੀ ਹੱਤਿਆ ਕਰਤੀ ਸੀ ਅਤੇ ਆਪ ਰਾਜਗੱਦੀ 'ਤੇ ਬਹਿ ਗਿਆ ਸੀ। ਇਹਦੇ ਨਾਲ ਕੀ ਹੋਇਆ ਕਿ ਇਸ ਤਰ੍ਹਾਂ ਖਿਲਜੀ ਵੰਸ਼ ਦਾ ਜਿਹੜਾ ਅੰਤ ਹੋਇਆ ਅਤੇ ਤੁਗਲਕ ਵੰਸ਼ ਦੀ ਸਥਾਪਨਾ ਹੋਈ। ਇਸ ਦੇ ਨਾਲ ਹੀ ਮੇਰੀ ਅੱਜ ਦੀ ਇਹ ਵੀਡੀਓ ਜਿਹੜੀ ਖ਼ਤਮ ਹੁੰਦੀ ਆ। ਆਈ ਹੋਪ ਕਿ ਤੁਹਾਨੂੰ ਲੈਸਨ ਪਸੰਦ ਆਇਆ ਹੋਊਗਾ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।